ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੇ ਤੁਹਾਡੇ ਲਈ। ਅਸੀਂ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਜਿਹੜੀ ਖਬਰ ਤੁਹਾਡੇ ਲਈ ਹੋਵੇ, ਜ਼ਰੂਰੀ ਹੋਵੇ, ਉਹ ਆਪਾਂ ਜ਼ਰੂਰ ਸੁਣਾ ਦਈਏ। ਇਸ ਕਰਕੇ ਤੁਹਾਡੇ ਹਿਸਾਬ ਨਾਲ ਇਸ ਚੈਨਲ ਨੂੰ ਚਲਾਈਦਾ, ਤੁਹਾਡੀ ਫੀਡਬੈਕ ਆਉਂਦੀ ਰਹਿੰਦੀ, ਉਹਦੇ ਲਈ ਬੜਾ ਧੰਨਵਾਦ। ਮੈਂ ਹਾਂ ਜੀ ਗੁਰਪ੍ਰੀਤ ਸੰਧਾਵਾਲੀਆ, ਤੇ ਸਮਾਂ ਉਹੀ ਜਿਹੜਾ ਕਿ ਹਰ ਰੋਜ਼ ਆਪਣੇ ਮਿਲਣ ਦਾ, ਤੇ ਹਰ ਰੋਜ਼ ਆਪਣੇ ਸਮੇਂ ਮੁਤਾਬਕ ਉਸੇ ਹੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਫਿਰ ਹਾਜ਼ਰ ਹਾਂ। ਨਾਲ ਵਾਲਾ ਬੰਦਾ ਵੀ ਉਹੀ ਹੈ ਜੀ, ਹੋਰ ਵੀਰ ਪਰਮਵੀਰ ਬਾਠ ਸਾਹਿਬ। ਚੜ੍ਹਦੀ ਕਲਾ ਜੀ, ਠੀਕ ਠਾਕ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਿਹਤਾਂ ਬਾਲਿਆ ਪੂਰੀਆਂ ਬਾਲਾ। ਦੇਖੋ, ਆਪਾਂ ਕਿਹੜਾ ਕਦੇ ਦਿੱਲੀ ਨੂੰ ਜਾਣਾ, ਕਦੇ ਚੰਡੀਗੜ੍ਹ ਜਾਣਾ, ਕਦੇ ਅੰਮ੍ਰਿਤਸਰ ਜਾਣਾ, ਕਿਉਂਕਿ ਆਪਾਂ ਤੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਕੰਮ ਕਰਨਾ। ਨਾ ਕੋਈ ਹਾਈ ਕਮਾਂਡ ਹੈ, ਨਾ ਕੋਈ ਲੋ ਕਮਾਂਡ ਹੈ, ਨਾ ਹਾਈ ਗੇਅਰ ਨਾ ਲੋ ਗੇਅਰ, ਇੱਕੋ ਹੀ ਗੇਅਰ ਉੱਚ ਹੀ ਚੱਲਣਾ। ਨਹੀਂ, ਪਰ ਜਿੱਦਾਂ ਚੰਡੀਗੜ੍ਹ ਜਾਣਾ ਤੇ ਚੰਡੀਗੜ੍ਹੋਂ ਦਿੱਲੀ ਜਾਣਾ, ਜੇ ਤੇ ਉੱਦਾਂ ਖੜਨਾ ਜੀ, ਫਿਰ ਭਾਵੇਂ ਮੈਨੂੰ ਦਿਹਾੜੀ 2 ਰਾਂ ਲੈ ਜਾਇਆ ਕਰੋ ਵੀ ਕਦੀ ਹੈਲੀਕਾਪਟਰ ਤੇ, ਕਦੀ ਜੈਟ ਤੇ, ਕਦੀ ਹੈਲੀਕਾਪਟਰ ਤੇ, ਕਦੀ ਜੈਟ ਤੇ ਜੇ ਤੁਸੀਂ ਮੈਨੂੰ ਆਖੋ ਵੀ ਹਾਂ ਵੀ ਸੋਮੋ ਕਰ ਲਈ ਤੇ ਬੰਦੇ 5-4 ਹੋਣੇ ਆ ਵਿੱਚ, ਤੇ ਬਾਕੀ ਸਮਾਨ ਹੋਣਾ, ਤੇ ਜੇ ਤੈਨੂੰ ਮਗਰਲੇ ਟੈਚੀ ਦੇ ਕੋਲ ਫਸਾ ਦਿਆਂਗੇ ਤੇ ਫਿਰ ਨਹੀਂ ਜੀ ਮੈਂ ਜਾਣਾ। ਹਾਂ, ਨਹੀਂ ਮੁਸ਼ਕਿਲ ਹੋ ਜਾਣੀ ਹੈ। ਜੇ ਪਤਾ ਹੋਵੇ ਕਿ ਚਾਹ ਵੀ ਆਪਣੀ ਪੀਣੀ ਆ, ਆਹ ਰੋਟੀ ਵੀ ਆਪਣੀ ਖਾਣੀ ਆ, ਤੇ ਵੀ ਹੋ ਸਕਦਾ ਕਿ ਜੇ ਕਿਸੇ ਨੇ ਰੋਕ ਲਿਆ, ਜਿਹੜਾ 100-200 ਰੁਪਈਆ ਦੇਣਾ ਉਹ ਵੀ ਪੱਲਿਓਂ ਦੇਣਾ ਆ। ਜੇ ਕਿਤੇ ਮਾੜਾ ਮੋਟਾ ਕੋ ਟਾਇਰ ਪੈਂਚਰ ਹੋ ਗਿਆ ਤਾਂ ਜਿਹੜਾ 100-200 ਉੱਤੇ ਲੱਗਣਾ ਉਹ ਵੀ ਕੋਲੋਂ ਦੇਣਾ, ਫੇਰ ਔਖਾ। ਵੈਸੇ ਕਈ ਵਾਰੀ ਇਦਾਂ ਹੁੰਦਾ ਕਿ ਬੰਦਾ ਕਹਿੰਦਾ ਯਾਰ ਚਲੀਏ, ਸਾਰੀ ਦਿਹਾੜੀ ਐ ਲੱਕ ਲੁੱਕ ਜਾ ਸਿੱਧਾ ਕਰੇ, ਪੱਠੇ ਲੈਣ ਜਾਵਾਂ ਨਾ ਜਾਵਾਂ, ਤੇ ਜਿੱਦਾਂ ਪਹੁੰਚਦਾ ਮਗਰੇ ਇੱਕ ਬੰਦਾ ਸੁਣੇਦਾ ਦਾ ਆ ਜਾ ਮਾਮਾ ਆਇਆ ਹੀ ਘਰ, ਤੇ ਬੰਦਾ ਦਾਤੀ ਉੱਥੇ ਰੱਖ ਕੇ ਫੇਰ ਤੁਰ ਪੈਂਦਾ। ਪੰਜਾਬ ਦੇ ਲੀਡਰਾਂ ਦੀ ਹਾਲਤ ਇਦਾਂ ਦੀ ਆ। ਇਹ ਦੇਖੋ, ਮਾਮਾ ਆਇਆ ਤੇ ਫਿਰ ਤੇ ਕੋਈ ਆਸ ਹੁੰਦੀ ਹੈ ਵੀ ਮਾਮਾ ਗੱਲ ਜੀ ਚਲਾਉਂਦਾ ਹੈ, ਕੋਈ ਰਿਸ਼ਤੇ ਦੀ ਇੱਧਰ ਉੱਧਰ ਦੂਰ ਨੇੜੇ, ਫਿਰ ਤੇ ਠੀਕ ਹੈ, ਸਾਕ ਕਰਾਉਂਦਾ ਸੀ। ਆਹ ਹੈ ਨਾ ਵੀ ਜੇ ਮਾਮਾ ਐਜ਼ ਏ ਵਿਚੋਲਾ ਆਉਂਦਾ ਫਿਰ ਤੇ ਕੋਈ ਪ੍ਰੋਬਲਮ ਨਹੀਂ। ਤੇ ਜੇ ਚੱਕਰ ਇਹ ਆ ਵੀ ਭਾਈ ਸਾਹਿਬ ਯਾਰ ਉਹ ਮਾਮੇ ਕੋ ਪੈਸੇ ਥੋੜੇ ਜਿਹੇ ਫੜੇ ਸੀ ਤੇ ਹੁਣ ਗੇੜੇ ਵੀ ਮਾਰੀ ਜਾਂਦਾ, ਤੇ ਇੱਧਰ ਨਰਮੇ ਦਾ ਵੀ ਹਾਲ ਮਾੜਾ, ਫਿਰ ਜਿਹਨੇ ਆ ਕੇ ਸੁਨੇਹਾ ਦੇਣਾ ਉਹਨੂੰ ਕਹਿ ਦੇਣਾ, ਉਹਨੂੰ ਆਖੇ ਉਹਨੇ ਮੈਨੂੰ ਲੱਭਾ ਖੇਤ, ਉਹ ਟੱਕ 'ਚ ਹੈ ਹੀ ਨਹੀਂ ਗਾ ਉੱਥੇ, ਨਾ ਦਾਤੀ ਨਾ ਪੰਨੀ, ਪਤਾ ਨਹੀਂ ਕਿੱਥੇ ਆਓ ਹੈ। ਤੇ ਉਹਨੇ ਹਨਾ ਵੀ ਕਹਿਣਾ ਵੀ ਮੈਨੂੰ ਦੱਸ ਦੇ, ਜਦੋਂ ਮਾਮਾ ਮੁੜ ਗਿਆ ਫਿਰ ਮੈਂ ਆ ਜਾਊਂ। ਨਾਲ ਹੀ ਮਾਮੇ ਨੇ ਵੀ ਕਹਿਣਾ ਉਹਦਾ ਕੀ ਪਤਾ, ਲੱਥ ਬੰਦਾ ਹੀ ਕਈ ਵਾਰੀ ਸਵੇਰ ਦਾ ਗਿਆ ਤਕਾਲਾ ਨੂੰ ਮੁੜਦਾ, ਕਿਤੇ ਮੁੜਦਾ ਹੀ ਨਹੀਂ, ਉਹਨੇ ਕਿਹੜਾ ਦੱਸ ਕੇ ਜਾਣਾ ਹੁੰਦਾ। ਅਥਰਾ ਸੁਭਾਅ ਆ। ਮਤਲਬ ਜੇ ਤੇ ਇਦਾਂ ਹੋਵੇ ਤੇ ਫਿਰ ਤੇ ਠੀਕ ਹੈ। ਪਰ ਦੇਖੋ WhatsApp ਇਦਾਂ ਹੋਣਾ ਨਹੀਂ, ਇਹ ਜ਼ਿੰਦਗੀ ਤੇ ਹੋਗੀ ਤੁਹਾਡੀ ਮੇਰੀ ਆਮ ਬੰਦੇ ਦੀ ਜੀ। ਅਗਲਿਆਂ ਦੀ ਹਾਈ ਕਮਾਂਡ ਵੀ ਹੈਗੀ ਆ, ਹਾਈ ਕਮਾਂਡ ਦੇ ਹੁਕਮ ਵੀ ਹੈਗੇ ਆ, ਤੇ ਚੜ੍ਹਨ ਨੂੰ ਵੰਨ-ਸੁਵੰਨੇ ਜਹਾਜ਼ ਵੀ ਹੈਗੇ। ਇਸ ਕਰਕੇ ਉਹ ਭਾਵੇਂ ਇੱਕ ਤੇ ਕਹਿੰਦੇ ਨਾ ਵੀ ਸਵੇਰੇ ਗਏ ਸ਼ਾਮੀ ਸੱਦ ਲਏ, ਸ਼ਾਮੀ ਆਏ ਸਵੇਰੇ ਸੱਦ ਲਏ। ਇੱਕ ਹੁੰਦਾ ਵੀ ਭੌਂਦੇ ਪੈਰੀ ਸੱਦ ਲਿਆ ਵੀ ਉਤਰਿਓ ਨਾ ਹੋਈ, ਬੈਠੇ ਮੋੜ ਆਇਓ ਜੀ। ਹੁਣ ਉਹ ਹਾਲ ਚਰਨੀ ਰੋਂਦਾ ਕੀਤਾ ਪਿਆ ਅਗਲਿਆਂ। ਦੇਖੋ, ਗੱਲ ਇਹ ਹੈ ਕਿ ਹਾਈ ਕਮਾਂਡ ਤਾਂ ਪਹਿਲਾਂ ਵੀ ਹੁੰਦੀ ਸੀ, ਪਰ ਇੰਨਾ ਕੰਮ ਨਹੀਂ ਸੀ ਫਸਦਾ। ਹੁਣ ਚਰਨਜੀਤ ਸਿੰਘ ਚੰਨੀ ਹੋਰੀ ਖੁਦ ਮੁੱਖ ਮੰਤਰੀ, 2 ਬੰਦੇ ਨਾਲ ਉਪ ਮੁੱਖ ਮੰਤਰੀ, ਕੁੱਲ 18 ਬਣਦੇ ਆ, 3 ਬਣ ਗਏ, 15 ਰਹਿੰਦੇ ਆ। 15 ਬੰਦੇ ਮੰਤਰੀ ਕਿਹੜੇ ਬਣਾਉਣੇ ਆ, ਇਹ ਸਭ ਤੋਂ ਵੱਡਾ ਰੌਲਾ। ਕਿ ਜਿਹੜੇ 15 ਬੰਦੇ ਹੁਣ ਮੰਤਰੀ ਬਣ ਗਏ ਉਹਨਾਂ ਦੇ ਉੱਤੇ ਨਿਰਭਰ ਕਰਦਾ, ਡਿਪੈਂਡ ਕਰਦਾ ਕਿ ਸਰਕਾਰ ਕਿੱਦਾਂ ਚੱਲਣੀ ਆ। ਸੁੱਖ ਨਾਲ 83 ਬੰਦਿਆਂ ਚੋਂ 3 ਆਪਾਂ ਕੱਢ ਲਏ ਨੇ ਜਿਹੜੇ ਆਮ ਆਦਮੀ ਪਾਰਟੀ 'ਚ, 4 ਹੀ ਕੱਢ ਲਓ, 79 ਨੇ। 79 ਦੇ ਵਿੱਚੋਂ 18 ਬੰਦੇ ਜਦੋਂ ਕੱਢਣੇ ਹੋਣ ਤਾਂ ਇਹਦਾ ਮਤਲਬ ਕੀ ਆ ਕਿ 61 ਹੋਰ ਬਣਦੇ ਆ ਤਕਰੀਬਨ ਪੂਰੇ। ਹੁਣ 61 ਬੰਦੇ ਜਿਹੜੇ ਆ ਉਹ ਬਾਕੀ ਬਚਣੇ ਆ। ਉਹ 61 ਕਿਹੜੇ ਹੋਣਗੇ, ਕਿਉਂਕਿ ਮੰਤਰੀ ਬਣਨ ਤਾਂ ਸਾਰੇ ਕਾਲੇ ਨੇ। ਕੋਈ ਬੰਦਾ ਇਸ ਕਰਕੇ ਕਹਿੰਦਾ ਕਿ ਭਾਈ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਮੈਂ ਮੰਤਰੀ ਜ਼ਰੂਰ ਹਾਂ, ਮੈਂ ਸੀਨੀਅਰ ਬਹੁਤ ਹਾਂ। ਕਿਸੇ ਐਮਐਲਏ ਨੂੰ ਇਹ ਲੱਗਦਾ ਕਿ ਭਾਈ ਮੈਂ ਜੋਸ਼ 'ਚ ਹਾਂ, ਮੈਂ ਨਵਾਂ, ਮੈਂ ਪੜ੍ਹਿਆ ਲਿਖਿਆ, ਪੁਰਾਣੇ ਬਣਾ ਕੇ ਦੇਖ ਲਿਆ, ਇਲੈਕਸ਼ਨ ਨੇੜੇ ਹੈ, ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਵਿੱਚ ਐਡਾ ਵੱਡਾ ਤਜਰਬਾ ਕਰ ਲਿਆ, ਨਵੇਂ ਬੰਦੇ ਮੰਤਰੀ ਬਣਾਏ ਆ, ਆਪਾਂ ਕਿਉਂ ਨਹੀਂ ਬਣਾਉਂਦੇ? ਸਾਨੂੰ ਮੌਕਾ ਦਿਓ, ਪੁਰਾਣਿਆਂ ਨੂੰ ਫਿਰ ਦੇ ਦਿਓ। ਜੇ 6 ਮਹੀਨਿਆਂ 'ਚ ਕੰਮ ਨਾ ਕਰ ਸਕੇ ਫੇਰ ਸਹੀ। ਕਿਸੇ ਕਾਂਗਰਸੀ ਵਿਧਾਇਕ ਨੂੰ ਇਹ ਲੱਗਦਾ ਲੈ ਮੇਰੀ ਤਾਂ ਸਿਟੀ ਹਾਈ ਕਮਾਂਡ ਨਾਲ ਰਲੀ ਆ, ਮੈਂ ਮੰਤਰੀ ਪੱਕਾ। ਕਿਸੇ ਨੂੰ ਐਂ ਲੱਗਦਾ ਕਿ ਸਾਰੇ ਕੈਪਟਨ ਧੜੇ ਨੂੰ ਇਗਨੋਰ ਥੋੜੀ ਕਰਨ ਲੱਗੇ ਆ, ਕੈਪਟਨ ਧੜੇ ਦੇ ਵਿੱਚੋਂ 4 ਬੰਦੇ ਜੇ ਗੰਢਣੇ ਆ ਤਾਂ ਉਹਨਾਂ ਚੋਂ ਪਹਿਲਾਂ ਮੈਂ। ਕਿਸੇ ਨੂੰ ਐਂ ਲੱਗਦਾ ਕਿ ਭਾਈ ਮੈਂ ਨਵਜੋਤ ਸਿੰਘ ਸਿੱਧੂ ਦਾ ਸਾਥ, ਚਰਨਜੀਤ ਸਿੰਘ ਚੰਨੀ ਦਾ ਸਾਥ ਪਹਿਲੇ ਦਿਨ ਤੋਂ ਹੀ ਦਿੱਤਾ, ਮੰਤਰੀ ਮੈਂ। ਉਹ 15 ਬੰਦੇ ਕਿਹੜੇ ਹੋਣ ਉਹ ਲੱਭਦਿਆਂ ਹਫਤਾ ਹੋ ਗਿਆ, ਕਦੇ ਦਿੱਲੀ ਤੇ ਕਦੇ ਚੰਡੀਗੜ੍ਹ ਤੇ ਕਦੇ ਅੰਮ੍ਰਿਤਸਰ, ਕਦੇ ਹੈਲੀਕਾਪਟਰ, ਕਦੇ ਗੱਡੀ ਤੇ ਕਦੇ ਜਹਾਜ਼। ਪਰ ਅਜੇ ਤੱਕ ਉਹ 15 ਬੰਦਿਆਂ ਦੀ ਗਿਣਤੀ ਪੂਰੀ ਨਹੀਂ ਹੋ ਰਹੀ ਕਿ ਕਿਤੇ ਪਾਰਟੀ 'ਚ ਫੁੱਟ ਨਾ ਪੈ ਜਾਵੇ। ਪਰ ਇਹਦੇ 'ਚ ਵੇਖੋ WhatsApp ਜਿਹੜੇ ਬੰਦੇ ਤੇ ਆ ਕੈਪਟਨ ਸਾਹਿਬ ਵਾਲੇ ਖੇਮੇ 'ਚ, ਉਹਨਾਂ ਨੂੰ ਤੇ ਫਰਕ ਕੋਈ ਨਹੀਂ ਪੈਂਦਾ, ਨਾ ਉਹਨਾਂ ਕੁਰਬਾਨੀ ਦੇਣੀ ਆ ਤੇ ਨਾ ਉਹਨਾਂ ਨੂੰ ਕੋਈ ਬਹੁਤੀ ਟੈਨਸ਼ਨ ਨਹੀਂ। ਕਿਉਂਕਿ ਕਾਰਨ ਹੈ ਵੀ ਜੇ ਉਧਰ ਹਾਈ ਕਮਾਂਡ ਨੇ ਨਾਂ ਲੈ ਤਾ ਜੀ ਫਿਰ ਮੰਤਰੀ, ਜੇ ਨਾ ਉਧਰੋਂ ਨਾਂ ਲਿਆ ਗਿਆ ਫਿਰ ਸਿੱਧੇ ਕੈਪਟਨ ਸਾਹਿਬ ਕੋ ਫਾਰਮ ਤੇ ਵੀ ਦੇਖੋ ਕੈਪਟਨ ਸਾਹਿਬ ਇਗਨੋਰ ਕੀਤਾ ਮਹਾਰਾਜ ਆਪਾਂ ਨੂੰ। ਹੁਣ ਦੇਖੋ ਅਸੀਂ ਤਾਂ ਅੱਗੇ ਕਹਿਣ ਡਏ ਵੀ ਹਾਈ ਕਮਾਂਡ ਬਿਲਕੁਲ ਹੀ ਇਸ ਗੱਲ ਤੇ ਆ ਗਈ। ਹੁਣ ਦੇਖੋ ਤੁਹਾਡੇ ਨਾਲ ਹੋ ਗਈ, ਸਾਨੂੰ ਆਸ ਸੀ ਵੀ ਸ਼ਾਇਦ ਹੁਣ ਕੁਛ ਮੌਕਾ ਸਾਂਭ ਲੈਣਗੇ, ਪਰ ਆਹ ਜਿਹੜੀ ਉਹਨਾਂ ਕੀਤੀ ਹੈ ਕੈਪਟਨ ਸਾਹਿਬ, ਹੁਣ ਦੇਖੋ ਤੁਹਾਡੇ ਮੂੰਹ ਨੂੰ ਐ ਤੇ ਚੁੱਪ ਰਿਹਾ, ਉੱਥੇ ਮੈਂ ਆ ਗਿਆ ਜੀ।
ਹੁਣ ਤੁਸੀਂ ਅੱਗੇ ਹੁਕਮ ਕਰਨਾ ਕਿੱਦਾਂ ਕਰਨੀ, ਇਹ ਤੇ ਹੋਣਾ ਇੱਧਰ। ਰਹੀ ਗੱਲ ਨੂੰ ਲੱਗਦਾ ਸਿੱਧੂ ਸਾਹਿਬ ਵਾਲੇ ਖੇਮੇ ਦੀ, ਉੱਧਰ ਹੋ ਸਕਦਾ ਵੀ ਜਿਹੜੇ ਬੰਦੇ ਬਹੁਤੇ ਨੇੜੇ ਹੋਣ ਉਹ ਕੁਰਸੀ ਤੋਂ ਦੂਰ ਹੋ ਸਕਦੇ ਆ। ਆਹ ਕਿਉਂਕਿ ਕਾਰਨ ਆ ਨਾ, ਜਦੋਂ ਬੰਦੇ ਸੈੱਟ ਕਰਨੇ ਆ ਤੇ ਫਿਰ ਬੰਦੇ ਨੂੰ ਹੁੰਦਾ ਵੀ ਯਾਰ ਹੁਣ ਪੌਣੇ 'ਚ ਵੇਖਿਆ ਰੋਟੀਆਂ 2 ਆ ਤੇ ਖਾਣ ਵਾਲੇ 4 ਆ, ਕਿੱਦਾਂ ਕਰੀਏ। ਜਿਹੜਾ ਕੋਈ ਬਹੁਤਾ ਨੇੜੇ ਵਾਲਾ ਹੁੰਦਾ ਉਹਨੂੰ ਹੌਲੀ ਜਿਹੀ ਐਂ ਕਰਕੇ ਪੌਣਾ ਖਾਣੇ, ਯਾਰ 2 ਹੀ ਆਣ, ਤੂੰ ਇੱਦਾਂ ਕਰ, ਥੋੜ੍ਹਾ ਕਰ ਲਾ ਕੰਮ, ਥਾਲ ਚੱਕ ਕੇ ਪਰੇ ਹੋ ਜਾ, ਹੈ ਨਾ, ਤੂੰ ਆ ਮੈਨੂੰ ਨਹੀਂ ਭੁੱਖ ਲੱਗੀ, ਹੈ ਨਾ। ਹੁਣ ਉਹ ਜਿਹੜੇ ਬਹੁਤੇ ਨੇੜੇ ਸੀ ਵਿਚਾਰੇ, ਉਹਨਾਂ ਦਾ ਸ਼ਾਇਦ ਮੰਤਰੀ ਪਦ ਇਸੇ ਕਰਕੇ ਖੁੱਸ ਜਵੇ ਵੀ ਯਾਰ ਸੀਟਾਂ 15 ਨੇ, ਰੋਟੀਆਂ 15 ਨੇ, ਬੰਦੇ ਬਾਹਰ 20-22 ਤੁਰੇ ਫਿਰਦੇ ਆ। ਉਹਨਾਂ 'ਚੋਂ ਹੁਣ ਆਪਣਿਆਂ ਨੂੰ ਹੋ ਸਕਦਾ ਕਿ ਮਤਲਬ ਸਿੱਧੂ ਸਾਹਿਬ ਕਹਿਣ ਚੱਲ ਕੋਈ ਨਹੀਂ, ਆਪਾਂ ਯਾਰ 4 ਕੁ ਮਹੀਨੇ ਤੂੰ ਰਹਿਣ ਦੇ, ਗਾਂ ਸਰਕਾਰ ਬਣ ਜਾਣੀ ਫਿਰ ਕਰ ਲਾਂਗੇ, ਵੀ ਮੈਂ ਵੀ ਤਾਂ ਰਹਿ ਹੀ ਗਿਆ, ਮੈਂ ਕਿਹੜਾ ਬਣ ਰਿਹਾ ਵੀ ਆਪਾਂ ਭਾ ਦੋਨੇ ਇਕੱਠੇ 6 ਮਹੀਨਿਆਂ ਬਾਅਦ ਆਪਾਂ 13 ਨੰਬਰ ਲਾ ਦੇਣਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਹੈਗੀ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਦੇ ਵੀ ਇੰਨਾ ਸਮਾਂ ਨਹੀਂ ਸੀ ਲਾਉਂਦੀ। ਤੁਹਾਨੂੰ ਗੋਆ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਪਤਾ, ਸਭ ਤੋਂ ਵੱਡੀ ਪਾਰਟੀ ਕਾਂਗਰਸ ਸੀ, ਸਭ ਤੋਂ ਵੱਧ ਵਿਧਾਇਕ ਇਹਨਾਂ ਦੇ। ਉੱਥੇ ਜਾ ਕੇ ਮੁੱਖ ਮੰਤਰੀ ਬਣਾਉਂਦੇ ਆ, ਦੂਜਿਆਂ ਨਾਲ ਗੱਠਜੋੜ ਕਰਦੇ ਆ, ਲੇਟ ਹੋ ਗਏ, 2 ਦਿਨ ਲੇਟ ਅਬਜ਼ਰਵਰ ਪਹੁੰਚੇ ਤੇ ਉੱਥੇ ਭਾਰਤੀ ਜਨਤਾ ਪਾਰਟੀ ਨੇ ਬਾਕੀ ਪਾਰਟੀਆਂ ਰਲ ਕੇ ਸਰਕਾਰ ਬਣਾ ਲਈ। ਤੇ ਉਹ ਤਜਰਬਾ ਜਿਹੜਾ ਇਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਸੁਧਰ ਜਾਈਏ, ਮੱਧ ਪ੍ਰਦੇਸ਼ 'ਚ ਸਰਕਾਰ ਗਵਾ ਲਈ, ਰਾਜਸਥਾਨ 'ਚ ਗਵਾਚਦੀ ਰਹੀ। ਇਸ ਕਰਕੇ ਹੁਣ ਪਿੱਛੇ ਪ੍ਰਸ਼ਾਂਤ ਕਿਸ਼ੋਰ ਹੈ, ਸਾਹਮਣੇ 3 ਬੰਦੇ ਨੇ, ਬੀਬੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ। ਪ੍ਰਸ਼ਾਂਤ ਕਿਸ਼ੋਰ ਸਲਾਹ ਦੇ ਦਿੰਦੇ ਆ ਤੇ ਉਹ ਮੁਸਤੈਦ ਹੋ ਕੇ ਕੰਮ ਕਰੀ ਜਾਂਦੇ ਆ, ਤੇ ਅਬਜ਼ਰਵਰ ਜਿਹੜੇ ਪਹਿਲਾਂ 2 ਦਿਨ ਲੇਟ ਪਹੁੰਚਦੇ ਸੀ ਹੁਣ 2 ਦਿਨ ਪਹਿਲਾਂ ਪਹੁੰਚ ਜਾਂਦੇ ਆ ਕਿ ਭਾਈ ਆਪਾਂ ਕੋਈ ਕਮਜ਼ੋਰ ਧਿਰ ਖਾਨਾ ਛੱਡਣਾ ਹੀ ਨਹੀਂ। ਸੰਧਾਲੀਆ ਸਾਹਿਬ ਹੋਇਆ ਕੀ ਹੈ, ਹੁਣ ਬਣਾਉਣ ਨੂੰ ਤਾਂ ਮੰਤਰੀ ਮੰਡਲ ਦੂਜੇ ਦਿਨ ਬਣ ਜਾਣਾ ਸੀ, ਪਰ ਜਿਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਦੇ ਉੱਤੇ ਨਿਸ਼ਾਨੇ ਲਾਏ ਆ, ਉਹ ਹੁਣ ਉਹਨਾਂ ਨੂੰ ਬਿਲਕੁਲ ਪਤਲੇ ਕਰਕੇ ਛੱਡਣਾ ਚਾਹੁੰਦੇ ਆ, ਪੇਤਲੇ ਕਰਕੇ ਛੱਡਣਾ ਚਾਹੁੰਦੇ ਆ, ਹਲਕੇ ਕਰਕੇ, ਕਿ ਜੇ ਅਸੀਂ ਮੰਤਰੀ ਮੰਡਲ ਦੇ ਵਿੱਚ ਸਮਝਦਾਰੀ ਤੋਂ ਕੰਮ ਨਾ ਲਿਆ, 10 12 15 ਬੰਦੇ ਵੀ ਟੁੱਟ ਕੇ ਕਾਂਗਰਸ ਪਾਰਟੀ ਦੇ ਕੈਪਟਨ ਸਾਹਿਬ ਵੱਲ ਚਲੇ ਗਏ, ਤਾਂ ਲੋਕਾਂ ਦੇ ਵਿੱਚ ਖਬਰਾਂ ਇਹ ਛਪਣੀਆਂ ਕਿ ਕਾਂਗਰਸ 'ਚ ਬਗਾਵਤ ਹੋ ਗਈ। ਖਬਰਾਂ ਇਹ ਜਾਣੀਆਂ ਕਿ ਹਾਈ ਕਮਾਂਡ ਚੰਗੇ ਤਰੀਕੇ ਸਾਰਾ ਕੁਝ ਸਾਂਭ ਨਹੀਂ ਸਕੀ। ਹੁਣ 2-3 ਚੀਜ਼ਾਂ ਬੜੀਆਂ ਇੰਪੋਰਟੈਂਟ ਨੇ, ਕਿਉਂਕਿ ਸਿੱਧੂ ਸਾਹਿਬ ਦੇ ਧੜੇ ਵੱਲੋਂ ਇਹ ਸੁਨੇਹਾ ਗਿਆ ਸੀ ਕਿ ਕੈਪਟਨ ਸਾਹਿਬ ਦੇ ਧੜੇ ਦੇ 5-6 ਬੰਦੇ ਛਾਂਗ ਦਈਏ, ਉਹਨਾਂ ਨੂੰ ਮੰਤਰੀ ਮੰਡਲ 'ਚ ਨਾ ਲਈਏ। ਪਰ ਹਾਈ ਕਮਾਂਡ ਪਲੱਸ ਮਾਈਨਸ ਦੇਖ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਹਮਲਾਵਰ ਸ਼ੈਲੀ ਦੇਖ ਰਹੀ ਹੈ। ਉਹਨਾਂ ਨੇ ਇੱਥੋਂ ਤੱਕ ਤਾਂ ਪਤਾ ਲੱਗਾ ਕਿ ਸਹਿਮਤੀ ਦੇਤੀ ਹੈ ਕਿ 3 ਕੁ ਛਾਂਗ ਲਓ, 3 ਕੁ ਰੱਖ ਲਓ, ਜਿਹੜੇ ਰੱਖੇ ਆ ਉਹ ਤਾਂ ਨਹੀਂ ਫਿਰ ਜਾਣ ਲੱਗੇ, ਤੇ ਜਿਹੜੇ ਛਾਂਗ ਦਿੱਤੇ ਜੋ ਦੇਖਣਗੇ ਕਿ ਅਸੀਂ ਥੋੜੇ ਉਹ ਵੀ ਮੁੜੇ ਆਉਣਗੇ। ਦੂਸਰਾ, ਇਹਦੇ ਨਾਲ ਇੱਕ ਬੰਦਾ ਜਿਹਦਾ ਨਾਮ ਸੁਨੀਲ ਜਾਖੜ ਹੈ, ਉਹ ਗੁੱਸੇ ਸੀ, ਆਪਾਂ ਸਾਰਿਆਂ ਨੂੰ ਪਤਾ ਹੈ। ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਨਾਂ ਸਭ ਤੋਂ ਅੱਗੇ ਸੀ, ਢੋਲ ਵੱਜ ਗਏ, ਲੱਡੂ ਉਹਨਾਂ ਦੇ ਸਮਰਥਕਾਂ ਨੇ ਵੰਡ ਦਿੱਤੇ, ਕਹਿੰਦੇ ਸੀ ਕਿ 40 MLA ਕਹਿੰਦੇ ਸੀ ਜਾਖੜ ਸਾਹਿਬ ਨੂੰ ਬਣਾ ਦਿਓ। ਉਹਦੇ ਤੋਂ ਬਾਅਦ ਬੀਬੀ ਅੰਬਿਕਾ ਸੋਨੀ ਦਾ ਬਿਆਨ, ਫਿਰ ਰਾਵਤ ਸਾਹਿਬ ਦਾ ਬਿਆਨ, ਜਾਖੜ ਸਾਹਿਬ ਦੀ ਕੁਰਸੀ ਚੰਨੀ ਸਾਹਿਬ ਦੇ ਕੋਲੇ ਚਲੀ ਗਈ, ਰੰਧਾਵਾ ਸਾਹਿਬ ਤੋਂ ਹੁੰਦਿਆਂ ਹੁਣ ਜਾਖੜ ਸਾਹਿਬ ਗੁੱਸੇ ਸੀ, ਸਾਰਿਆਂ ਨੂੰ ਪਤਾ। ਤੇ ਗਾਂਧੀ ਪਰਿਵਾਰ ਕੈਪਟਨ ਸਾਹਿਬ ਨੂੰ ਮਨਾਉਣ ਤਾਂ ਨਹੀਂ ਆਇਆ, ਜਾਖੜ ਸਾਹਿਬ ਨੂੰ ਨਾਲ ਦਿੱਲੀ ਲੈ ਗਿਆ, ਤੇ ਜਾਖੜ ਸਾਹਿਬ ਅਜੇ ਵੀ ਦਿੱਲੀ ਹੈ। ਉਹਨਾਂ ਨੇ ਇੱਕ ਟਵੀਟ ਕੀਤਾ, ਤੇ ਟਵੀਟ ਲਿਖ ਕੇ ਨਹੀਂ ਕੀਤਾ, ਟਵੀਟ ਇੱਕ ਸਫਾ ਕੀਤਾ, ਤੇ ਉਹ ਸਫੇ ਤੇ ਉਹਨਾਂ ਨੇ ਲਿਖਿਆ, ਜੇ ਤੋਂ ਪਤਾ ਲੱਗਦਾ ਕਿ ਹਾਈ ਕਮਾਂਡ ਨੇ ਮਨਾ ਲਿਆ। ਉਹਦੇ ਵਿੱਚ ਉਹਨਾਂ ਨੇ ਲਿਖਿਆ, ਦੇਖੋ ਜੀ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਬਹੁਤ ਜ਼ਿਆਦਾ ਹੌਸਲੇ ਵਾਲਾ ਕੰਮ ਜਿਹੜਾ ਰਾਹੁਲ ਗਾਂਧੀ ਨੇ ਕੀਤਾ, ਨਵੀਆਂ ਪਿਰਤਾਂ ਜਿਹੜੀਆਂ ਪਾ ਦਿੱਤੀਆਂ, ਇਸ ਕਰਕੇ ਪੰਜਾਬ ਸਰਕਾਰ ਦਾ ਜਿਹੜਾ ਚੰਗਾ ਫੈਸਲਾ ਹਾਈ ਕਮਾਂਡ ਦਾ, ਤੇ ਮੈਂ ਉਹਨਾਂ ਦੇ ਨਾਲ ਖਲੋਤਾ। ਇਹਦਾ ਮਤਲਬ ਕਿ ਇੱਕ ਵਿਕਟ ਜਿਹੜੀ ਇੱਧਰ ਨੂੰ ਡਿੱਗਦੀ ਸੀ ਉਹ ਤਾਂ ਹਾਈ ਕਮਾਂਡ ਨੇ ਸਾਂਭ ਕੇ ਇੱਧਰ ਨੂੰ ਸਿੱਟ ਲਈ ਹੈ। ਪਰ ਉਹਦੇ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਸਮਰਥਕਾਂ ਦੀਆਂ 2-3 ਸ਼ਰਤਾਂ ਹੋਰ ਨੇ। ਇੱਕ ਤਾਂ ਉਹਨਾਂ ਨੂੰ ਇਹ ਲੱਗਦਾ ਕਿ 2 ਉਪ ਮੁੱਖ ਮੰਤਰੀ ਮਾਝੇ ਤੋਂ ਬਣ ਗਏ, 117 ਦੇ ਵਿੱਚੋਂ ਮਾਝੇ ਦੀਆਂ ਸਿਰਫ 25 ਸੀਟਾਂ ਨੇ, ਬਾਕੀ ਜਿਹੜੀਆਂ ਸੀਟਾਂ ਬਣਦੀਆਂ ਉਧਰਲੇ ਪਾਸੇ ਮਾਲਵੇ ਨੂੰ, ਤਾਂ ਚਲੋ ਵੱਖਰੀ ਗੱਲ ਹੈ ਕਿ ਮੁੱਖ ਮੰਤਰੀ ਮਿਲ ਗਿਆ, ਦੁਆਬੇ ਨੂੰ ਅਜੇ ਕੁਝ ਵੀ ਨਹੀਂ ਮਿਲਿਆ। ਮਾਲਵੇ ਤੇ ਦੁਆਬੇ ਦਾ ਮਾਝੇ ਦੇ ਨਾਲ ਬੈਲੈਂਸ ਮੰਤਰੀ ਮੰਡਲ ਦੇ ਵਿੱਚ ਕਿੱਦਾਂ ਕਾਇਮ ਰੱਖਣਾ, ਇੱਕ ਚਰਚਾ ਇਹ ਚੱਲੀ ਜਾਂਦੀ ਹੈ। ਦੂਸਰਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੇਚ ਫਸਿਆ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੇ ਸਮੇਂ ਦੇ ਵਿੱਚ ਬਾਦਲ ਪਰਿਵਾਰ ਨੂੰ ਟੱਕਰ ਦਿੱਤੀ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ, ਕਿਉਂਕਿ ਉਹ ਐਨ ਗਿੱਦੜਬਾਹਾ ਤੋਂ ਲੜਦੇ ਆ ਤੇ ਨੇੜੇ ਹੀ ਲੰਬੀ ਪੈਂਦਾ। ਗਿੱਦੜਬਾਹਾ ਤੋਂ ਪਹਿਲਾਂ ਬਾਦਲ ਪਰਿਵਾਰ ਚੋਣ ਲੜਦਾ ਰਿਹਾ, ਐਤਕੀ ਵੀ ਚਰਚਾ ਚੱਲਦੀ ਸੀ ਕਿ ਵੱਡੇ ਬਾਦਲ ਕਿਤੇ ਗਿੱਦੜਬਾਹਾ ਤੋਂ ਨਾ ਲੜ ਜਾਣ। ਉਸ ਤੋਂ ਬਾਅਦ ਉਹ ਕੰਮ ਸਮਾਪਤ ਹੋ ਗਿਆ ਸੀ। ਫਿਰ ਜਦੋਂ ਲੋਕ ਸਭਾ ਦੀ ਚੋਣ ਹੋਈ ਤਾਂ ਬਠਿੰਡਿਓਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਰਾਜਾ ਵੜਿੰਗ ਲੜੇ, 20-22 ਹਜ਼ਾਰ ਵੋਟਾਂ ਦਾ ਹੀ ਫਰਕ ਸੀ। ਤੇ ਜਦੋਂ ਫਿਰ ਵਿਰੋਧ ਦੇ ਵਿੱਚ ਚੋਣਾਂ ਲੜਦੀਆਂ ਤਾਂ ਤਲਕ ਕਲਾਮੀ ਹੁੰਦੀ ਹੈ। ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਆਏ ਸੀ ਰਾਜਾ ਵੜਿੰਗ ਦੇ ਗਿੱਦੜਬਾਹਾ ਹਲਕੇ 'ਚ, ਪੰਗਾ ਉਦੋਂ ਵੀ ਪਿਆ ਸੀ। ਦੋਨਾਂ ਲੀਡਰਾਂ ਨੇ ਇੱਕ ਦੂਜੇ ਦੇ ਖਿਲਾਫ ਰੱਜ ਕੇ ਭੜਾਸ ਕੱਢੀ ਸੀ।
ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਧੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦੇਣਾ ਚਾਹੁੰਦਾ ਹੈ ਤਾਂ ਜੋ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਉਸ ਇਲਾਕੇ 'ਚ ਜਿੱਥੇ ਬਾਦਲ ਪਰਿਵਾਰ ਦਾ ਗਲਬਾ ਹੈ ਉੱਥੇ ਇੱਕ ਤੇਜ਼ ਤਰਾਰ ਨੌਜਵਾਨ ਆਗੂ ਜਿਹੜਾ ਕੈਬਨਿਟ ਮੰਤਰੀ ਦਾ ਅਹੁਦਾ ਦੇ ਕੇ ਖੜਾ ਕਰਾਂਗੇ ਤਾਂ ਪਹਿਲਾਂ ਉਹ ਬੰਦਾ ਕੱਲਾ ਗਿੱਦੜਬਾਹਾ ਵਿਧਾਨ ਸਭਾ ਹਲਕੇ 'ਚ ਸੀ, ਮੁੜ ਕੇ ਸਾਰੇ ਜ਼ਿਲ੍ਹੇ ਤੇ ਸਾਰੇ ਇਲਾਕੇ ਦੇ ਵਿੱਚ ਸਰਗਰਮੀ ਕਰਕੇ ਟੱਕਰ ਦਊ। ਪਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਨਾਲ ਜਿਸ ਤਰੀਕੇ ਦਾ ਪਿਛਲੇ ਸਮੇਂ 'ਚ ਰੌਲਾ ਰੱਪਾ ਤੇ ਮਨਪ੍ਰੀਤ ਸਿੰਘ ਬਾਦਲ ਦੀ ਹਾਈ ਕਮਾਂਡ 'ਚ ਕਿੰਨੀ ਹੈ ਗੁੰਝਲ, ਉੱਥੇ ਵੀ ਕਹਿੰਦੇ ਫਸੀ ਹੋਆ। ਇਹਨੇ ਗੁੰਝਲ ਤੇ ਪੂਰੀ ਆ, ਇਸੇ ਕਰਕੇ ਤੇ ਰੌਲਾ, ਇਸੇ ਕਰਕੇ ਤੇ ਚੰਨੀ ਸਾਹਿਬ ਕਹਿੰਦੇ ਹੋਣੇ ਵੀ ਯਾਰ ਮੇਰੀ PhD ਕਰਨ ਵਾਲੀ ਪਈ ਹੈ ਯਾਰ, ਉਹ ਮੇਰੇ ਮਾਸਟਰ ਜੀ ਡੀਕਦੇ ਮੈਨੂੰ ਜਾ ਲੈਣ ਦਿਓ। ਨਹੀਂ ਬਹੁਤ 10 ਮਿੰਟ ਤੇ ਦਿਓ, ਹੋਰ ਆਪਾਂ ਹੁਣੇ ਫੈਸਲਾ ਕਰ ਦੇਣਾ। ਆਹ ਲਓ ਨਵੀਂ ਲਿਸਟ ਆ ਗਈ, ਜਦੋਂ ਨਾ ਪੜ੍ਹਦੇ ਹੋਣਗੇ ਫਲਾਨਾ ਜੀ ਫਲਾਨਾ ਜੀ ਫਲਾਨਾ, ਯਾਰ ਆਹ 2 ਨਾਵਾਂ ਤੇ ਫੇਰ ਰੌਲਾ, ਹੁਣ ਫਿਰ ਕੀ ਕਰੀਏ? ਚਲੋ ਕੋਈ ਗੱਲ ਨਹੀਂ, ਫੇਰ ਵਿਚਾਰਦੇ, ਤੁਸੀਂ ਚਾਹ ਪੀਓ, ਆਪਾਂ ਹੁਣੇ ਵਿਚਾਰਦੇ। ਇਹਦੇ ਜਿਹੜੀ ਤੁਸੀਂ ਜਾਖੜ ਸਾਹਿਬ ਵਾਲੀ ਗੱਲ ਕੀਤੀ, ਦੇਖੋ ਰੌਲਾ ਰੱਪਾ ਤੇ ਇਹ ਵੀ ਪੈਂਦਾ ਵੀ ਸੁਨੀਲ ਜਾਖੜ ਸਾਹਿਬ ਨੂੰ ਉਪ ਮੁੱਖ ਮੰਤਰੀ ਦਾ ਉਹਦਾ ਵੀ ਆਫਰ ਹੋਇਆ ਵੀ ਬਣ ਜਾਓ ਜੀ, ਛੱਡੋ ਖੜਾ, ਕਿਹੜੇ ਚੱਕਰ 'ਚ ਪਏ। ਹੁਣ ਰਾਹੁਲ ਗਾਂਧੀ ਸਾਹਿਬ ਨੇ ਜੀ ਉਪ ਮੁੱਖ ਮੰਤਰੀ ਦਾ ਉਹਦਾ ਉਹਨਾਂ ਨੂੰ ਦਿੱਤਾ ਜਾਂ ਦੇਣਾ ਚਾਹਿਆ, ਉੱਤੇ ਹੁਣ ਜਾਖੜ ਸਾਹਿਬ ਨੇ ਮਨਾ ਕਰਤਾ, ਕਹਿੰਦੇ ਵੀ ਮੈਨੂੰ ਉਹਦਾ ਕੋਈ ਨਹੀਂ ਚਾਹੀਦਾ, ਮੈਂ ਕਾਂਗਰਸ ਦੇ ਨਾਲ ਹਾਂ। ਮੈਨੂੰ ਲੱਗਦਾ ਹੈ ਵੀ ਇਹ ਜਿਹੜੀ ਸਟੇਟਮੈਂਟ ਜਾਖੜ ਸਾਹਿਬ ਨੇ ਦਿੱਤੀ ਹੈ, ਹੋ ਸਕਦਾ ਵੀ ਜਿਹੜਾ ਉੱਥੇ ਇਲਾਜ ਨਹੀਂ ਨਾ ਹੋ ਰਿਹਾ, ਉਹ ਕਹਿੰਦਾ ਵੀ ਆਹ ਫਲਾਨੀ ਦਵਾਈ ਵੀ ਦੇ ਕੇ ਦੇਖੀ ਆ, ਉਹਦੇ ਨਾਲ ਬੁਖਾਰ ਨਹੀਂ ਹਟਦਾ, ਫਲਾਨਾ ਪੱਟੀਆਂ ਵੀ ਰੱਖੀਆਂ ਗਿੱਲੀਆਂ, ਉਹਦੇ ਨਾਲ ਬੁਖਾਰ ਨਹੀਂ ਹਟਦਾ, ਇਹ ਜਾਖੜ ਸਾਹਿਬ ਦੀ ਜੇਬ ਚੋਂ ਜੜੀ ਬੂਟੀ ਕੱਢੀ ਜਾ ਸਕਦੀ। ਕਿਉਂਕਿ ਹੋ ਸਕਦਾ ਵੀ ਜਾਖੜ ਸਾਹਿਬ ਪਹਿਲਾਂ ਪ੍ਰਧਾਨ ਰਹੇ ਹੈ ਤੇ ਜਾਖੜ ਸਾਹਿਬ ਦਾ ਸਾਰਿਆਂ ਨਾਲ ਸੰਪਰਕ ਵੀ ਵਧੀਆ ਹੈ। ਜਿਹੜਾ ਕੋਈ ਬਹੁਤਾ ਹੀ ਤੱਤਾ ਵਗਦਾ ਹੋਵੇ ਜਾਂ ਮੈਂ ਨਹੀਂ, ਫਿਰ ਜਾਂ ਤੇ ਫਿਰ ਮੈਨੂੰ ਅੱਜ ਹੀ ਤਕੂਕ ਦੇ ਕੇ ਭੇਜੋ, ਨਹੀਂ ਤੇ ਫਿਰ ਮੇਰੇ ਵੱਲੋਂ ਛੁੱਟੀ ਆ, ਹੋ ਸਕਦਾ ਜਾਖੜ ਸਾਹਿਬ ਉਹਨੂੰ ਸਮਝਾਉਣ ਲਈ ਰੱਖੇ। ਹੁਣ ਉੱਥੇ ਵੀ ਦੇਖ ਗੱਲ ਇਹ ਆ, ਮੈਨੂੰ ਇਹ ਮੁੱਖ ਮੰਤਰੀ ਦਾ ਉਹਦਾ ਮਿਲਦਾ ਸੀ, ਨਹੀਂ ਮਿਲਿਆ, ਇਹ ਮੇਰਾ ਪ੍ਰਧਾਨ ਸੀ, ਮੈਂ ਚੰਗਾ ਭਲਾ ਲੜਾਈ ਮੇਰੀ ਕਿਸੇ ਨੇ ਕੁਰਸੀ ਮੇਰੀ ਖੋਲੀ, ਹੁਣ ਉਪ ਮੁੱਖ ਮੰਤਰੀ ਦੇਣ ਨੂੰ ਫਿਰਦੇ। ਮੈਂ ਕਿਹਾ ਵੀ ਆਹ ਦਫਾ ਕਰੋ, 2 ਦਾ ਤੁਸੀਂ ਅੱਗੇ ਬਣਾਇਆ ਤੇ ਮੈਂ ਹੋਰ ਨਹੀਂ ਬਣਦਾ, ਫਿਰ ਕੀ ਫਰਕ ਪੈਂਦਾ, ਸਿਪਾਹੀ ਬਣੀਦਾ ਹੁੰਦਾ। ਹੋ ਸਕਦਾ ਵੀ ਜਾਖੜ ਸਾਹਿਬ ਨੂੰ ਮਨਾਉਣ ਦੇ ਲਈ ਜੇ ਉੱਥੇ ਰੋਕਿਆ ਹੋਵੇ, ਜਿਹੜਾ ਆਪਾਂ ਨੂੰ ਇਹ ਲੱਗਦਾ ਵੀ ਸ਼ਾਇਦ ਜਾਖੜ ਸਾਹਿਬ ਨਾਰਾਜ਼ ਹੀ ਤੁਰੇ ਆਉਂਦੇ ਨੇ, ਇਹ ਵੀ ਤੇ ਹੋ ਸਕਦਾ ਨਾ PK ਸਾਹਿਬ ਨੇ ਬਹਿ ਕੇ ਵੱਖਰੀ ਗੱਲ ਕਰ ਲਈ ਵੀ ਜਾਖੜ ਸਾਹਿਬ ਤੁਹਾਡੇ ਤੋਂ ਤੇ ਉਮੀਦਾਂ ਨੇ, ਤੇ ਜੇ ਤੁਸੀਂ ਵੀ ਇਦਾਂ ਕਰਨ ਲੱਗ ਪਏ, ਕਾਹਦੀ ਗੱਲ ਦੱਸੋ, ਹੈ ਤੁਸੀਂ ਸਗੋਂ ਸਾਡੇ ਨਾਲ ਰਹਿਣਾ, ਆੜੇ ਬੰਦੇ 2-4 ਹੈਗੇ ਨਾ ਨਵੇਂ ਇਹਨਾਂ ਨੂੰ ਤੁਸੀਂ ਮਨਾ ਕੇ ਸੈੱਟ ਕਰਨਾ ਸਾਡੇ ਨਾਲ। ਨਹੀਂ, ਇਹ ਲੱਗਦਾ ਇਦਾਂ ਹੀ ਆ ਕਿ ਉਹ ਸਾਰਾ ਕੁਝ ਨਾ ਅੰਦਰ ਖਾਤੇ ਜੁਗਾੜ ਜਿਹੜਾ ਕੀਤਾ ਜਾ ਰਿਹਾ। ਰਵਨੀਤ ਸਿੰਘ ਬਿੱਟੂ ਦੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਦਿੱਲੀ 'ਚ ਮੁਲਾਕਾਤ ਹੋਈ ਹੈ ਬਿੱਟੂ ਸਾਹਿਬ ਦੀ, ਤੇ ਆਪਾਂ ਨੂੰ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕਿੱਡੇ ਵੱਡੇ ਸਮਰਥਕ ਆ, ਤੇ ਕੈਪਟਨ ਸਾਹਿਬ ਤੇ ਚੰਨੀ ਸਾਹਿਬ ਦੀ ਮੁੱਖ ਮੰਤਰੀ ਜਦੋਂ ਦੇ ਚੰਨੀ ਸਾਹਿਬ ਬਣੇ ਮੁਲਾਕਾਤ ਨਹੀਂ ਹੋਈ। ਇਹ ਵੀ ਚਰਚਾ ਚੱਲਦੀ ਹੈ ਕਿ ਗੁਰਕੀਰਤ ਸਿੰਘ ਕੋਟਲੀ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਲੈ ਲਿਆ ਜਾਵੇ, ਕਿਉਂਕਿ ਜਿਹੜਾ ਇਹ ਕੋਟਲੀ ਪਰਿਵਾਰ ਹੈ ਆਖਿਰਕਾਰ ਤਾਂ ਕਾਂਗਰਸ ਹਾਈ ਕਮਾਂਡ ਦੇ ਨੇੜੇ ਆ ਨਾ। ਰਵਨੀਤ ਸਿੰਘ ਬਿੱਟੂ ਨੂੰ ਐਵੇਂ ਤਾਂ ਨਹੀਂ ਲੋਕ ਸਭਾ ਦੇ ਵਿੱਚ ਕਾਰਜਕਾਰੀ ਨੇਤਾ ਬਣਾਤਾ ਸੀ ਕਾਂਗਰਸ ਪਾਰਟੀ ਦੇ ਜਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਸੀ, ਉਹਨਾਂ ਨੂੰ ਵੀ ਸੈੱਟ ਕਰਨ ਦੀ ਕੋਸ਼ਿਸ਼ ਹੈ। ਜਾਖੜ ਸਾਹਿਬ ਵੀ ਸਾਂਭ ਲੈ, ਬ੍ਰਹਮ ਮਹਿੰਦਰਾ ਸਾਹਿਬ ਵੀ ਨਹੀਂ ਬੋਲੇ, ਉਧਰਲੇ ਪਾਸੇ OP ਸੋਨੀ ਸਾਹਿਬ ਵੀ ਨਾਲ ਜੁੜ ਗਏ, ਗੁਰਜੀਤ ਸਿੰਘ ਔਜਲਾ ਹੋਰਾਂ ਦੇ ਘਰੇ ਜਾਏ ਆ। ਇੱਕ ਇੱਕ ਕਰਕੇ ਜਿਸ ਤਰੀਕੇ ਬੰਦੇ ਸਾਂਭਣ ਦੀ ਕਵਾਇਦ ਚੱਲ ਰਹੀ ਹੈ, ਉਹਨੂੰ ਦੇਖਦਿਆਂ ਲੱਗਦਾ ਕਿ ਹੁਣ ਮੰਤਰੀ ਮੰਡਲ ਦਾ ਕਿਸੇ ਵੀ ਵੇਲੇ ਐਲਾਨ ਹੋ ਜਾਣਾ। ਹੋ ਸਕਦਾ 2 ਕੁਰਸੀਆਂ ਰੱਖ ਵੀ ਲੈਣ, 15 ਬਣਾਉਣੇ ਆ, 12 ਜਾਂ 13 ਹੀ ਬਣਾਉਣ, ਤੇ 2 ਕੁਰਸੀਆਂ ਇਸ ਕਰਕੇ ਰੱਖ ਲੈਣ ਕਿ ਭਾਈ ਜੇ ਕਿਸੇ ਨੇ ਡਾਂਗ ਸੋਟਾ ਚੱਕਣਾ ਵੀ ਹੈ ਤੇ ਹੌਲੀ ਦਿਨ ਨੂੰ ਕਹਿਤਾ ਜਾਵੇ ਜੇ ਖਾਲੀ ਪਿਆ, ਅਜੇ ਕਿਹੜਾ ਸਾਰੀਆਂ ਭਰਤੀਆਂ, ਗੱਲ ਹੀ ਕੋਈ ਗੱਲ ਨਹੀਂ, ਖਲੋਤੇ ਆ, ਸੰਭਾਵਨਾ ਬਹੁਤ ਹੈ। ਇਹ ਹੁਣ ਆਪਣੇ ਆਪ ਦੇ ਵਿੱਚ ਦੇਖਣ ਪਰਖਣ ਵਾਲੀ ਗੱਲ ਹੈ ਕਿ ਕਿੰਨੇ ਬੰਦੇ ਜਿਹੜੇ ਆ ਉਹ ਕੱਢੇ ਜਾਣਗੇ, ਕਿੰਨੇ ਬੰਦੇ ਜਿਹੜੇ ਰੱਖੇ ਜਾਣਗੇ। ਪਰ ਐਤਕੀ ਲੱਗਦਾ ਕਿ ਅੰਬਿਕਾ ਸੋਨੀ ਦੀ ਭੂਮਿਕਾ ਵੱਡੀ ਹੋਏਗੀ, ਕਿਉਂਕਿ ਅੰਬਿਕਾ ਸੋਨੀ ਹੋਰਾਂ ਦੇ ਚਰਨਜੀਤ ਸਿੰਘ ਚੰਨੀ ਹੋਰਾਂ ਨਾਲ ਸੰਬੰਧ ਚੰਗੇ ਨੇ। ਜਦੋਂ ਉਹ ਵਿਰੋਧੀ ਧਿਰ ਦੇ ਨੇਤਾ ਬਣੇ ਸੀ ਉਦੋਂ ਵੀ ਕਿਹਾ ਜਾਂਦਾ ਕਿ ਬੀਬੀ ਅੰਬਿਕਾ ਸੋਨੀ ਦੀ ਸਿਫਾਰਿਸ਼ ਕੰਮ ਆਈ ਸੀ। ਐਤਕੀ ਵੀ ਜਦੋਂ ਬੀਬੀ ਅੰਬਿਕਾ ਸੋਨੀ ਹੋਰਾਂ ਦਾ ਬਿਆਨ ਆਇਆ ਕਿ ਭਾਈ ਪੰਜਾਬ ਦੇ ਵਿੱਚ ਮੁੱਖ ਮੰਤਰੀ ਤਾਂ ਕੋਈ ਸਿੱਖ ਚਿਹਰਾ ਚਾਹੀਦਾ, ਜਿਹਦੇ ਕਰਕੇ ਜਾਖੜ ਸਾਹਿਬ ਦਾ ਪੱਤਾ ਕੱਟਿਆ ਗਿਆ ਸੀ ਤੇ ਮੁੜ ਕੇ ਜਾਖੜ ਸਾਹਿਬ ਦੇ ਕਈ ਤਰ੍ਹਾਂ ਦੇ ਬਿਆਨ ਆਏ ਸੀ। ਹੁਣ ਉਹੀ ਬੀਬੀ ਅੰਬਿਕਾ ਸੋਨੀ ਕਿਹਨੂੰ ਮੰਤਰੀ ਬਣਾਉਣਾ ਹੈ ਕਿਹਨੂੰ ਨਹੀਂ ਬਣਾਉਣਾ, ਪਰ ਇੱਕ ਪਤਾ ਲੱਗਾ ਕਿ ਖਜ਼ਾਨੇ ਵਾਲੇ ਮੰਤਰੀ ਬਣੇ ਸੀ ਤੇ ਬਣੇ ਵੀ ਰਹਿਣਗੇ। ਨਹੀਂ, ਉਹਨਾਂ ਦਾ ਰੌਲਾ ਹੈਗਾ, ਪਰ ਨਾਲ ਦੇ ਨਾਲ ਇੱਕ ਚੀਜ਼ ਆਪਾਂ ਹੋਰ ਐਡ ਕਰ ਦਈਏ ਵੀ ਸ਼ਾਇਦ ਅੰਦਰ ਖਾਤੇ ਵੀ ਚਰਚਾ ਚੱਲਦੀ ਆ ਵੀ ਬੰਦਾ ਜਿਹੜਾ ਐਡਜਸਟ ਨਹੀਂ ਹੁੰਦਾ ਨਾ, ਉਹ ਕਹਿੰਦਾ ਵੀ ਜਾਂ ਮੈਨੂੰ ਕੁਰਸੀ ਦਿਓ ਜਾਂ ਮੈਂ ਚੱਲਿਆ ਜੀ। ਉਹ ਕਹਿੰਦੇ ਵੀ ਦੇਖੋ ਕੁਰਸੀ ਜਿਹੜੀ ਹੈ ਨਾ ਉਹ ਤੇ ਹੁਣ ਇੱਕ ਹੀ ਹੈ, ਤੈਨੂੰ ਇਦਾਂ ਕਰਦੇ ਫਿਲਮ ਦੀ ਟਿਕਟ ਦਿੰਦੇ ਆ ਨਾਲ ਫੁੱਲੇ ਫ੍ਰੀ। ਉਹ ਕਹਿੰਦੇ ਯਾਰ ਮਤਲਬ ਫਿਲਮ ਦੀ ਟਿਕਟ ਤੇ ਫੁੱਲੇ ਫ੍ਰੀ ਕਿੱਦਾਂ? ਉਹ ਮਤਲਬ ਇਦਾਂ, ਉਹ ਕਹਿੰਦੇ ਯਾਰ ਮਹੀਨੇ ਦੇ 4-5 ਗਾਂਹ ਫੇਰ ਇਲੈਕਸ਼ਨ ਆਉਣੀ ਹੈ, ਟਿਕਟ ਤੁਸੀਂ ਮਨ ਭਾਉਂਦੀ ਜਗ੍ਹਾ ਤੋਂ ਲੈ ਲਓ, ਫਿਰ ਵੀ ਜੇ ਕੋਈ ਇੱਧਰ ਉੱਧਰ ਮਨ ਭਾਉਂਦਾ ਬੰਦਾ ਤੁਸੀਂ ਆਖੋ ਵੀ ਫਿਰ ਜੇ ਫਿਰ ਇਦਾਂ ਕਰਨੀ ਤੇ ਫਿਰ ਉਦੋਂ ਮੈਂ ਵੀ ਟਿਕਟ ਲਾਊਂ ਤੇ ਫਿਰ ਨਾਲ ਆਹ ਮੁੰਡੇ ਨੂੰ ਦਵਾਊਂਗਾ। ਇੱਦਾਂ ਦੀ ਚਰਚਾ ਕੁਛ ਪਰਿਵਾਰਾਂ 'ਚ ਚੱਲਦੀ ਹੈ। ਉਹ ਹੁਣ ਰਿਸ਼ਤੇਦਾਰ ਨੂੰ ਦਵਾ ਲੈਣ, ਕਿਸੇ ਨੇੜਲੇ ਸਾਥੀ ਨੂੰ ਦਵਾ ਲੈਣ, ਮਨਪਸੰਦ ਹਲਕੇ 'ਚੋਂ ਦਵਾ ਲੈਣ, ਉਹ ਵਾਲੀਆਂ ਜਿਹੜੀਆਂ ਮਤਲਬ
ਫਿਲਮ ਦੀ ਟਿਕਟ ਤੇ ਨਾਲ ਫੁੱਲੇ ਫ੍ਰੀ ਪੌਪਕਾਰਨ ਜਿਹਨੂੰ ਆਪਾਂ ਕਹਿ ਦਿੰਦੇ ਜੀ। ਉੱਤੇ ਵੀ ਗੱਲਬਾਤ ਚੱਲਦੀ ਹੈ। ਹੁਣ ਉੱਤੇ ਪਤਾ ਨਹੀਂ ਕਿਹੜਾ ਮੰਨੇ ਕਿਹੜਾ ਨਾ ਮੰਨੇ, ਉਹ ਵੀ ਕੋਈ ਮਾਝੇ ਵਾਲੇ ਪਾਸੇ ਸਰਦਾਰ ਕਹਿੰਦੇ ਜਿਹਨਾਂ ਨੂੰ ਆਫਰ ਮਿਲੀ। ਨਹੀਂ, ਇਹ ਵੀ ਲੱਗਦਾ ਕਿ ਪਟਿਆਲੇ ਚੋਂ ਵੀ ਇੱਕ ਦੋ ਬੰਦੇ ਐਡਜਸਟ ਕੀਤੇ ਜਾਣਗੇ, ਕਿਉਂਕਿ ਸਭ ਤੋਂ ਵੱਧ ਜੇ ਖਲਾਰਾ ਕੈਪਟਨ ਸਾਹਿਬ ਨੇ ਪਾਇਆ ਤਾਂ ਪਟਿਆਲੇ ਪਾਉਣਾ, ਉਹਦੀ ਵੀ ਚਰਚਾ ਹੈ। ਤੀਸਰਾ, ਸੰਧਾਲੀਆ ਸਾਹਿਬ, ਇਹ ਵੀ ਗੱਲ ਜਿਹੜੀ ਹੈ ਉੱਪਰਲੇ ਪਾਸੇ ਨੂੰ ਨਿਖਰ ਕੇ ਤੇ ਨਿੱਤਰ ਕੇ ਸਾਹਮਣੇ ਆ ਰਹੀ ਹੈ ਕਿ ਕਈ ਵਿਧਾਇਕ ਜਿਹੜੇ ਕਿ ਮੰਤਰੀ ਦਾ ਅਹੁਦਾ ਮੰਗਦੇ ਆ ਤੇ ਦਿੱਲੀ ਜਾ ਕੇ ਬੈਠੇ ਆ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਗ੍ਰਾਂਟ ਦੱਸੋ ਹਲਕੇ ਲਈ ਕਿੰਨੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਜਾ ਰਿਹਾ ਕਿ ਅਫਸਰ ਦੱਸੋ ਕਿਹੜਾ ਲਾਉਣਾ ਤੇ ਕਿੱਦਾਂ ਦਾ ਲਾਉਣਾ, ਜਿਹਦੇ ਨਾਲ ਕਿ ਤੁਸੀਂ ਚੰਗੇ ਤਰੀਕੇ ਕੰਮ ਕਰਾ ਕੇ ਜਿੱਤ ਪ੍ਰਾਪਤੀ ਵੱਲ ਵੱਧ ਸਕੋ। ਇਦਾਂ ਦੀਆਂ ਗੱਲਾਂ ਚੱਲੀ ਜਾਂਦੀਆਂ। ਬਾਕੀ ਹੋ ਸਕਦਾ ਕਿ ਜਦੋਂ ਮੰਤਰੀਆਂ ਦੀ ਲਿਸਟ ਕਿਸੇ ਵੀ ਵੇਲੇ ਜਿਹੜੀ ਜਾਰੀ ਹੋ ਜਾਣੀ ਹੈ, ਜਦੋਂ ਜਾਰੀ ਹੋ ਗਈ ਉਸ ਵੇਲੇ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਦੇ ਲੀਡਰ ਪੰਜਾਬ 'ਚ ਹੋਣਗੇ, ਚੰਡੀਗੜ੍ਹ ਹੋਣਗੇ, ਕਿਉਂਕਿ 5-7 ਬੰਦੇ ਰੁੱਸਣੇ, ਉਹਨਾਂ ਨੂੰ ਮਨਾਉਣ ਦੇ ਲਈ ਅੱਗੇ ਹੋ ਕੇ ਘਰ ਡੱਕਣਾ ਵੀ ਹੈ ਕਿ ਭਾਈ ਉਧਰ ਨਾ ਜਾਓ। ਹੁਣ ਇੱਕ ਇਹਦੇ ਜੋ ਕੱਚੀ ਪੱਕੀ ਅਜੇ, ਬਾਕੀ ਚਲੋ ਕਲੀਅਰ ਹੋ ਜੂ। ਅੱਜ ਦਿਨ ਚੜਿਆ, ਨੇਰੇ ਜਿਹੜੀ ਲੰਗੀ ਰਾਤ ਦਾ ਨੇਰਾ ਉਹਦੇ 'ਚ ਕਹਿੰਦੇ ਵੀ ਪਹਿਲਾਂ ਤਾਂ ਇਕੱਲੇ ਚੰਨੀ ਸਾਹਿਬ ਗਏ ਸੀ, ਤੇ ਜਦੋਂ ਇਹ ਰੌਲਾ ਪੈ ਗਿਆ ਵੀ ਅੱਛਾ ਯਾਰ ਚੰਨੀ ਸਾਹਿਬ ਜਲੰਧਰ ਵੀ ਇਕੱਲੇ ਸੀ, ਫਿਰ ਹੁਣ ਦਿੱਲੀ ਵੀ ਇਕੱਲਿਆਂ ਨੂੰ ਸੱਦ ਲਿਆ, ਤੇ ਫਿਰ ਸਿੱਧੂ ਸਾਹਿਬ ਲੋ ਹੁਣ ਪ੍ਰਧਾਨ ਸੀਗੇ ਜੀ, ਉਹਨਾਂ ਦਾ ਫਿਰ ਨਹੀਂ ਨੰਬਰ ਹੈਗਾ ਜੀ। ਇਹਦਾ ਮਤਲਬ ਫਿਰ ਕੈਪਟਨ ਸਾਹਿਬ ਦੀ ਨਾਰਾਜ਼ਗੀ ਕੰਮ ਆ ਗਈ। ਹੁਣ ਰੌਲਾ ਤੇ ਇਹ ਹੈਗਾ ਵੀ ਨਹੀਂ ਵੀ ਚੰਨੀ ਸਾਹਿਬ ਹੁਣ ਜਦੋਂ ਦੁਬਾਰਾ ਭੌਂਦੇ ਪੈਰੀਂ ਬੁਲਾਏ ਨੇ, ਨਾਲ ਸਿੱਧੂ ਸਾਹਿਬ ਵੀ ਗਏ ਨੇ। ਨਹੀਂ, ਉਹ ਵੀ ਗਏ ਨੇ, ਕਈ ਲੀਡਰ ਹੋਰ ਨੇ ਜਿਹੜੇ ਪੰਜਾਬ ਤੋਂ ਗਏ ਆ। ਪਰ ਇਹ ਗੱਲ ਤੁਹਾਡੀ ਠੀਕ ਹੈ ਕਿ ਪਿਛਲੇ 2 ਦਿਨਾਂ ਤੋਂ ਚੰਨੀ ਸਾਹਿਬ ਇਕੱਲੇ ਨੇ। ਪਰ ਜੇ ਕੋਈ ਬੰਦਾ ਇਹਦਾ ਮਤਲਬ ਇਹ ਲੈਂਦਾ ਕਿ ਨਵਜੋਤ ਸਿੰਘ ਸਿੱਧੂ ਦੀ ਹੁਣ ਚੱਲਦੀ ਨਹੀਂ ਹੋਊਗੀ ਜਾਂ ਕੰਮ ਦੂਸਰੇ ਪਾਸੇ ਲੱਗ ਗਿਆ, ਅਸਲ 'ਚ ਤੁਸੀਂ ਦੇਖੋ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤਾਂ ਵਿਰੋਧੀਆਂ ਦੇ ਕੋਲੇ ਕਾਟ ਨਹੀਂ ਸੀ, ਕਿਉਂਕਿ ਵੋਟ ਗਣਿਤ ਦੇ ਪੱਖ ਤੋਂ। ਫਿਰ ਇੱਕੋ ਗੱਲ ਦੇ ਉੱਤੇ ਸਾਰੇ ਆ ਗਏ, ਆਮ ਆਦਮੀ ਪਾਰਟੀ ਵਾਲੇ ਵੀ, ਅਕਾਲੀ ਦਲ ਵਾਲੇ ਵੀ, ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਸਾਹਿਬ ਦਾ ਧੜਾ ਵੀ, ਕਿ ਲੈ ਇਹਦਾ ਮਤਲਬ ਹੈ ਕਿ 2022 ਦੇ ਵਿੱਚ ਚੰਨੀ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਹੋਣਗੇ। ਹੁਣੇ ਹੀ ਦੱਸੋ। ਯਾਨੀ ਇੱਕ ਬੰਦਾ ਮੁੱਖ ਮੰਤਰੀ ਹੈ ਤੇ ਪਹਿਲੀ ਵਾਰੀ ਪੰਜਾਬ 'ਚ ਰੌਲਾ ਪਿਆ ਕਿ ਤੁਸੀਂ ਦੱਸੋ ਅਗਲੀ ਵਾਰੀ ਮੁੱਖ ਮੰਤਰੀ ਕਿਹਨੂੰ ਬਣਾਉਣਾ। ਉਹ ਫਸਾਉਣ ਦੀ ਗੱਲ ਹੈ ਕਿ ਸਿਆਸੀ ਤੌਰ ਦੇ ਉੱਤੇ ਕੜਿੱਕੀ 'ਚ ਲੈ ਆਈਏ ਕਿ ਜੇ ਤਾਂ ਅਗਲੇ ਕਲੀਅਰ ਬਿਆਨ ਦੇਣ ਫਿਰ ਉਸ ਤੋਂ ਬਾਅਦ ਮੁੱਕਰਨ ਨਾ ਦਈਏ, ਜੇ ਗੋਲ ਬਿਆਨ ਦੇਣ ਹੁਣ ਘੜੀਸ ਲਈਏ। ਹੁਣ ਜਿਸ ਤਰੀਕੇ ਦੇ ਨਾਲ ਪਹਿਲਾਂ ਚੰਨੀ ਸਾਹਿਬ ਨੂੰ 4 ਦਿਨਾਂ ਦੇ ਵਿੱਚ 3 ਵਾਰੀ ਦਿੱਲੀ ਸੱਦ ਲਿਆ, ਉਹਦੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦ ਲਿਆ, ਕਈ ਹੋਰ ਬੰਦੇ ਵੀ ਉੱਥੇ ਪਹੁੰਚੇ ਹੋ ਆ, ਪ੍ਰਗਟ ਸਿੰਘ ਹੋਰਾਂ ਨੂੰ ਤਾਂ ਸੱਦਣਗੇ, ਅਗਲੇ ਜਨਰਲ ਸਕੱਤਰ ਨੇ। ਤੇ ਜਦੋਂ ਇਹ ਸਾਰੀ ਚੀਜ਼ ਜਿਹੜੀ ਹੈ ਉਹ ਅਗਲੇ ਪਾਸੇ ਨੂੰ ਤੁਰ ਪਈ ਤਾਂ ਇਹਦਾ ਮਤਲਬ ਹੈ ਕਿ ਹਾਈ ਕਮਾਂਡ ਥੋੜਾ ਜਿਹਾ ਗੇਅਰ ਪਾਉਂਦੀ ਵੀ ਹੈ, ਥੋੜੀ ਜਿਹੀ ਰੇਸ ਦੇਣ ਦੀ ਖੁੱਲ੍ਹ ਵੀ ਦਿੰਦੀ ਆ, ਪਰ ਬ੍ਰੇਕ ਵੀ ਲਾ ਦਿੰਦੀ ਆ। ਤਾਂ ਗੱਡੀ ਜਦੋਂ ਸਿੱਖੀ ਦੀ ਹੈ, ਕਈ ਵਾਰੀ ਦੂਜੇ ਪਾਸੇ ਕੰਟਰੋਲ ਹੁੰਦਾ ਜਿਹੜਾ ਸਿਖਾਉਣ ਵਾਲਾ ਹੁੰਦਾ। ਐਤਕੀ ਕਾਂਗਰਸ ਪਾਰਟੀ ਦੀ ਜਿਹੜੀ ਨਵੀਂ ਸਰਕਾਰ ਬਣੀ ਹੈ ਚੰਨੀ ਸਾਹਿਬ ਦੀ ਅਗਵਾਈ 'ਚ, ਉਹਦੇ ਵਿੱਚ ਸਾਰਾ ਕੁਝ ਠੀਕ ਹੈ। ਕਿਸੇ ਨੂੰ ਲੱਗਦਾ ਉਹ ਸਿੱਧੂ ਚਲਾਉਂਦਾ, ਕਿਸੇ ਨੂੰ ਲੱਗਦਾ ਉਹ ਕੋਈ ਚਲਾਉਂਦਾ, ਪਰ ਲੱਗਦਾ ਕਿ ਦੂਜੇ ਪਾਸੇ ਹਾਈ ਕਮਾਂਡ ਬੈਠੀ ਹੈ। ਨਹੀਂ ਹਾਈ ਕਮਾਂਡ ਪੂਰੀ ਬੈਠੀ ਹੈ। ਦੇਖੋ ਹੁਣ ਹਾਈ ਕਮਾਂਡ ਦੇ ਚੱਕਰ 'ਚ ਆਪਾਂ ਜਿਹੜੀ ਟਸਲ ਹੈ ਇਸ ਵਕਤ ਕੈਪਟਨ ਸਾਹਿਬ ਵਾਲੀ ਤੇ ਸਿੱਧੂ ਸਾਹਿਬ ਵਾਲੀ, ਉਹਦੀ ਗੱਲ ਵੀ ਕਰ ਲਈ। ਆਓ ਜੀ। ਦੇਖੋ ਬਿਆਨ ਹੁਣ ਜਿਹੜਾ ਦੁਬਾਰਾ ਆਇਆ ਨਾ, ਉਹਦੇ 'ਚ ਚਲੋ ਬਾਕੀ ਗੱਲਾਂ ਤੇ ਸੇਮ ਹੀ ਕੀਤੀਆਂ। ਇੱਕ ਮੈਨੂੰ ਲੱਗਦਾ ਵੀ ਤਿੱਤਰ ਵਿਚਾਰਾ 2 ਵਾਰੀ ਮਰਿਆ ਹੁਣ। ਹੁਣ ਲੋਕਾਂ ਸੋਚਣਾ ਵੀ ਤਿੱਤਰ ਕਿਹੜੀ ਦੀ ਗੱਲ ਹੁੰਦੀ, ਤਿੱਤਰ ਉਹੀ ਜਿਹਦੇ ਬਾਰੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਨੇ ਜ਼ਿਕਰ ਕੀਤਾ, ਪਿਓਖੇ ਹੋ ਕੇ ਲਿਆਏ, ਹਾਂ ਤਿੱਤਰ ਦਿੱਤੇ। ਉਹੀ ਮੈਂ ਕਹਿ ਰਿਹਾ ਕਿ ਦੇਖੋ ਇੱਕ ਗੱਲ ਤੇ ਹੈ, ਉਹਨਾਂ ਨੇ ਕਲੀਅਰ ਕਰਤੀ ਵੀ ਦੇਖੋ ਜੀ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ ਵੀ ਮੈਂ ਤੇ ਕਲੀਅਰ ਕੱਟ ਕੇ ਇਹਨੇ ਵੀ ਮੋਦੀ ਸਾਹਿਬ ਉੱਤੇ ਬੈਠੇ ਨੇ, ਅਮਿਤ ਸ਼ਾਹ ਹੋਰੇ ਉੱਪਰ ਬੈਠੇ ਨੇ, ਇਦਾਂ ਦਾ ਐਂਟੀ ਨੈਸ਼ਨਲ ਬੰਦਾ ਕਾਂਗਰਸ ਪਾਰਟੀ ਅੱਜ ਦਾ ਨਹੀਂ ਕਦੋਂ ਦਾ ਰੱਖੀ ਫਿਰਦੀ ਹੈ। ਮੰਤਰੀ ਵੀ ਇਹਨਾਂ ਨੇ ਬਣਾਇਆ, MLA ਉਹਨਾਂ ਦਾ ਹੁਣ ਤੇ ਸੁੱਖ ਨਾਲ ਪ੍ਰਧਾਨ ਬਣਾ ਲਿਆ। ਬਿਲਕੁਲ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਚੱਕ ਕੇ ਅੰਦਰ ਦੇ ਦੇਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੂੰ। ਮਤਲਬ ਇਹ ਨਵਜੋਤ ਕੌਰ ਸਿੱਧੂ ਨਹੀਂ, ਸਰਦਾਰ ਸਿੱਧੂ ਬਾਰੇ ਕਹਿ ਰਿਹਾ। ਪਰ ਨਾਲ ਜਿਹੜੀ ਉਹਨਾਂ ਨੇ ਇਹ ਜ਼ਿਕਰ ਕੀਤਾ ਵੀ ਬੰਦਾ ਲਿਆਇਆ ਕੀ ਆ ਉੱਥੋਂ, ਲਾਂਘਾ ਹੀ ਮੰਗਿਆ ਉਹਨੇ, ਤੇ ਲਾਂਘਾ ਸਾਰੇ ਮੰਗਦੇ ਸੀ, ਉਹਨੂੰ ਲਾਂਘਾ ਮਿਲ ਗਿਆ। ਦੂਜੀ ਗੱਲ ਜਿਹੜੀ ਉਹ ਕਹਿੰਦੇ ਕੈਪਟਨ ਸਾਹਿਬ ਲਈ ਗਿਫਟ ਲਿਆਏ ਇੱਕ ਸਟਫਡ ਤਿੱਤਰ। ਹੁਣ ਬੰਦਾ ਕਿਹੜਾ ਸੋਚਦਾ ਵੀ ਸਟਫਡ ਤਿੱਤਰ ਕੀ, ਪਹਿਲਾਂ ਮੈਨੂੰ ਸਮਝ ਲੱਗੀ, ਫਿਰ ਮੈਂ ਕਿਹੜੇ ਸਿਆਣੇ ਬੰਦੇ ਨੂੰ ਪੁੱਛਿਆ, ਕਹਿੰਦੇ ਦੇਖੋ ਗੱਲ ਇਹਦਾ ਵੀ ਤਿੱਤਰ ਦਾ ਸ਼ਿਕਾਰ ਹੋਇਆ, ਤਿੱਤਰ ਮਾਰਿਆ ਐਂਡ ਤਿੱਤਰ ਨੂੰ ਸਟਫ ਕਰ ਲੈਂਦੇ ਵੀ ਜਦੋਂ ਵੀ ਉਹ ਕਿਤੇ ਰੱਖਣਾ ਹੋਵੇ ਤਾਂ ਵੇਖਣ ਲੱਗਣਾ ਵੀ ਯਾਰ ਸੱਚੀ ਮੁੱਚੀ ਦਾ ਤਿੱਤਰ ਆ, ਜਦ ਕਿ ਉਹ ਮਤਲਬ ਪ੍ਰੀਜ਼ਰਵ ਕੀਤਾ ਹੋਇਆ। ਉਹ ਕਹਿੰਦੇ ਵੀ ਉੱਥੋਂ ਸੰਭਾਲ ਕੇ ਲੈ ਕੇ ਆਣ ਕੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਉਹ ਤਿੱਤਰ ਗਿਫਟ ਕੀਤਾ, ਕਿਉਂਕਿ ਕੈਪਟਨ ਸਾਹਿਬ ਦੇ ਫੋਨ ਦੀ ਰਿੰਗ ਤਿੱਤਰ ਦੀ ਆਵਾਜ਼ ਵਰਗੀ ਸੀ। ਕਿੰਨਾ ਖਿਆਲ ਰੱਖਦੇ ਹੈ ਨਾ, ਬਰੀਕੀ ਦੇਖੋ ਹੈ ਨਾ। ਉਹ ਦੇਖੇ ਵੀ ਉਹਨਾਂ ਨੇ ਤਿੱਤਰ ਲਿਆ ਕੇ, ਜੇ ਹੋਰ ਕੁਛ ਨਹੀਂ ਲਿਆਏ, ਇੱਕ ਤਿੱਤਰ ਲਿਆਂਦਾ ਸਟਾਫਡ ਦੇ, ਉਹ ਵੀ ਕੈਪਟਨ ਸਾਹਿਬ ਨੂੰ ਦਿੱਤਾ। ਮੈਂ ਕੁਦਰਤੀ ਹੁਣ ਮੈਂ ਕਿਉਂ ਕਿਹਾ ਵੀ ਤਿੱਤਰ 2 ਵਾਰੀ ਮਰਿਆ ਹੋਣਾ, ਵੀ ਇਹ ਜਿੱਦਣ ਦਾ ਰੌਲਾ ਰੱਪਾ ਪਿਆ ਹੋਣਾ, ਕੈਪਟਨ ਸਾਹਿਬ ਨੇ ਪਹਿਲਾ ਗੁੱਸਾ ਕੱਢਿਆ ਉਸੇ ਤਿੱਤਰ ਤੇ ਕੱਢਿਆ ਹੋਣਾ ਹੈ ਨਾ। ਹੋ ਸਕਦਾ ਵੀ ਬੰਦਾ ਕੋ ਉੱਥੇ ਵਿਚਾਰਾ ਕੋਈ ਕੰਮ ਧੰਦੇ ਵਾਲਾ ਸਾਫ਼ ਸਫਾਈ ਕਰਦਾ, ਇੱਧਰ ਲਿਆ ਇਹਨੂੰ ਆ ਚਲਾ ਕੇ ਮਾਰਨਾ, ਪਹਿਲਾਂ ਇਹਨੂੰ ਬਸ ਤੰਗ ਕਰਦਾ ਹੀ ਮੂਹਰੇ ਰੱਖਿਆ ਹੀ ਮੇਰੇ, ਹੈ ਨਾ। ਉਹ ਕਹਿੰਦੇ ਸਾਰੇ ਤਾਂ ਮਰਿਆ ਤਿੱਤਰ ਹੈ ਜੀ, ਇਹਦੇ 'ਚ ਕੀ ਆ, ਨਾ ਇਹਨੂੰ ਬਾਹਰ ਕੱਢ। ਬਹੁਤੀ ਗੱਲ ਤੇ ਰਫਲ ਲਿਆ ਮੇਰੀ ਇੱਕ ਹੋਰ ਕੋਈ ਨਹੀਂ, ਇਹਦੇ ਮਰੇ ਤਿੱਤਰ ਤੇ ਗੋਲੀਆਂ ਮਾਰਨੀਆਂ। ਦੇਖੋ ਸੰਧਾਲੀਆ ਸਾਹਿਬ ਗੱਲ ਕੀ ਹੈ ਕਿ ਜਦੋਂ ਹੁਣ ਕੈਪਟਨ ਸਾਹਿਬ ਬਾਰ-ਬਾਰ ਮੀਡੀਆ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਨੇ
ਨਵਜੋਤ ਸਿੰਘ ਸਿੱਧੂ ਨੂੰ ਹੋਰ ਕੁਝ ਕਹਿਣਾ ਨਹੀਂ ਕਹਿਣਾ, ਰੋਜ਼ ਐਂਟੀ ਨੈਸ਼ਨਲ ਕਹਿੰਦੇ ਆ ਕਿ ਰਾਸ਼ਟਰ ਵਿਰੋਧੀ ਬੰਦਾ ਹੈ। ਹੁਣ ਤਾਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਭਾਈ ਕਈ ਸ਼ਬਦ ਵਰਤੇ, ਡਰਾਮੇਬਾਜ਼ ਹੈ, ਜੋਕਰ ਹੈ, ਆਹ ਬਹੁਤ ਸਾਰੇ ਸ਼ਬਦ ਹੈ। ਚਲੋ ਉਹਦੇ ਤੋਂ ਬਾਅਦ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਤਾਂ ਭਾਈ ਉਹਨੂੰ ਜਿੱਤਣ ਨਹੀਂ ਦਿੰਦਾ। ਫਿਰ ਦੂਜੀ ਵਾਰੀ ਕਹਿਤਾ ਜਿੱਤੇ ਚਾਹੇ ਹਾਰੇ ਠੋਕ ਕੇ ਵਿਰੋਧ ਕਰੂੰਗਾ, ਕਿਉਂਕਿ ਮੈਂ ਨਹੀਂ ਉਹਦੇ ਖਿਲਾਫ ਖੜਨ ਨੂੰ ਹਟ ਸਕਦਾ। ਦੂਸਰੀ ਗੱਲ ਉਹਨਾਂ ਨੇ ਕਹਿ ਦਿੱਤੀ, ਉਹ ਕਹਿੰਦੇ ਕਿ ਜੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਜਾਂ ਪੰਜਾਬ ਕਾਂਗਰਸ ਨੂੰ ਲੱਗਦਾ ਕਿ ਮੈਂ ਗਲਤ ਬੋਲਦਾ, ਸਿੱਧੂ ਪ੍ਰਧਾਨ ਹੈ ਕਾਂਗਰਸ ਦਾ ਸੂਬੇ ਦਾ, ਮੈਨੂੰ ਕਾਂਗਰਸ ਚੋਂ ਕੱਢ ਦੇਵੇ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜੇ ਇੰਨੀ ਔਖ ਹੈ ਨਾ ਮੇਰੇ ਤੋਂ, ਜੇ ਮੈਂ ਪਾਰਟੀ ਦੀਆਂ ਲੀਹਾਂ ਤੋਂ ਬਾਹਰ ਜਾਣਾ, ਮੈਨੂੰ ਕਾਂਗਰਸ ਚੋਂ ਕੱਢ ਦਿਓ। ਵੱਡੀ ਚੁਣੌਤੀ ਹੈ, ਇੱਕ ਕਦਮ ਹੋਰ ਅੱਗੇ ਵੱਧ ਗਿਆ ਕਿ ਭਾਈ ਮੈਂ ਨਾ ਜਾਵਾਂ, ਇਹ ਕਰ ਦੇਣ ਤਾਂ ਫਿਰ ਮੁੜ ਕੇ ਹੋਰ ਪਾਸੇ ਨੂੰ ਦੇਖੀਏ। ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਕਹੀਆਂ, ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਕਿੱਡੀ ਵੱਡੀ ਗੱਲ ਹੈ, ਮੈਨੂੰ ਵੀ ਪਾਕਿਸਤਾਨੀ ਜਾਣਦੇ ਆ, ਬਾਕੀਆਂ ਨੂੰ ਵੀ ਜਾਣਦੇ ਹੋਣਗੇ, ਪਰ ਮੈਂ ਮਿਲਣ ਥੋੜੀ ਜਾਣਾ ਕਿਸੇ ਨੂੰ, ਇਹ ਜਾ ਕੇ ਮਿਲਦੇ ਆ। ਫਿਰ ਉਹਦੇ ਤੋਂ ਬਾਅਦ ਡਾਕਟਰ ਨਵਜੋਤ ਕੌਰ ਸਿੱਧੂ ਦਾ ਇਹ ਬਿਆਨ ਆਇਆ ਸੀ, ਦੇਖੋ ਠੀਕ ਹੈ ਗਲਤ ਹੈ ਪਤਾ ਨਹੀਂ, ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਜੇ ਐਂਟੀ ਨੈਸ਼ਨਲ ਆ ਚੱਕ ਕੇ ਅੰਦਰ ਦਿਓ। ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਕਿ ਜੇ ਨਵਜੋਤ ਸਿੰਘ ਸਿੱਧੂ ਐਂਟੀ ਨੈਸ਼ਨਲ ਹੈ ਤਾਂ ਥੋੜੇ ਹਫ਼ਤੇ ਪਹਿਲਾਂ ਜਿੱਦਣ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਇਆ ਤਾਂ ਉਹਨਾਂ ਨਾਲ ਕੈਪਟਨ ਸਾਹਿਬ ਨੇ ਸਟੇਜ ਕਿਉਂ ਸਾਂਝੀ ਕੀਤੀ? ਜੇ ਨਵਜੋਤ ਸਿੰਘ ਸਿੱਧੂ ਦੇਸ਼ ਦੀ ਸੁਰੱਖਿਆ ਲਈ ਇੰਨਾ ਹੀ ਖਤਰਾ ਹੈ, ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਫਿਰ ਲੰਚ ਕਾਹਤੋਂ ਕਰਦੇ ਸੀ ਇਕੱਠੇ ਬੈਠ ਕੇ, ਫਿਰ ਆਪਣੇ ਮੰਤਰੀ ਮੰਡਲ ਦੇ ਵਿੱਚ ਕਾਹਤੋਂ ਲਿਆ, ਫਿਰ ਉਹਨਾਂ ਨੂੰ ਟਿਕਟਾਂ ਕਿਉਂ ਦਿੱਤੀਆਂ? ਇਹਦੇ ਨਾਲ ਡਾਕਟਰ ਨਵਜੋਤ ਕੌਰ ਸਿੱਧੂ ਹੋਰਾਂ ਨੇ ਇੱਕ ਗੱਲ ਹੋਰ ਕਹੀ, ਉਹ ਕਹਿੰਦੇ ਪੰਜਾਬ ਦੇ ਉੱਤਰ ਭਾਰਤ ਦੇ ਕਿਸਾਨਾਂ ਨੂੰ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ। ਤੇ ਨਵਜੋਤ ਸਿੰਘ ਸਿੱਧੂ ਨੇ ਬਾਰ-ਬਾਰ ਵਾਘਾ ਬਾਰਡਰ ਦੇ ਰਾਹੀਂ ਆਦਾਨ ਪ੍ਰਦਾਨ ਦੀ ਗੱਲ ਕੀਤੀ ਸੀ ਕਿ ਪੰਜਾਬ ਦਾ ਕਿਸਾਨ ਫਸਲਾਂ ਉੱਥੇ ਵੇਚੇ, ਉਹਨਾਂ ਵਾਲਾ ਇੱਥੇ ਵੇਚੇ, ਜਿਹਦੇ ਨਾਲ ਕਿ ਉਹਨੂੰ ਫਸਲ ਦਾ ਪੂਰਾ ਮੁੱਲ ਮਿਲੇ। ਉਹ ਕਹਿੰਦੇ ਜੇ ਸਿਲਕ ਰੂਟ ਨੂੰ ਖਲਵਾਉਣ ਦੀ ਗੱਲ, ਵਾਘੇ ਬਾਰਡਰ ਨੂੰ ਖਲਵਾਉਣ ਦੀ ਗੱਲ ਐਂਟੀ ਨੈਸ਼ਨਲ ਆ, ਫਿਰ ਤਾਂ ਨਵਜੋਤ ਸਿੰਘ ਸਿੱਧੂ ਐਂਟੀ ਨੈਸ਼ਨਲ ਹੀ ਹੋਣਾ। ਜੇ ਕਹਿੰਦੇ ਕ੍ਰਿਕਟ ਖੇਡਦੇ ਆ ਭਾਰਤ ਦਾ ਝੰਡਾ ਉੱਚਾ ਕਰਨ ਦੇ ਲਈ, ਜੇ ਕ੍ਰਿਕਟ ਖੇਡਦੇ ਆ ਪਾਕਿਸਤਾਨ ਸਮੇਤ ਸਾਰੇ ਦੇਸ਼ਾਂ ਨੂੰ ਹਰਾਉਣ ਦੇ ਲਈ, ਜਿਹੜੇ ਨੱਕ ਗੋਡੇ ਨਵਜੋਤ ਸਿੰਘ ਸਿੱਧੂ ਨੇ ਛਲਾਏ, ਜੇ ਦੇਸ਼ ਦਾ ਝੰਡਾ ਚਲਾਉਣ ਦੇ ਲਈ ਇਹ ਕੰਮ ਕਰਨਾ ਐਂਟੀ ਨੈਸ਼ਨਲ, ਫਿਰ ਤਾਂ ਸਿੱਧੂ ਐਂਟੀ ਨੈਸ਼ਨਲ ਹੀ ਹੋਣਾ। ਤੇ ਨਾਲ ਦੀ ਨਾਲ ਉਹਨਾਂ ਨੇ ਵੀ ਕਹਿਤਾ, ਉਹ ਕਹਿੰਦੇ ਇੱਕ ਗੱਲ ਪੱਕੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਉਣ ਦੇ ਲਈ ਜੇ ਕਿਸੇ ਦਾ ਮਿੰਤ ਤਰਲਾ ਕੀਤਾ, ਜੇ ਕਿਸੇ ਨਾਲ ਹੱਥ ਮਿਲਾਇਆ, ਜੇ ਕਿਸੇ ਦੇ ਨਾਲ ਜਾ ਕੇ ਮੁਲਾਕਾਤ ਕੀਤੀ, ਤਾਂ ਕੀ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਉਣ ਦੇ ਲਈ ਯਤਨ ਕਰਨੇ ਐਂਟੀ ਨੈਸ਼ਨਲ ਆ? ਮਰ ਜਾ ਹਿਸਾਬ ਕਿਤਾਬ ਲਾ ਕੇ ਦੱਸਿਓ। ਹੁਣ ਬੀਬੀ ਨੇ ਜਿਸ ਤਰੀਕੇ ਮੋਹਰਿਓਂ ਫਾਇਰ ਖੋਲਿਆ, ਕਿਉਂਕਿ ਨਵਜੋਤ ਸਿੰਘ ਸਿੱਧੂ ਨਹੀਂ ਬੋਲੇ, ਉਹਦੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਹੋਣੀਆਂ। ਨਹੀਂ, ਇੱਕ ਜਿਹੜੀ ਇਹਦੇ 'ਚ ਸਿਆਣਪ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਮਤਲਬ ਨਾ ਤਾਂ ਸਿੱਧੂ ਸਾਹਿਬ ਵੱਲੋਂ ਨਾ ਮੈਡਮ ਸਿੱਧੂ ਵੱਲੋਂ ਜੀ, ਉਹ ਜਿਹੜਾ ਪਿਛਲੇ ਦਿਨੀ ਉਹਨਾਂ ਦੇ ਸਲਾਹਕਾਰਾਂ ਵੱਲੋਂ ਜ਼ਿਕਰ ਕੀਤਾ ਗਿਆ ਸੀ ਜੀ ਕੁਝ ਬੰਦਿਆਂ ਦਾ, ਉਹ ਨਹੀਂ ਕੀਤਾ ਗਿਆ। ਮਤਲਬ ਇਸ ਚੀਜ਼ ਨੂੰ ਤਾਰੀਫ ਮੰਨਿਆ ਜਾ ਰਿਹਾ। ਹੁਣ ਇਹ ਨਹੀਂ ਪਤਾ ਵੀ ਇਹ ਹਾਈ ਕਮਾਨ ਵੱਲੋਂ ਇਸ਼ਾਰਾ ਵੀ ਤੁਸੀਂ ਇਦਾਂ ਦਾ ਕੋਈ ਅਟੈਕ ਨਹੀਂ ਕਰਨਾ ਭਾਈ ਸਾਹਿਬ, ਉਹ ਕਹਿੰਦੇ ਤੇ ਕਹੀ ਜਾਣ। ਦੂਜੀ ਗੱਲ ਮੈਨੂੰ ਇਹ ਲੱਗਦੀ ਹੈ ਵੀ ਇਹ ਲੜਾਈ ਵਿਖਾਵਾ ਜੀ, ਇਹ ਹੁਣ ਮੈਂ ਨਹੀਂ ਕਹਿੰਦਾ, ਇਹ ਵੀ ਬੜੇ ਜ਼ਿੰਮੇਵਾਰ ਬੰਦੇ ਦਾ ਬਿਆਨ ਹੈ। ਜ਼ਿੰਮੇਵਾਰ ਬੰਦਾ ਇਸ ਵਕਤ ਪੰਜਾਬ ਦਾ ਉਪ ਮੁੱਖ ਮੰਤਰੀ OP ਸੋਨੀ ਸਾਹਿਬ। ਪੁੱਛ ਲਿਆ ਪੱਤਰਕਾਰ ਭਾਈਚਾਰੇ ਨਾਲ ਵੀ ਮਹਾਰਾਜ ਇਹ ਤਾਂ ਖਲਾਰਾ ਜ਼ਿਆਦਾ ਪੈ ਗਿਆ ਮਾਲਕੋ, ਫਿਰ ਇਹ ਤਾਂ ਹੁਣ ਔਖਾ ਲੱਗਦਾ ਜੀ, ਕਾਂਗਰਸ ਵੀ ਪਾਟੋ ਧਾੜ ਹੀ ਸਮਝਦੀ ਆਪਾਂ। ਉਹ ਨਹੀਂ ਕਹਿੰਦੇ ਕੀ ਗੱਲਾਂ ਕਰਦੇ, ਇੱਕ ਦੋ ਤੱਤੇ ਬਿਆਨ ਆ ਗਏ ਤੇ ਕਿਤੇ ਇਹਦੇ ਨਾਲ ਕਿਤੇ ਪਾਟੋ ਧਾੜ ਹੋ ਜਾਈਦਾ। ਇਹਦੇ ਮਾਮੂਲੀ ਗੱਲ ਆ, ਪਰਿਵਾਰ 'ਚ ਵਾਧਾ ਘਾਟਾ ਹੋ ਜਾਂਦਾ, ਸਾਰਾ ਕੁਝ ਅਸੀਂ ਇਕੱਠੇ ਆ, ਅਸੀਂ ਮਿਲ ਕੇ ਇਲੈਕਸ਼ਨਾਂ ਲੜਨੀਆਂ, ਕਾਂਗਰਸ ਪਾਰਟੀ ਨੇ ਫਿਰ ਸਰਕਾਰ ਬਣਾਉਣੀ ਹੈ। ਹੁਣ ਪਤਾ ਨਹੀਂ ਉਹਨਾਂ ਨੇ ਟਰਕਾਉਣ ਦਾ ਕਰਕੇ ਕਹਿਤਾ, ਜਾਂ ਫਿਰ ਉਹਨਾਂ ਨੇ ਆਪਣੇ ਪੁਰਾਣੇ ਤਜਰਬੇ ਤੋਂ ਕਿਹਾ ਵੀ ਯਾਰ ਕਦੀ ਸਮਾਂ ਸੀ ਜਿੱਦਣ ਮੇਰਾ ਤੇ ਸਿੱਧੂ ਸਾਹਿਬ ਦਾ ਕੇਸ ਚੱਲਦਾ ਸੀ ਤੇ ਹੁਣ ਅਸੀਂ ਇਕੱਠੇ ਹੀ ਆ, ਕਿੱਡੀ ਕੀ ਗੱਲ ਆ, ਇਸ ਕਰਕੇ ਠੰਡੇ ਹੀ ਚੱਲੋ ਹੈ ਨਾ। ਵੀ ਅੱਜ ਤੁਹਾਨੂੰ ਇਹ ਜਾਪਦਾ ਵੀ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦਾ ਪੇਚਾ, ਕੱਲ ਨੂੰ ਉੱਤੋਂ ਹਾਈ ਕਮਾਨ ਨੇ ਸਾਰਾ ਕੁਝ ਸੈੱਟ ਕਰਤਾ, ਕਿਤੇ ਨਾ ਕਿਤੇ ਜਾ ਕੇ ਸਮਝੌਤਾ ਆ ਗਿਆ, ਫਿਰ ਉਹਨਾਂ ਨੇ ਇਹੋ ਕਹਿਣਾ ਲੋਏ ਤੇ ਫਿਰ ਮੇਰੇ ਪਿਤਾ ਸਮਾਨ ਨੇ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੇ ਸਿਆਣੇ ਨੇਤਾ, ਇੱਕ ਹੋਰ ਪੰਜਾਬ ਦੇ ਸਿਆਣੇ ਨੇਤਾ ਨੇ ਹਰਜੀਤ ਸਿੰਘ ਗਰੇਵਾਲ ਸਾਹਿਬ, ਭਾਰਤੀ ਜਨਤਾ ਪਾਰਟੀ ਦੇ ਲੀਡਰ, ਵੱਡੇ ਲੀਡਰ ਨੇ। ਗਰੇਵਾਲ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਬਾਰੇ, ਉਹ ਕਹਿੰਦੇ ਅਸੀਂ ਨਹੀਂ ਕਹਿੰਦੇ ਸਾਡੀ ਪਾਰਟੀ ਚੋਂ, ਅਸੀਂ ਬਿਲਕੁਲ ਨਹੀਂ ਕਹਿੰਦੇ, ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਕੀ ਕਰਨਾ, ਪਰ ਕਹਿੰਦੇ ਉਹ ਰਾਜਨੀਤੀ ਦੀ ਯੂਨੀਵਰਸਿਟੀ ਨੇ, ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਦੀ ਯੂਨੀਵਰਸਿਟੀ। ਓਹੋ, ਤੁਸੀਂ ਇਹ ਦੇਖੋ ਕਿੱਡਾ ਵੱਡਾ ਸ਼ਬਦ ਵਰਤਿਆ। ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨਾਲ ਲੱਖ ਮਤਭੇਦ ਹੋਣਗੇ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਚਾਹੀਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਰਾਜਨੀਤੀ ਸਿੱਖ ਦੇ। ਉਹ ਬੰਦਾ 2 ਵਾਰੀ ਮੁੱਖ ਮੰਤਰੀ ਬਣਿਆ, ਬਹੁਤ ਕੁਝ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਖਿਆ ਜਾ ਸਕਦਾ। ਰਾਸ਼ਟਰਵਾਦੀ ਨੇਤਾ ਨੇ ਉਹ ਕਹਿੰਦੇ, ਤੇ ਸਿੱਖਣ ਉਹ ਬੰਦੇ। ਹੁਣ ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਜਦੋਂ ਪੰਜਾਬ 'ਚ BJP ਦੇ ਸਮਾਗਮਾਂ ਦੇ ਵਿੱਚ ਕਿਸਾਨ ਵਿਰੋਧ ਕਰਦੇ ਹੁੰਦੇ ਸੀ ਤੇ BJP ਵਾਲੇ ਕਹਿੰਦੇ ਸੀ ਕਿ ਕਿਸਾਨਾਂ ਦੇ ਭੇਸ 'ਚ ਵਿਰੋਧੀ ਪਾਰਟੀਆਂ, ਉਦੋਂ ਠੋਕ ਵਜਾ ਕੇ ਇਹੀ ਕਹੀ ਜਾਂਦੇ ਸੀ ਕਿ ਕੈਪਟਨ ਸਾਹਿਬ ਦੀ ਸਰਕਾਰ ਜਿਹੜੀ ਹੈ ਪੁਲਿਸ ਨੂੰ ਰੋਕਦੀ ਨਹੀਂ, ਸਗੋਂ ਉਹਨਾਂ ਤੱਤਾਂ ਦੇ ਨਾਲ ਰਲਦੀ ਹੈ।
ਇੱਕਦਮ ਗਰੇਵਾਲ ਸਾਹਿਬ ਹੁਣ ਕਹਿੰਦੇ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਤਾਂ ਰਾਜਨੀਤੀ ਦੀ ਯੂਨੀਵਰਸਿਟੀ ਨੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਸੋਨੀਆ ਗਾਂਧੀ ਨੂੰ ਸਿਆਸਤ ਆਉਂਦੀ ਨਹੀਂ, ਕੈਪਟਨ ਅਮਰਿੰਦਰ ਸਿੰਘ ਤੋਂ ਸਿੱਖਣੀ ਚਾਹੀਦੀ ਸੀ, ਇਦਾਂ ਨਹੀਂ ਸੀ ਕਰਨਾ ਚਾਹੀਦਾ। ਨਾ ਸੱਦਾ ਦੇ ਕੇ ਵੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਰਾਜਨੀਤੀ ਦੀ ਯੂਨੀਵਰਸਿਟੀ ਕਹਿ ਦਿੰਦੇ ਹੋ, ਸਦਾ ਹੀ ਹੁੰਦਾ। ਨਹੀਂ, ਕਲੀਅਰ ਹੋ ਗਈ ਨਾ ਗੱਲ। ਇਹਦਾ ਮਤਲਬ ਓਪੀ ਸੋਨੀ ਸਾਹਿਬ ਸਹੀ ਕਹਿ ਰਿਹਾ ਜੀ। ਮਤਲਬ ਜੇ ਇੱਕ ਬਗਾਨੀ ਪਾਰਟੀ ਵਾਲੇ ਅਜੇ ਕੱਲ ਤੱਕ ਪਤਾ ਨਹੀਂ ਕੀ ਕੁਝ ਕਹਿਣ ਵਾਲੇ ਕੈਪਟਨ ਸਾਹਿਬ ਨੂੰ, ਉਹਨਾਂ ਨੂੰ ਯੂਨੀਵਰਸਿਟੀ ਨਜ਼ਰ ਆਉਣ ਲੱਗ ਪਈ ਅਚਾਨਕ ਤੋਂ, ਤੇ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਤੇ ਹੈਗੇ ਹੀ ਸੇਮ ਪਾਰਟੀ 'ਚ ਹੈ ਨਾ। ਫਿਰ ਉਹਨਾਂ ਵਾਲੇ ਹਿਸਾਬ ਨਾਲ ਤਾਂ ਗੱਲ ਠੀਕ। ਵੈਸੇ ਮੈਂ ਸੋਚਦਾ ਸੀ ਵੀ ਕੱਲ ਨੂੰ ਕਿਤੇ ਵੱਡੇ ਬਾਲ ਸਾਹਿਬ ਛੱਡ ਜਾਣ ਅਕਾਲੀ ਦਲ, ਆਖਣ ਜਾਓ ਮੈਂ ਲੜਿਆ ਯਾਰ, ਇਹ ਨਿਆਣੇ ਮੇਰੇ ਆਖਣ ਲੱਗਦੇ ਜੀ, ਫਿਰ ਉਹਨਾਂ ਨੂੰ ਕੀ ਕਹਿਣਗੇ? ਉਹਨਾਂ ਨੂੰ ਤਾਂ ਫਿਰ ਆਕਸਫੋਰਡ ਯੂਨੀਵਰਸਿਟੀ ਕਹਿਣਾ ਪੈਣਾ। ਹਾਂਜੀ, ਅਸੀਂ ਤਾਂ ਹੱਥੀਂ ਬੱਧੀ ਕਹਿੰਦੇ ਹਾਂ, ਅਸੀਂ ਨਹੀਂ ਆਂਦੇ ਉਹ ਭਾਜਪਾ 'ਚ ਆਉਣ, ਪਰ ਉਹ ਤਾਂ ਆਕਸਫੋਰਡ ਯੂਨੀਵਰਸਿਟੀ ਨੇ ਕਿਤੇ ਦਰਸ਼ਨ ਵੀ ਦੇ ਦੇਣ ਤੇ ਫਿਰ ਗੱਲ ਬਣ। ਮਤਲਬ ਲੀਡਰਾਂ ਦਾ ਦੇਖੋ ਬਿਆਨ ਹੀ ਦੇਣਾ, ਕਿੱਧਰਲੇ ਪਾਸੇ ਨੂੰ ਚਲੇ ਜਾਣਾ। ਸੰਧਾਲੀਆ ਸਾਹਿਬ ਲੱਗੇ ਹੱਥ। ਜਦੋਂ ਆਪਾਂ ਕਾਂਗਰਸੀਆਂ ਦੀ ਗੱਲ ਕਰ ਲਈ ਹੈ, ਭਾਜਪਾ ਦੀ ਗੱਲ ਕਰ ਲਈ ਹੈ, ਅਕਾਲੀ ਦਲ ਬਾਦਲ ਦੀ ਵੀ ਗੱਲ ਕਰ ਲਈ ਹੈ, ਅਗਲੇ ਗਏ ਬਨਵਾਰੀ ਲਾਲ ਪ੍ਰੋਹਤ ਸਾਹਿਬ ਕੋ। ਰਾਜਪਾਲ ਮਾਣਮੱਤੇ ਸਾਡੇ ਪੰਜਾਬ ਦੇ ਨਵੇਂ ਬਣੇ ਆ, ਸ਼ਾਇਦ ਪਹਿਲਾ ਮੰਗ ਪੱਤਰ ਹੋਣਾ ਕਿਸੇ ਵੱਡੀ ਪਾਰਟੀ ਵੱਲੋਂ ਉਹਨਾਂ ਨੂੰ ਜਦੋਂ ਦਾ ਕੰਮ ਸੰਭਿਆ। ਹਾਂ, ਇਦਾਂ ਹੀ ਜਾ ਨਹੀਂ, ਇਹਦੋਂ ਪਹਿਲਾਂ ਆਪ ਵਾਲੇ ਦੇ ਨਹੀਂ ਵੱਡਾ ਮੰਗ ਪੱਤਰ। ਅੱਛਾ, ਮਤਲਬ ਹੁਣ ਜਿਹੜੀ ਮੁੱਖ ਵਿਰੋਧੀ ਪਾਰਟੀ ਨੂੰ ਤੁਸੀਂ ਵੱਡੇ ਵੀ ਨਹੀਂ ਗਣੋ? ਨਹੀਂ, ਮੁੱਦੇ ਦੇ ਹਿਸਾਬ ਨਾਲ। ਅੱਛਾ, ਠੀਕ। 2 ਲੱਖ ਪਰਿਵਾਰਾਂ ਵਾਲਾ ਦੇ ਕੇ ਆਏ ਨਾ ਉਹ। ਓਕੇ। ਕਿ ਜਿਹੜੀ ਭਾਰਤਮਾਲਾ ਪ੍ਰੋਜੈਕਟ ਆ ਸੜਕਾਂ ਦੀ, ਹੁਣ ਅਕਾਲੀ ਦਲ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਅਸੀਂ ਰਾਜਪਾਲ ਸਾਹਿਬ ਕੋ ਜਾਣਾ ਹੈ, ਭਾਰਤ ਦੇਸ਼ ਦੀ ਸਰਕਾਰ ਦੇ ਨਾਲ, ਰਾਸ਼ਟਰਪਤੀ ਸਾਹਿਬ ਦੇ ਨਾਲ, ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੰਗ ਪੱਤਰ ਦੇਣਾ ਹੈ ਕਿ ਜਿਹੜੀ ਜ਼ਮੀਨ ਤੁਸੀਂ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਸੜਕਾਂ ਦੇ ਲਈ ਐਕਵਾਇਰ ਕਰ ਰਹੇ ਹੋ, ਕਿਸਾਨ ਨੂੰ 30% ਵੀ ਪੈਸੇ ਨਹੀਂ ਮਿਲਦੇ। ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਇੰਨੇ ਪੈਸੇ ਮਿਲਦੇ ਸੀ, ਹੁਣ ਘੱਟ ਮਿਲਦੇ ਆ, ਮੁਆਵਜ਼ਾ ਪੂਰਾ ਦਿਓ। ਅਗਲੇ ਚਲੇ ਗਿਆ ਰਾਜਪਾਲ ਸਾਹਿਬ ਕੋ, ਨਾਲ ਡਾਕਟਰ ਦਲਜੀਤ ਸਿੰਘ ਚੀਮਾ, ਚੰਦੂ ਮਾਜਰਾ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ, ਹੋਰ ਬਹੁਤ ਸਾਰੇ ਲੀਡਰ। ਤੇ ਜਦੋਂ ਬਾਹਰ ਆਏ ਪ੍ਰੈਸ ਕਾਨਫਰੰਸ ਕੀਤੀ ਤੇ ਉਹ ਕਹਿੰਦੇ ਦੇਖੋ ਚੰਨੀ ਸਾਹਿਬ ਦਾ ਘਰ ਵੀ ਘੇਰਨਾ ਹੈ, ਅਸੀਂ ਤਾਂ ਕਿਸਾਨਾਂ ਨੂੰ ਪੂਰੇ ਪੈਸੇ ਦਿਵਾਉਣੇ ਆ, ਅਕਾਲੀ ਦਲ ਸ਼ੁਰੂ ਤੋਂ ਐ ਰਿਹਾ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜਿਹੜੀ ਅਗਲੀ ਗੱਲ ਉਹਨਾਂ ਨੇ ਕਹਿ ਦਿੱਤੀ, ਉਹ ਕਹਿੰਦੇ ਦੇਖੋ ਗੱਲ ਬੜੀ ਸਿੱਧੀ ਹੈ, ਸਾਨੂੰ ਕਈ ਪੁਲਿਸ ਅਫਸਰਾਂ ਦੇ ਫੋਨ ਆਏ ਆ, ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ, ਜਿਹਨੂੰ ਉਹਨਾਂ ਨੇ ਸੁਖੀ ਰੰਧਾਵਾ ਕਹਿ ਕੇ ਸੰਬੋਧਨ ਕੀਤਾ, ਉਪ ਮੁੱਖ ਮੰਤਰੀ, ਤੇ ਨਾਲ ਨਵਜੋਤ ਸਿੰਘ ਸਿੱਧੂ, ਉਹ ਕਹਿੰਦੇ ਦੋਨੇ ਹੀ ਬੰਦੇ ਜਦੋਂ ਦੇ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਆ, ਅਫਸਰਾਂ ਨੂੰ ਆਪਣੇ ਕੋਲ ਸੱਦਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਭਾਈ ਤੁਹਾਨੂੰ ਪੋਸਟ ਦੇ ਦਿੰਨੇ ਆ, ਪਰ 20 ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲੀਡਰ ਫੜ ਕੇ ਅੰਦਰ ਦੇਣੇ ਪੈਣੇ ਆ। ਉਹ ਕਹਿੰਦੇ ਅਫਸਰ ਬਾਹਰ ਨਿਕਲਣ ਦੇ ਨਾਲ ਹੀ ਸਾਨੂੰ ਟੈਲੀਫੋਨ ਕਰ ਦਿੰਦੇ ਆ ਕਿ ਭਾਈ ਉਹ ਸਾਨੂੰ ਇਦਾਂ ਕਹਿੰਦੇ ਆ। ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਹਿਤਾ, ਉਹ ਕਹਿੰਦੇ ਏਡੀ ਕਿਹੜੀ ਗੱਲ ਆ, ਅਕਾਲੀਆਂ ਨੇ ਕਿਹੜਾ ਪਹਿਲੀ ਵਾਰੀ ਕੁਰਬਾਨੀ ਦੇਣੀ ਆ, ਅਕਾਲੀ ਦਲ ਦੇ ਲੀਡਰਾਂ ਨੇ ਕਿਹੜਾ ਪਹਿਲੀ ਵਾਰੀ ਜੇਲ੍ਹ ਜਾਣਾ, ਤੁਸੀਂ ਐਵੇਂ ਅਫਸਰਾਂ ਨੂੰ ਕਾਹਨੂੰ ਤੰਗ ਕਰਦੇ ਹੋ? ਸਾਨੂੰ ਉਸੇ ਵੇਲੇ ਦੱਸਦੇ, ਸਾਨੂੰ ਦੱਸੋ, ਅਸੀਂ ਆਪ ਹੀ ਉੱਥੇ ਆ ਜੰਨੇ ਆ ਕਿ ਤੁਸੀਂ ਅਕਾਲੀ ਦਲ ਦੇ ਕਿਹੜੇ ਲੀਡਰਾਂ ਦੀ ਕਿੰਨੀ ਗ੍ਰਿਫਤਾਰੀ ਚਾਹੁੰਦੇ ਹੋ। ਦੂਸਰਾ, ਉਹ ਕਹਿੰਦੇ ਅਫਸਰ ਪੁੱਛਦੇ ਆ ਜੀ ਕਿਹੜੇ ਕੇਸ 'ਚ ਫੜੀਏ, ਉਹ ਕਹਿੰਦੇ ਫੜ ਕੇ ਲਿਆਓ, ਕੇਸ ਬਾਅਦ 'ਚ ਦੇਖਾਂਗੇ। ਇਹ ਜਾਨੀ ਛੋਟਾ ਇਲਜ਼ਾਮ ਨਹੀਂ ਹੈ, ਇਹ ਇਲਜ਼ਾਮ ਬਹੁਤ ਵੱਡਾ। ਤੇ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਿੱਧਾ ਹੀ ਕਹਿ ਦਿੱਤਾ, ਤੇ ਕਿਹਾ ਉਦੋਂ ਆ ਜਦੋਂ ਕੈਪਟਨ ਸਾਹਿਬ ਨੇ ਚੈਲੰਜ ਕੀਤਾ ਸੀ ਕਿ ਭਾਈ ਮੈਨੂੰ ਮੇਰੀਆਂ ਸ਼ਿਕਾਇਤਾਂ ਦਿੱਲੀ ਜਾ ਕੇ ਸਿੱਧੂ ਲਾਉਂਦੇ ਸੀ ਕਿ ਭਾਈ ਇਹ ਅਕਾਲੀਆਂ ਨਾਲ ਰਲ ਕੇ ਚੱਲਦੇ, ਉਹਨਾਂ ਨੂੰ ਫੜਦੇ ਨਹੀਂ, ਹੁਣ ਫੜ ਕੇ ਦਿਖਾਓ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਆ ਗਿਆ। ਨਹੀਂ, ਦੇਖੋ ਗੱਲ ਇਹ ਆ ਵੀ ਆਪਣੇ ਭਾਈਚਾਰੇ ਵਾਲੇ ਵੀ ਕਿਹੜਾ ਥੋੜੇ ਬੰਦੇ ਆ, ਜੋ ਉਧਰ ਸੁਖਬੀਰ ਬਾਦਲ ਸਾਹਿਬ ਨੂੰ ਮਿਲੇ ਤੇ ਫਿਰ ਨੇਰੇ ਜੇ ਉਹੀ ਸੁਖੀ ਰੰਧਾਵਾ ਸਾਹਿਬ ਜੀ, ਉਪ ਮੁੱਖ ਮੰਤਰੀ ਪੰਜਾਬ, ਉਹ ਮਿਲ ਗਏ ਕਿਤੇ, ਕਹਿੰਦੇ ਰੰਧਾਵਾ ਸਾਹਿਬ ਕੋਲ ਰੁਕਿਓ ਮਹਾਰਾਜ ਆ, ਤੇ ਬਹੁਤ ਵੱਡੀ ਚਰਚਾ ਨਿਕਲ ਆਈ ਬਾਹਰ। ਹੋਇਆ ਕੀ? ਕਹਿੰਦੇ ਦੇਖੋ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਕਹਿੰਦੇ ਆ ਕਿ ਵੀ ਆਹ ਜਿਹੜਾ ਕੰਮ ਤੁਸੀਂ ਸ਼ੁਰੂ ਕਰ ਲਿਆ, ਇਦਾਂ ਥੋੜਾ ਹੁੰਦਾ ਵੀ ਮੁੱਖ ਮੰਤਰੀ ਤੇ ਚੰਨੀ ਸਾਹਿਬ ਹੈ, ਤੇ ਆਹ ਜਿਹੜੀਆਂ ਟਰਾਂਸਫਰ ਕਰਨੀਆਂ ਜਾਂ ਉਹਦੇ ਦੇਣੇ ਦੂਜੇ ਤੇ, ਜੇ ਇਹ ਕੰਮ ਤੁਸੀਂ ਕਰੀ ਜਾਂਦੇ ਜਾਂ ਵਿੱਚ ਆਪਣੇ ਨਵਜੋਤ ਸਿੰਘ ਸਿੱਧੂ ਨਹੀਂ ਕਰੀ ਜਾਂਦੇ, ਇਦਾਂ ਕਿਦਾਂ? ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ, ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਡਿਪਟੀ ਸੀਐਮ ਹੁੰਦੇ ਸੀ, ਉਦੋਂ ਬਦਲੀਆਂ ਕੌਣ ਕਰਦਾ ਹੁੰਦਾ ਭਲਾ? ਅੱਛਾ, ਉਦੋਂ ਬਾਅਦ ਅਗਲੀ ਗੱਲ ਪੁੱਛ ਲਈ, ਉਹ ਕਹਿੰਦੇ ਯਾਰ ਉਹ ਤੇ ਕਹਿੰਦੇ ਆ ਵੀ ਤੁਸੀਂ ਇਹ ਜੋ ਕੁਛ ਕਰਨ ਡਏ ਹੋ ਨਾ, ਇਹ ਇਸੇ ਕਰਕੇ ਆ ਵੀ ਉਹ ਕਹਿੰਦੇ 20 ਦਿਨਾਂ 'ਚ ਅੰਦਰ ਦੇਣੇ ਬਾਦਲ। ਕਲੀਅਰ ਕੱਟ ਦੱਸੋ ਤੁਸੀਂ ਗੱਲਬਾਤ। ਉਹ ਕਹਿੰਦੇ ਦੇਖੋ ਸ਼ਬਦ ਕਿਹੜਾ ਵਰਤਿਆ, ਕਹਿੰਦੇ ਐਵੇਂ ਡਰ ਦੀ ਗੱਲ ਹੈ ਕਿ ਆਪੋ ਆਪਣਾ ਡਰ ਮਾਰਦਾ, ਇਦਾਂ ਦੀ ਕੋਈ ਗੱਲ ਨਹੀਂ ਹੈ, ਅਸੀਂ ਪੋਲੀਟੀਕਲ ਵੈਂਡੇਟਾ ਨਹੀਂ ਕਰਦੇ, ਸ਼ਬਦ ਜਿਹੜਾ ਉਹਨਾਂ ਨੇ ਵਰਤਿਆ। ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਉੱਦਾਂ ਹੀ ਲੋਕਾਂ ਨੂੰ ਕਈ ਵਾਅਦੇ ਕੀਤੇ ਆ, ਕਈ ਕੁਛ ਕਿਹਾ, ਹੁਣ ਕਰਾਂਗੇ ਤੇ ਸਹੀ ਕੁਛ ਨਾ ਹੋਏ ਨਹੀਂ ਕਹਿ ਗਏ। ਬਾਕੀ ਕਹਿੰਦੇ ਪੋਲੀਟੀਕਲ ਵੈਂਡੇਟਾ ਕੋਈ ਨਹੀਂ, ਬਦਲਾਖੋਰੀ ਕੋਈ ਨਹੀਂ, ਨਾ ਹੀ ਕਿਸੇ ਨੂੰ ਕਹਿੰਦੇ ਆ, ਪਰ ਕਰਾਂਗੇ ਕੁਛ ਨਾ ਕੁਛ। ਜੇ ਅਸੀਂ ਹੁਣ ਲੋਕਾਂ ਨਾਲ ਵਾਅਦਾ ਕੀਤਾ ਤੇ ਕੁਛ ਤੇ ਕਰਾਂਗੇ ਨਾ। ਮਤਲਬ ਉਹ ਇੱਕ ਲਾਈਨ ਦੇ ਵਿੱਚ ਵੇਖੋ ਕਿੱਡੀ ਗੱਲ ਸੀ। ਕੁਲਜੀਤ ਸਿੰਘ ਨਾਗਰਾ ਕਾਰਜਕਾਰੀ ਪ੍ਰਧਾਨ ਨੇ, ਕਈ ਵਾਰ ਦੇ ਐਮਐਲਏ ਨੇ, ਵਿਦਿਆਰਥੀ ਜਥੇਬੰਦੀਆਂ 'ਚੋਂ ਆਏ ਆ, ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛ ਲਿਆ
ਕਿ ਨਾਗਰਾ ਸਾਹਿਬ ਕਿੱਦਾਂ ਉਧਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅੱਜ ਬਿਆਨ ਦੇ ਦਿੱਤਾ ਕਿ ਤੁਸੀਂ ਅਫਸਰਾਂ ਨੂੰ ਕਹਿੰਦੇ ਹੋ ਕਿ ਤੁਹਾਨੂੰ ਪੋਸਟਿੰਗ ਤਾਂ ਦੇਣੀ ਹੈ, ਉਹ ਅਹੁਦਾ ਤਾਂ ਦੇਣਾ, ਕੁਰਸੀ ਤਾਂ ਦੇਣੀ ਹੈ, 20 ਦਿਨਾਂ 'ਚ ਫੜੋਗੇ। ਉਹ ਕਹਿੰਦੇ ਪਹਿਲੀ ਗੱਲ ਮੈਨੂੰ ਇਹ ਦੱਸੋ ਕਿ ਜਿਹੜੇ ਬੰਦੇ ਨੇ ਕੋਈ ਗੁਨਾਹ ਨਹੀਂ ਕੀਤਾ ਉਹਨੂੰ ਡਰਨ ਦੀ ਲੋੜ ਨਹੀਂ, ਡਰ ਬੋਲਤਾ। ਦੂਸਰਾ ਉਹ ਕਹਿੰਦੇ ਜਦੋਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਇਹਨਾਂ ਨੂੰ ਗ੍ਰਿਫਤਾਰ ਕੀਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਨਾ ਕਹਿੰਦੇ ਕਿਸੇ ਅਫਸਰ ਨੇ ਕੀਤਾ ਸੀ, ਨਾ ਕਿਸੇ ਲੀਡਰ ਦੇ ਕਹਿਣ ਤੇ ਕੀਤਾ ਸੀ, ਕਾਨੂੰਨ ਨੇ ਫੜੇ ਸੀ। ਅਫਸਰ ਨੇ ਥੋੜੀ ਫੜੇ ਸੀ, ਕਹਿੰਦੇ ਕਾਨੂੰਨ ਨੇ ਫੜੇ, ਕਾਨੂੰਨ ਮੁਤਾਬਕ ਜੇਲ੍ਹ ਭੇਜੇ, ਕਾਨੂੰਨ ਮੁਤਾਬਕ ਉਹਨਾਂ ਨੂੰ ਜ਼ਮਾਨਤ ਮਿਲ ਗਈ, ਬਾਹਰ ਆ ਗਏ। ਐਤਕੀ ਵੀ ਕਹਿੰਦੇ ਕਿਸੇ ਅਫਸਰ ਨੇ ਨਹੀਂ ਫੜਨੇ। ਜੇ ਉਹਨਾਂ ਦਾ ਕੋਈ ਕਸੂਰ ਹੋਇਆ, ਜੇ ਉਹਨਾਂ ਦੀ ਕੋਈ ਗਲਤੀ ਹੋਈ, ਅੱਜ ਕਹਿੰਦੇ ਐਵੇਂ ਪੱਟਾਂ ਤੇ ਥਾਪੀਆਂ ਮਾਰਦੇ ਫਿਰਦੇ ਆ, ਉਦੋਂ ਨੂੰ ਥਾਪੀ ਮਾਰਨ ਨਾ ਮਾਰਨ, ਜੇ ਕੋਈ ਗਲਤੀ ਹੋਈ, ਜੇ ਕਾਨੂੰਨ ਦੇ ਮੁਤਾਬਕ ਆਗਿਆ ਮਿਲੀ ਤਾਂ ਫੜ ਹੋ ਜਾਣੇ ਆ, ਨਹੀਂ ਤਾਂ ਨਹੀਂ ਫੜ ਹੋਣੇ। ਐਵੇਂ ਕਹਿੰਦੇ ਅੱਗੇ ਹੋ ਕੇ ਥਾਪੀਆਂ ਮਾਰ ਕੇ ਲੋਕਾਂ ਨੂੰ ਪਹਿਲੇ ਕਹੀ ਜਾਣੇ ਫੜ ਲੈਣਾ, ਇਦਾਂ ਨਾ ਕਰੋ। ਪਰ ਸੰਧਾਲੀਆ ਸਾਹਿਬ ਇੱਥੇ ਸਭ ਤੋਂ ਵੱਡਾ ਸਵਾਲ ਪਤਾ ਕੀ ਪੈਦਾ ਹੁੰਦਾ? ਉਹ ਸਵਾਲ ਇਹ ਪੈਦਾ ਹੁੰਦਾ ਕਿ ਭਾਰਤ ਦੇ ਵਿੱਚ 4G 5G ਪਤਾ ਨਹੀਂ ਕਿਹੜਾ ਜੀ, ਉਹਦੇ ਬਹੁਤ ਵੱਡੇ ਘੁਟਾਲੇ ਤੋਂ ਲੈ ਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਂਗਰਸੀ ਅਕਾਲੀ ਲੀਡਰ, ਕਿਸੇ ਦਾ ਕੋਈ ਸੈਂਟਰ ਸਕੈਮ, ਕਿਸੇ ਦਾ ਕੋਈ, ਬਹੁਤ ਸਾਰੇ ਲੀਡਰਾਂ ਦੇ ਉੱਤੇ ਦੋਸ਼ ਲੱਗੇ, ਪ੍ਰੈਸ ਕਾਨਫਰੰਸਾਂ ਹੋਈਆਂ, ਇਹਨੇ ਆਹ ਕੀਤਾ, ਆਹ ਖਾ ਲਿਆ, 90% ਬਰੀ ਹੋ ਜਾਂਦੇ ਆ, ਲੰਬੇ ਕੇਸ ਚੱਲਦੇ ਆ। ਜਾਨੀ ਇਹਦਾ ਮਤਲਬ ਕੀ ਹੈ ਕਿ ਸਿਆਸੀ ਤੌਰ ਦੇ ਉੱਤੇ ਜੇ ਸੱਚੀ ਮੁੱਚੀ ਇੱਕ ਵੀ ਅਫਸਰ ਨੂੰ ਕਿਸੇ ਨੇ ਕਿਹਾ ਕਿ ਭਾਈ ਆਹ ਕੁਛ ਕਰਨਾ ਹੈ, 20 ਦਿਨਾਂ 'ਚ ਫੜਨਾ, ਬਹੁਤ ਮਾੜੀ ਗੱਲ ਹੈ। ਪਰ ਜੇ ਮੈਨੂੰ ਇਹ ਵੀ ਲੱਗਦਾ ਸੀ ਦੂਸਰੇ ਪਾਸੇ ਕਿ ਚੰਗਾ ਹੁੰਦਾ ਕਿ ਜਦੋਂ ਕੋਈ ਅਫਸਰ ਬਾਹਰ ਨਿਕਲ ਕੇ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਫੋਨ ਕਰਦਾ ਹੈ ਕਿ ਭਾਈ ਉਹ ਤਾਂ ਮੈਨੂੰ ਇਦਾਂ ਕਹਿੰਦੇ ਆ, ਉਹ ਕਾਨੂੰਨ ਦਾ ਭਰਤੀ ਹੋਇਆ ਅਫਸਰ ਹੈ, ਸੰਵਿਧਾਨ ਦੇ ਮੁਤਾਬਕ ਭਰਤੀ ਹੋਇਆ ਅਫਸਰ ਹੈ, ਨਾ ਤਾਂ ਉਹਦਾ ਕਿਸੇ ਮੰਤਰੀ ਦੇ ਪ੍ਰਤੀ ਸਲੂਟ ਮਾਰਨ ਦਾ ਕਿ ਭਾਈ ਮੈਂ ਉਹਦੇ ਮੁਤਾਬਕ ਕੰਮ ਕਰਾਂ, ਤੇ ਨਾ ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੂੰ ਉਹਦਾ ਹੱਕ ਬਣਦਾ, ਨਾ ਫਰਜ਼ ਬਣਦਾ ਕਿ ਮੈਂ ਦੱਸਾਂ ਜੀ ਤੁਹਾਡੇ ਬਾਰੇ ਆਹ ਕਹਿੰਦੇ ਆ। ਚੰਗਾ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਅਕਾਲੀ ਦਲ ਦੇ ਬਾਕੀ ਲੀਡਰ ਕਹਿੰਦੇ ਜੀ ਸਾਨੂੰ ਆਏ ਟੈਲੀਫੋਨ ਤੇ ਇਹਨਾਂ ਨੂੰ ਕਹਿਤਾ ਜੇ ਕਾਨੂੰਨ ਮੁਤਾਬਕ ਕਾਰਵਾਈ ਕਰਿਓ ਭਾਈ। ਅਸੀਂ ਇਹਨਾਂ ਨੂੰ ਕਹਿ ਦਿੱਤਾ ਕਿ ਭਾਈ ਮੈਨੂੰ ਨਾ ਦੱਸ, ਜੇ ਤੇਰੇ ਤੋਂ ਗਲਤ ਕੰਮ ਕਰਾਉਂਦੇ ਆ ਤਾਂ ਫਲਾਨੀ ਅਥਾਰਟੀ, ਤੈਨੂੰ ਖੁਦ ਨੂੰ ਪਤਾ ਤੂੰ ਅਫਸਰ ਹੈ, ਉੱਥੇ ਜਾ ਕੇ ਸ਼ਿਕਾਇਤ ਕਰਕੇ ਮੇਰੇ ਤੋਂ ਗਲਤ ਕੰਮ ਕਰਾਉਂਦੇ ਆ। ਸੰਧਾਵਾਲੀਆ ਸਾਹਿਬ, ਪੰਜਾਬ ਇਸ ਦੁੱਖ ਦਾ ਮਾਰਿਆ। ਤੁਸੀਂ ਪਿਛਲੇ 15 ਸਾਲਾਂ ਦੀਆਂ ਅਖਬਾਰਾਂ ਦੀਆਂ ਕਟੀਆਂ, ਟੀਵੀ ਦੀਆਂ ਜਿਹੜੀਆਂ ਫੁਟੇਜ ਕੱਢ ਕੇ ਦੇਖ ਲਓ ਬਾਹਰ। ਇੱਥੇ ਕਿਸੇ ਨੇ ਛੋਟਾ ਮੋਟਾ ਵੀ ਪਰਚਾ ਦਰਜ ਕਰਾਉਣਾ ਹੋਵੇ ਤਾਂ ਸੜਕਾਂ ਜਾਮ ਕਰਨੀਆਂ ਪੈਂਦੀਆਂ, ਇਨਸਾਫ ਲੈਣਾ ਹੋਵੇ ਥਾਣਿਆਂ ਦੇ ਮੂਹਰੇ ਧਰਨੇ ਦੇਣੇ ਪੈਂਦੇ ਆ। ਆਹ ਜਿਹੜਾ ਕੰਮ ਹੁੰਦਾ, ਕਦੇ ਕੋਈ ਲਾਲ ਡਾਇਰੀ ਬਾਹਰ ਕੱਢ ਲੈਂਦਾ ਕਿ ਮੈਂ ਨਾਂ ਲਿਖ ਲੈ, ਕਦੇ ਕੋਈ ਕਹਿ ਦਿੰਦਾ ਜੀ ਸਾਡੀ ਸਰਕਾਰ ਆ ਗਈ, ਕੁਛ ਨਾ ਕੁਛ ਕਰਾਂਗੇ ਤਾਂ ਸਹੀ। ਕਿਉਂ ਨਹੀਂ ਕੋਈ ਵੀ ਲੀਡਰ ਇਹ ਕਹਿੰਦਾ ਕਿ ਭਾਈ ਸਰਕਾਰ ਸਾਡੀ ਆਵੇ ਤਾਂ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ, ਚਾਹੇ ਕੋਈ ਸਾਡਾ ਬੰਦਾ ਹੋਵੇ ਚਾਹੇ ਕਿਸੇ ਦਾ ਹੋਵੇ, ਜੇ ਕਾਨੂੰਨ ਦੇ ਮੁਤਾਬਕ ਸਜ਼ਾ ਬਣਦੀ ਹੋਈ ਤਾਂ ਦੇਾਂਗੇ। ਇਦਾਂ ਕੋਈ ਕਿਉਂ ਕਹੇ ਕਿ ਭਾਈ ਚੱਕ ਕੇ ਇੰਨੇ ਦਿਨਾਂ ਚ ਅੰਦਰ ਦੇ ਦੇਾਂਗੇ, ਜਾਂ ਇਦਾਂ ਕੋਈ ਕਿਉਂ ਕਹੇ ਕਿ ਭਾਈ ਮੈਂ ਡਾਇਰੀ ਤੇ ਨਾਂ ਲਿਖ ਲੈ? ਤੁਸੀਂ ਨਹੀਂ ਲਿਖ ਸਕਦੇ, ਕਾਨੂੰਨ ਲਿਖੂਗਾ। ਉਹ ਕੰਮ ਕਰਨ ਦੇ ਲਈ ਅਸੀਂ ਪੁਲਿਸ ਭਰਤੀ ਕੀਤੀ ਹੈ। ਸਾਡੇ ਕੋਲੇ ਏਜੰਸੀਆਂ ਦੇ ਬੰਦੇ ਨੇ, ਜਾਂਚ ਏਜੰਸੀਆਂ ਦੇ, ਜਿਹੜੇ ਕਿ ਲੋਕਾਂ ਦੇ ਟੈਕਸ ਦੇ ਪੈਸੇ ਚੋਂ, ਖਜ਼ਾਨੇ ਦੇ ਵਿੱਚੋਂ ਤਨਖਾਹ ਲੈਂਦੇ ਆ। ਅੱਜ ਇਸ ਪੱਖੋਂ ਹੀ ਤਾਂ ਪੰਜਾਬ ਮਰਿਆ ਪਿਆ ਕਿ ਭਾਈ ਪਿੰਡ ਦੇ ਕਿਸੇ ਬੰਦੇ ਨੇ ਮਾੜਾ ਮੋਟਾ ਵੀ ਕੰਮ ਕਰਾਉਣਾ ਹੋਵੇ, ਅਸੀਂ ਸਿਆਸੀ ਪਹੁੰਚ ਲੱਭੀ ਦੀ ਹੈ। ਤੁਸੀਂ ਕਾਨੂੰਨ ਦਾ ਰਾਜ ਲਿਆਓ ਤਾਂ, ਜੇ ਤੁਸੀਂ ਕਾਨੂੰਨ ਦਾ ਰਾਜ ਨਹੀਂ ਲਿਆਓਗੇ ਤਾਂ ਔਖਾ। ਜੇ ਸਰਕਾਰ ਕਰਦੀ ਹੈ, ਜੇ ਵਿਰੋਧੀ ਧਿਰ ਕੋਈ ਵੀ ਕਰਦਾ, ਮਾੜਾ ਹੈ। ਨਹੀਂ, ਬਿਲਕੁਲ ਮਾੜਾ ਹੋ ਸਕਦਾ। ਆਪਣੀਆਂ ਗੱਲਾਂ ਬਾਤਾਂ ਤੋਂ ਇਸ ਵਕਤ ਜਿਹੜਾ ਵੀ ਬੰਦਾ ਸੁਣ ਰਿਹਾ, ਦੇਖ ਰਿਹਾ, ਉਹਦੇ ਦਿਮਾਗ 'ਚ ਆਉਂਦਾ ਹੋਵੇ ਉਹ ਯਾਰ ਗੱਲ ਤੇ ਠੀਕ ਆ, ਆਉਣਾ ਆਣਾ ਤੇ ਕੁਛ ਨਹੀਂ ਗਾ, ਹੈ ਨਾ। ਜਾਂ ਇਹ ਵੀ ਕਹਿ ਸਕਦੇ ਉਹ ਨਹੀਂ ਕਰਨਾ ਚਾਹੀਦਾ ਯਾਰ। ਕੁਛ ਬੰਦੇ ਇਹ ਕਹਿਣਗੇ ਨਹੀਂ ਇੱਦਾਂ ਬਦਲਾਖੋਰੀ ਨਹੀਂ ਕਰਨੀ ਚਾਹੀਦੀ। ਵੱਖਰੇ ਵੱਖਰੇ ਵਿਚਾਰ ਹੁੰਦੇ ਆ, ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਚੀਜ਼ ਉੱਪਰੋਂ ਬੜੀ ਸਿੱਧੀ ਪੱਧਰੀ ਲੱਗਦੀ, ਏਡੀ ਸਿੱਧੀ ਪੱਧਰੀ ਹੈ ਨਹੀਂ। ਹੋ ਸਕਦਾ ਕਿਸੇ ਦਾ ਧਿਆਨ ਨਾ ਗਿਆ ਹੋਵੇ, ਪਰ ਮੇਰੇ ਦਿਮਾਗ 'ਚ ਇੱਕ ਐਂਗਲ ਇਹ ਵੀ ਆਉਂਦਾ ਸੀ ਵੀ ਸੁਖਬੀਰ ਬਾਦਲ ਸਾਹਿਬ ਐਡੇ ਕਮਲੇ ਤੇ ਹੈ ਨਹੀਂ ਵੀ ਸਾਹਮਣੇ ਪ੍ਰੈਸ ਆ, ਸਾਹਮਣੇ ਮੀਡੀਆ, ਐਡੀ ਦੂਰ ਤੱਕ ਗੱਲ ਪਹੁੰਚਣੀ ਆ, ਜਿਹੜੀ ਗੱਲ ਕਹਿਣੀ ਆ ਉਹ ਵਿਰੋਧੀਆਂ ਤੱਕ ਵੀ ਜਾਣੀ ਆ, ਤੇ ਉੱਥੇ ਜਾ ਕੇ ਕਹਿਣ ਵੀ ਹਾਂ ਵੀ ਯਾਰ ਇਹ ਤਾਂ ਚਾਹੁੰਦੇ ਆ ਵੀ 20 ਦਿਨਾਂ 'ਚ ਅੰਦਰ ਕਰ ਦੇਣਾ। ਉਹਨਾਂ ਜਿਹੜਾ ਅਫਸਰਾਂ ਦਾ ਜ਼ਿਕਰ ਕੀਤਾ, ਉਹਨਾਂ ਕਿਹੜਾ ਕਿਸੇ ਦਾ ਨਾਂ ਲਿਆ। ਹੁਣ ਇੱਕ ਤਰ੍ਹਾਂ ਨਾਲ ਸ਼ੱਕ ਤੇ ਪੈਦਾ ਕਰ ਦਿੱਤਾ ਨਾ ਵੀ ਮੰਨ ਲਓ ਵੀ ਜਿਹੜੇ ਵੀ ਇਸ ਵਕਤ ਨਵੀਂ ਸਰਕਾਰ ਦੇ ਵਿੱਚ ਬੰਦੇ ਆਉਣੇ ਨੇ, ਜਿਨ੍ਹਾਂ ਨੇ ਆਪਣੀ ਅਫਸਰਸ਼ਾਹੀ ਨੂੰ ਕਹਿਣਾ ਕਰਾਉਣਾ ਵੀ ਭਾਈ ਸਾਹਿਬ ਕੁਛ ਪਤਾ ਨਹੀਂ ਜਿਹਦੇ ਨਾਲ ਤੁਸੀਂ ਗੱਲਾਂ ਕਰਦੇ ਉਹਦੇ 'ਚੋਂ ਕਿਹੜਾ ਮੈਨੂੰ ਫੋਨ ਕਰਦਾ, ਹੈ ਨਾ। ਵੀ ਇੱਕ ਤਰ੍ਹਾਂ ਦੀ ਚਾਲ ਹੋ ਸਕਦੀ ਆ ਵੀ ਭਾਈ ਸਾਹਿਬ ਜਦੋਂ ਵੀ ਕਿਸੇ ਨਾਲ ਤੁਸੀਂ ਗੱਲ ਕਰੋ ਤੇ ਪਤਾ ਜ਼ਰੂਰ ਕਰ ਲਿਓ ਵੀ ਬੰਦਾ ਹੈ ਤੁਹਾਡੇ ਨਾਲ ਹੀ। ਇਹ ਨਾ ਹੋਵੇ ਵੀ ਤੁਸੀਂ ਆਪਣੇ ਦੇ ਢਿੱਡ ਦੀ ਗੱਲ ਕਰ ਲਓ ਤੇ ਅਗਲਾ ਬੰਦਾ ਮੇਰੇ ਤੱਕ ਪਹੁੰਚਾ ਦੇ। ਦੂਜੀ ਚੀਜ਼ ਇਹਦੇ 'ਚ ਮੈਨੂੰ ਲੱਗਦਾ ਵੀ ਐਂਗਲ ਉਲਟਾ ਵੀ ਪੈ ਸਕਦਾ। ਉਹ ਇਹ ਹੈ ਕਿ ਜਿਹੜੀ ਅਫਸਰਸ਼ਾਹੀ ਆ ਉਹ ਸਾਰੀ ਕਿਤੇ ਉੱਦਾਂ ਦੀ ਥੋੜ੍ਹਾ ਜੀ। ਜਿਹੜੇ ਚੰਗੇ ਬੰਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ 'ਚ ਵੀ ਆਖਦਾ ਵੀ ਯਾਰ ਰੌਲਾ ਤੁਹਾਡਾ, ਬਦਨਾਮ ਸਾਨੂੰ ਕਿਉਂ ਕਰਦੇ ਹੋ? ਇਹ ਬਹੁਤ ਜ਼ਰੂਰੀ ਪਤਾ। ਕੱਲ੍ਹ ਨੂੰ ਕੋਈ ਗੁੱਸਾ ਖਾ ਗਿਆ ਤੇ ਉਹਦੇ ਕੋਲ ਕੋਈ ਕਾਗਜ਼ ਪਿਆ ਹੋਇਆ ਪੁਰਾਣਾ, ਤੇ ਫਿਰ ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊਗੀ, ਜੇ ਸੁਖਬੀਰ ਸਿੰਘ ਬਾਦਲ ਹੋਰਾਂ ਤੱਕ ਠੀਕ ਸੂਚਨਾ ਪਹੁੰਚੀ ਹੈ ਤਾਂ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ। ਜੇ ਉਹੀ ਕਿਹਾ ਗਿਆ ਤਾਂ ਉਹਨਾਂ ਦੀ ਗਲਤੀ ਹੈ।
ਨਹੀਂ ਹੋਣਾ ਚਾਹੀਦਾ। ਪਰ ਸਾਨੂੰ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਕੋਈ ਲੀਡਰ ਅੰਦਰ ਦਿੱਤਾ ਜਾਵੇ, ਨਾ ਵਿਰੋਧੀਆਂ ਦਾ ਨਾ ਸੱਤਾਧਾਰੀਆਂ ਦਾ। ਪਰ ਪੰਜਾਬ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਇਨਸਾਫ ਮੰਗਦੇ ਆ ਕਿ ਕਿਹਨੇ ਕੀਤਾ ਤੇ ਕਿਹਨੇ ਕਰਾਇਆ। ਆ ਹੁਣੇ ਹੀ ਨਰਮੇ ਨੂੰ ਗੁਲਾਬੀ ਸੁੰਡੀ ਪਈ ਹੈ, ਉਹਦੇ ਤੋਂ ਪਹਿਲਾਂ 2015-16 ਦੇ ਵਿੱਚ ਵੀ ਇੱਕ ਵਾਰੀ ਕੰਮ ਹੋਇਆ ਸੀ। ਕੀ ਬੀਜ ਗਲਤ ਨੇ, ਕੀ ਸਪਰੇਅ ਗਲਤ ਹੈ, ਕੀ ਖਾਦ ਗਲਤ ਹੈ? ਕਿਉਂਕਿ ਉਹ ਪੰਜਾਬ ਦੇ ਲੋਕਾਂ ਨਹੀਂ ਬਣਾਇਆ, ਉਹ ਕੰਪਨੀਆਂ ਲਿਆਉਂਦੀਆਂ ਤੇ ਕੰਪਨੀਆਂ ਦੀ ਸੁਪਰਵਿਜ਼ਨ ਕਿੰਨੇ ਕਰਨੀ ਹੁੰਦੀ, ਦੇਖਣਾ ਕਿੰਨੇ ਕਰਨਾ ਤਾਂ ਸਰਕਾਰ ਦੇ ਬੰਦਿਆਂ ਨੇ। 2015-16 ਚ ਜੋ ਹੋਇਆ ਸੀ ਜਾਂ ਆ 2021 ਚ ਜੋ ਹੋ ਰਿਹਾ, ਇਹਦਾ ਕੋਈ ਨਾ ਕੋਈ ਬੰਦਾ ਤਾਂ ਜ਼ਿੰਮੇਵਾਰ ਹੋਣਾ। ਸਾਰੇ ਇਹ ਕਹਿੰਦੇ ਆ ਕਿ ਅਸੀਂ ਕਿਸਾਨੀ ਦੇ ਹੱਕ 'ਚ ਦਮ ਭਰਦੇ ਆ। ਸੰਧਾਲੀਆ ਸਾਹਿਬ, ਜੇ ਕਿਸਾਨੀ ਦੇ ਹੱਕ 'ਚ ਦਮ ਭਰਦੇ ਆ ਤਾਂ ਪੰਜਾਬ ਦੇ ਵਿੱਚ ਨਕਲੀ ਬੀਜ ਕਿੱਦਾਂ ਵਿਕਦੇ ਆ? ਕਿਉਂਕਿ ਜਦੋਂ ਨਰਮੇ ਦੇ ਵਿੱਚ ਦੇਸੀ ਬੀਜ ਬੀਜਿਆ ਜਾਂਦਾ ਸੀ, ਉਦੋਂ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਇਹਨੂੰ ਬਿਮਾਰੀ ਬਹੁਤ ਪੈਂਦੀ ਹੈ, ਇਹਨੂੰ ਮੱਖੀ ਬਹੁਤ ਪੈਂਦੀ ਹੈ, ਤੁਹਾਨੂੰ ਅਸੀਂ ਸੁਧਰਿਆ ਬੀਜ ਦਿੰਦੇ ਆ ਜਿਹੜਾ ਕਿ ਪੈਕੇਟ ਬੰਦ ਹੋਏਗਾ, ਉਹ ਤੁਸੀਂ ਬੀਜ ਬੀਜੋ, ਪਾਣੀ ਦਿਓ, ਖਾਦ ਪਾਓ, ਘਰੇ ਸਰਾਣੇ ਥੱਲੇ ਬਾਂਹ ਦੇ ਕੇ ਸੌਂ ਜਾ, ਬਿਮਾਰੀ ਕੋਈ ਲੱਗਣੀ ਨਹੀਂ। ਇਹ ਤਾਂ ਸੁਧਰੇ ਬੀਜ ਹੈ, ਮਹਿੰਗੇ ਭਾਅ ਦੇ ਮਿਲਦੇ ਆ। ਉਹਦੇ ਤੋਂ ਬਾਅਦ ਵੀ ਕਦੇ ਚਿੱਟੀ ਮੱਖੀ, ਕਦੇ ਗੁਲਾਬੀ ਸੁੰਡੀ, ਕਦੇ ਕੁਛ ਤੇ ਕਦੇ ਕੁਛ, ਤੇ ਉਹਦੇ ਤੋਂ ਬਾਅਦ ਸਪਰੇਆਂ ਲਗਾਤਾਰ ਹੋਈ ਜਾਂਦੀਆਂ, ਫਰਕ ਕੋਈ ਪੈਂਦਾ ਨਹੀਂ। ਤੇ ਲੋਕ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ, ਪਵਾ ਕੇ ਨਹੀਂ ਮੈਂ ਕਹਿੰਦਾ, ਫੂਕ ਕੇ ਕਹਿਣਾ, ਨਰਮਾ ਵਾਹੁਣ ਦੇ ਲਈ ਮਜਬੂਰ ਨੇ। ਕਿਸੇ ਨਾ ਕਿਸੇ ਦੀ ਗਲਤੀ ਆ। ਪੰਜਾਬ ਦੇ ਲੋਕ ਨਿਯਮ ਨਹੀਂ ਬਣਾਉਂਦੇ, ਲੀਡਰ ਬਣਾਉਂਦੇ ਆ, ਭਾਵੇਂ ਪਿਛਲੀ ਵਾਰੀ ਦੇ ਆ ਭਾਵੇਂ ਹੁਣ ਦੇ ਆ। ਇਸ ਕਰਕੇ ਜੇ ਤਾਂ ਭਾਈ ਕਿਸੇ ਲੀਡਰ ਦਾ ਕਸੂਰ ਹੈ, ਸਜ਼ਾ ਮਿਲਣੀ ਚਾਹੀਦੀ ਹੈ, ਭਾਵੇਂ ਉਹ ਕੋਈ ਵੀ ਮਸਲਾ। ਜੇ ਪੰਜਾਬ ਦੇ ਨੌਜਵਾਨਾਂ ਨੂੰ ਪਿਛਲੀ ਵਾਰ ਹੁਣ ਬੇਰੁਜ਼ਗਾਰੀ ਭੱਤਾ ਨਹੀਂ ਮਿਲਿਆ, ਜੇ ਕਿਸੇ ਵੀ ਭਰਤੀ ਦੇ ਵਿੱਚ ਘਪਲਾ ਘੁਟਾਲਾ ਹੋਇਆ, ਜੇ ਗਲਤ ਤਰੀਕੇ ਦੇ ਨਾਲ ਨਜਾਇਜ਼ ਮਾਈਨਿੰਗ ਹੋਈ ਹੈ, ਕਿਤੇ ਲੀਡਰਾਂ ਦੇ ਕਹਿਣ ਤੋਂ ਬਿਨਾਂ ਹੀ ਹੋ ਗਈ ਪਿਛਲੇ 20 ਸਾਲਾਂ 'ਚ, ਚਾਹੇ ਹੁਣ ਦੇ ਆ ਚਾਹੇ ਪਿਛਲੇ ਆ, ਸਜ਼ਾ ਤਾਂ ਮਿਲਣੀ ਚਾਹੀਦੀ ਹੈ। ਤੇ ਉੱਥੇ ਜੇ ਆਪਾਂ ਕਹਾਂਗੇ ਜੀ ਅਫਸਰ ਸਾਨੂੰ ਦੱਸ ਦਿੰਦੇ, ਅਫਸਰ ਉਦਾਂ ਕਰਦੇ ਆ, ਤੇ ਉਹ ਵੀ ਕਹਿਣ ਕਿ 20 ਦਿਨਾਂ 'ਚ ਫੜ ਕੇ ਲਿਆਓ, ਫਿਰ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲਿਆ। ਥਾਲ 'ਚ ਪਾ ਕੇ ਰੱਖਿਓ ਕਿਤੇ ਹੋਰ। ਨਹੀਂ, ਇਹ ਵੀ ਹੋ ਸਕਦਾ ਵੀ ਬੰਦਾ ਕੋ ਆਪਣੇ ਪਰਿਵਾਰ 'ਚ ਇਹ ਵੀ ਸੋਚਦਾ ਵੀ ਯਾਰ ਇਦਾਂ ਹੁੰਦਾ ਨਹੀਂ ਹੁੰਦਾ, ਕਦੀ ਲੀਡਰਾਂ ਨੂੰ ਵੀ ਸਜ਼ਾ ਮਿਲੀ ਹੈ। ਤੇ ਮੈਂ ਯਾਦ ਕਰਾਵਾਂ ਵੀ ਮਹੀਨੇ ਮੈਨੂੰ ਲੱਗਦਾ 1.5 ਹੋਇਆ ਹੋਊਗਾ ਜਾਂ 2 ਹੋਏ ਹੋਣੇ ਆ ਜੀ, ਜਮਾ ਗਵਾਂਢ ਦੇ ਵਿੱਚ 66 ਤੋਂ ਪਹਿਲਾਂ, ਉਹ ਵੀ ਪੰਜਾਬ ਹੀ ਵੱਜਦਾ ਹੈ, ਵੱਡੇ ਲੀਡਰ ਨੇ ਉਧਰ ਦੇਖ, 9.5 ਸਾਲ ਦੀ ਜੇਲ੍ਹ ਕੱਟ ਕੇ ਆਏ ਆ ਉਹ। ਤੇ ਜਿਹੜੇ ਕੰਮ ਦੇ ਵਿੱਚ ਜੇਲ੍ਹ ਕੱਟੀ, ਜੇਲ੍ਹ ਦੇ ਵਿੱਚ ਉਹ ਕੰਮ ਆਪ ਕਰਦੇ ਰਿਹਾ, ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਨਹੀਂ ਯਾਰ ਟੀਚਰ ਹੋਣਾ ਚਾਹੀਦਾ ਹੈ ਜੀ, ਹੈ ਨਾ। ਤੇ ਫਿਰ ਉਹਨਾਂ ਨੇ ਬਾਅਦ ਦੇ ਵਿੱਚ ਅੰਗਰੇਜ਼ੀ ਦਾ ਪੇਪਰ ਵੀ ਹੁਣ ਤੱਤਾ ਦਿੱਤਾ, ਉਹ 'ਚ ਕਹਿੰਦੇ ਕੋਈ 80% ਤੋਂ ਬਾਅਦ ਨੰਬਰ ਵੀ ਆਏ ਨੇ। ਚਲੋ 9.5 ਸਾਲ ਬਾਅਦ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਟੀਚਰ ਐਵੇਂ ਨਹੀਂ ਭਰਤੀ ਕਰ ਲੈਂਦੇ, ਟੀਚਰ ਦੀ ਵੀ ਕੋਈ ਅਹਿਮੀਅਤ ਹੁੰਦੀ ਹੈ। ਨਹੀਂ, ਤੁਸੀਂ ਓਮ ਪ੍ਰਕਾਸ਼ ਚੌਟਾਲਾ ਦਾ ਜ਼ਿਕਰ ਕੀਤਾ, ਮੈਂ ਤਾਂ ਹੀ ਕਿਹਾ ਮਤਲਬ ਉਹ ਵੀ ਤੇ ਇੱਕ ਸਜ਼ਾ ਹੋਈ ਹੈ। ਮੈਂ ਉਹ ਉਦਾਹਰਨ ਦੇ ਦਈਏ ਵੀ ਇਹ ਨਹੀਂ ਕਿ ਸਾਰੇ ਪਾਸੇ ਹੁੰਦੀ ਨਹੀਂ। ਇਹਦੋਂ ਪਹਿਲਾਂ ਜੇ ਆਪਾਂ ਹੋਰ ਜ਼ਿਕਰ ਕਰ ਦਈਏ ਤੇ ਉਹ ਵੀ ਵੈਸੇ ਬੰਦਾ ਹੁਣ ਬਾਹਰ ਆ ਗਿਆ, ਉਹ ਬਿਹਾਰ ਦੇ ਵਿੱਚ ਲਈ ਐਗਜ਼ਾਮਪਲ ਆ ਜੀ। ਬੜਾ ਚਿਰ ਰੌਲਾ ਪੈਂਦਾ ਰਿਹਾ ਯਾਰ ਉਹ ਚਾਰਾ ਘੁਟਾਲੇ ਮੈਂ ਕੁਛ ਕਰਾਂਗੇ ਕਿ ਨਹੀਂ ਕਰਾਂਗੇ। ਜਿੰਨਾ ਚਿਰ ਕੇਸ ਚੱਲਦਾ ਰਿਹਾ ਬੰਦਾ ਪਾਰਲੀਮੈਂਟ ਤੱਕ ਵੀ ਰਿਹਾ, ਤੇ ਜਦੋਂ ਫਿਰ ਕੇਸ ਦਾ ਕੰਮ ਨਿਬੜ ਗਿਆ ਉਦੋਂ ਫਿਰ ਬੰਦਾ ਜੇਲ੍ਹ 'ਚ ਵੀ ਰਿਹਾ ਜੀ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਕਿਤੇ ਕੋਈ ਕਾਰਵਾਈ ਕਾਨੂੰਨ ਦੇ ਹਿਸਾਬ ਨਾਲ ਹੋਵੇ ਤੇ ਸਜ਼ਾਵਾਂ ਮਿਲਦੀਆਂ ਵੀ, ਇਹ ਨਹੀਂ ਕਿ ਨਹੀਂ ਮਿਲਦੀਆਂ। ਨਹੀਂ, ਬਿਲਕੁਲ। ਆ ਦੇਖੋ ਤੁਸੀਂ, ਉਹ ਪਰਲੇ ਪਾਸੇ ਬਠਿੰਡੇ ਵੱਲ ਸ਼ਰਾਬ ਦਾ ਕਿੱਡਾ ਵੱਡਾ ਠੇਕੇਦਾਰ ਸ਼ਿਵਲਾਲ ਅੰਦਰ ਹੀ ਆ। ਰੁਪਈਏ ਘੱਟ ਆ ਕਿ ਸਿਆਸੀ ਤੌਰ ਤੇ ਪਹੁੰਚ ਘੱਟ ਸੀ। ਮੈਂ ਦੂਸਰੀ ਗੱਲ ਇਹ ਵੀ ਕਹਿ ਦਿੰਦਾ ਸੰਧਾਲੀਆ ਸਾਹਿਬ ਕਿ ਆਪਾਂ ਨਰਮੇ ਨਾਲ ਜੋੜ ਕੇ ਗੱਲ ਕੀਤੀ ਸੀ ਨਾ, ਓਮ ਪ੍ਰਕਾਸ਼ ਚੌਟਾਲਾ ਸਾਹਿਬ ਜਿਹੜੇ ਆ, ਉਹਨਾਂ ਨੇ ਜਦੋਂ 10ਵੀਂ 12ਵੀਂ ਕੀਤੀ ਆ, ਹੋ ਸਕਦਾ ਛੁੱਟੀ ਆਉਂਦੇ ਸੀ, ਪੈਰੋਲ ਆਉਂਦੇ ਸੀ, ਤੇ ਉਦੋਂ ਕਿਸੇ ਨੂੰ ਕਹਿੰਦੇ ਹੁਣ ਯਾਰ ਆ 2 ਚੈਪਟਰ ਸਮਝ ਨਹੀਂ ਆਉਂਦੇ, ਕਿਸੇ ਟੀਚਰ ਨੂੰ ਸੱਦੋ, ਤੇ ਟੀਚਰ ਨੂੰ ਪਹਿਲਾਂ ਪੁੱਛਦੇ ਹੋਣ ਯਾਰ ਮੇਰਾ ਭਰਤੀ ਕੀਤਾ ਤਾਂ ਨਹੀਂ। ਵੈਸੇ ਗੱਲ ਹੀ ਹੈ, ਵੈਸੇ ਭਰਤੀਆਂ ਰੱਦ। ਕਾਕਾ ਤੂੰ ਭਰਤੀ ਕਦੋਂ ਹੋਇਆ ਸੀ? ਤੂੰ ਉਦੋਂ ਕਾਗਜ਼ ਤੇ ਨਹੀਂ ਭਰੇ? ਕਾਗਜ਼ ਤਾਂ ਨਹੀਂ ਭਰੇ, ਉਹ ਸਾਰਾ ਚੱਕਰ ਵੀ ਹੈ। ਸੰਧਾਵਾਲੀਆ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਚਰਚਾ ਚੱਲੀ ਸੀ ਕਿ ਸਿਆਸੀ ਲੀਡਰ ਪਿੰਡਾਂ 'ਚ ਜਾਂਦੇ ਆ ਪੰਜਾਬ ਦਿਆਂ 'ਚ, ਉਹਨਾਂ ਨੂੰ ਅਪਸ਼ਬਦ ਬੋਲੇ ਜਾਂਦੇ ਆ ਜਾਂ ਵਿਰੋਧ ਹੁੰਦਾ, ਇਦਾਂ ਨਾ ਕਰੋ। ਉਹ ਕਹਿੰਦੇ ਸੀ ਸਾਡਾ ਰਾਈਟ ਆ। ਲੋਕ ਕਿਸਾਨਾਂ ਦੇ ਕਹਿਣ ਤੇ ਜਾ ਕੇ ਥੱਕੇ ਕਿਸੇ ਨਾ ਕਿਸੇ ਤਰੀਕੇ ਵਿਰੋਧ ਕਰਦੇ ਸੀ। ਅਸੀਂ ਕਹਿੰਦੇ ਸੀ ਅਪਸ਼ਬਦ ਨਾ ਬੋਲੋ, ਸਵਾਲ ਸਵੂਲ ਪੁੱਛ ਲਓ, ਮਾਣ ਮੱਤੇ ਲੀਡਰ ਨੇ ਸਾਡੇ। ਇਸ ਵੇਲੇ ਆਹ ਜਿਹੜਾ ਦਿਨ ਚੱਲਦੇ ਆ, ਜਦੋਂ ਸਵੇਰੇ ਸਵੇਰੇ ਭਾਰਤ ਦੇ ਸਮੇਂ ਅਨੁਸਾਰ ਆਪਾਂ ਦੋਨੋਂ ਭਾਊ ਇੱਥੇ ਬੈਠੇ ਗੱਲ ਕਰਦੇ ਆ, ਅੱਜ ਦਾ ਸਮਾਂ ਇਹ ਸਾਬਤ ਕਰਦਾ ਕਿ ਕਿਉਂ ਲੋਕ ਵਿਰੋਧ ਕਰਦੇ ਆ। ਉਹਦਾ ਕਾਰਨ ਹੈ, ਤੁਸੀਂ ਇਹ ਦੇਖੋ ਕਿ ਅਕਾਲੀ ਦਲ ਇਹ ਕਹਿੰਦਾ ਸੀ 100 ਦਿਨ ਰੈਲੀਆਂ ਕਰਨੀਆਂ, ਕਾਂਗਰਸੀ ਦਿੱਲੀ ਬੈਠੇ ਆ, ਮੰਤਰੀ ਮੰਡਲ ਬਣਾਉਣਾ ਹੈ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਚੁੱਪ ਨੇ, ਪਤਾ ਨਹੀਂ ਕਿਉਂ ਚੁੱਪ ਨੇ। ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ, ਸਿਮਰਜੀਤ ਸਿੰਘ ਬੈਂਸ ਹੋਰੀ ਕੱਲ ਗਏ, ਸੁਖਬੀਰ ਸਿੰਘ ਬਾਦਲ ਸਾਹਿਬ ਅੱਜ ਜਾਣਗੇ ਨਰਮਾ ਪੱਟੀ। ਕਾਂਗਰਸੀ ਸਰਕਾਰ ਕਹਿੰਦੀ ਆ ਕਿ ਗਰਦਾਰੀ ਕਰਾਉਣੀ ਸ਼ੁਰੂ ਕਰਤੀ, ਅਸੀਂ ਪੈਸੇ ਪੂਸੇ ਦਿੰਨੇ ਆ, ਠੀਕ ਹੈ। ਸਵਾਲ ਇਹ ਪੈਦਾ ਹੁੰਦਾ ਕਿ ਮਹੀਨਾ ਇੱਕ ਹੋ ਗਿਆ ਰੌਲਾ ਪੈਂਦੇ ਨੂੰ, 1 ਮਹੀਨਾ ਕਿਸੇ ਵੀ ਸਿਆਸੀ ਪਾਰਟੀ ਨੇ ਠੋਕ ਕੇ ਐਲਾਨ ਨਹੀਂ ਕੀਤਾ ਕਿ ਅਸੀਂ 1 ਮਹੀਨੇ ਲਈ ਆਪਣੀਆਂ ਸਰਗਰਮੀਆਂ ਬੰਦ ਕਰਦੇ ਹਾਂ, ਅਸੀਂ ਆਪਣਾ ਦਫ਼ਤਰ ਜਿਹੜਾ ਲਿਆ ਉਹਦੇ ਖਰਚੇ ਘਟਾ ਦਿੰਨੇ ਆ,
ਅਸੀਂ ਆਪਣੀ 1 ਮਹੀਨੇ ਦੀ ਤਨਖਾਹ ਜਿਹੜੀ ਆ ਸਾਰੀ ਇਕੱਠੀ ਕਰਦੇ ਹਾਂ। ਅਸੀਂ ਜਿਹੜਾ ਰੈਲੀਆਂ ਤੇ ਖਰਚਾ ਹੋਣਾ ਸੀ ਉਹ ਇੱਕ ਜਗ੍ਹਾ ਤੇ ਇਕੱਠਾ ਕਰਦੇ ਹਾਂ। ਅਸੀਂ 10 ਪਿੰਡ ਅਡਾਪਟ ਕਰ ਲਏ ਨੇ। ਕੋਈ ਪਾਰਟੀ ਵੱਡੀ ਆ, ਜਿਹੜੇ ਕਹਿੰਦੇ ਨਾ ਅਸੀਂ ਬਹੁਤ ਵੱਡੇ ਆ, ਉਹ 50 ਪਿੰਡ ਅਡਾਪਟ ਕਰਦੀ, ਕੋਈ 200 ਪਿੰਡ ਅਡਾਪਟ ਕਰਦੀ, ਕੋਈ ਛੋਟੀ ਆ 1 ਪਿੰਡ ਅਡਾਪਟ ਕਰਦੀ, ਕਿ ਉਹਦੇ ਵਿੱਚ ਜਿੰਨੇ ਕਿਸਾਨਾਂ ਦਾ ਨਰਮਾ ਉਹਨਾਂ ਨੂੰ ਵਾਹੁਣਾ ਪਿਆ, ਅਸੀਂ ਜਿਹੜੇ ਖਰਚੇ ਸਿਆਸੀ ਤੌਰ ਤੇ ਕਰਨੇ ਸੀ ਉਹਦੇ ਵਿੱਚੋਂ ਇੰਨੇ ਪੈਸੇ ਆ ਮਈਰਮੈਂਟ ਦੇ ਹਿਸਾਬ ਨਾਲ ਆਪ ਦਿੰਨੇ ਆ। ਹੈਲਪਲਾਈਨ ਚਾਲੂ ਕਰ ਦਿੰਦੇ ਕਿ ਭਾਈ ਜਿਹਦਾ ਨਰਮਾ ਖਤਮ ਹੋ ਗਿਆ, ਖਰਾਬ ਹੋ ਗਿਆ, ਉਹ ਵਾਹੁਣ ਨੂੰ ਫਿਰਦਾ ਹੈ, ਸਾਨੂੰ ਇੱਕ ਵਾਰੀ ਟੈਲੀਫੋਨ ਕਰੋ, ਸਾਡੇ ਕੋਲ ਬਥੇਰੇ ਟਰੈਕਟਰ ਅਸੀਂ ਸਾੜ ਰਹੇ ਹਾਂ, ਹੁਣ ਨਹੀਂ ਸਾੜਨੇ, ਹੋਰ 5 ਸਾਲਾਂ ਨੂੰ ਸਾੜ ਦੇਣੇ, ਅਸੀਂ ਵਾਹ ਕੇ ਜਾਵਾਂਗੇ, ਜਿੰਨੇ ਤੁਹਾਡੇ ਪੈਸੇ ਲੱਗੇ ਨੇ 4 ਰੁਪਈਏ ਤੁਹਾਨੂੰ ਦੇ ਕੇ ਜਾਵਾਂਗੇ। ਮੈਂ ਤਾਂ ਇਹ ਵੀ ਬੇਨਤੀ ਕਰਦਾ, ਸਵੇਰ ਵਾਲੇ ਪ੍ਰੋਗਰਾਮ 'ਚ ਵੀ ਕੀਤੀ ਸੀ, ਕਿ ਲੋਕਾਂ ਨੇ ਪਿਛਲੇ ਸਮੇਂ 'ਚ ਵਿਰੋਧ ਕੀਤਾ, ਲੀਡਰਾਂ ਨੇ ਆਪਣਾ ਕੰਮ ਕੀਤਾ, ਹੁਣ ਵਿਚਾਲੇ ਵਾਲੇ ਬੰਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਆਪਣੇ ਪਰਿਵਾਰਾਂ ਰਿਸ਼ਤੇਦਾਰੀਆਂ ਦੇ ਵਿੱਚੋਂ ਨੇ ਜਿਹੜੇ, ਅੱਜ ਉਹਨਾਂ ਦੀ ਲੋੜ ਹੈ, ਸਾਨੂੰ ਉਹਨਾਂ ਤੇ ਮਾਣ ਬੜਾ ਕਿ ਉਹ ਕੰਮ ਕਰਨਗੇ। ਤੁਸੀਂ ਬੈਠੇ ਹੋ, ਕੋਈ ਸਿਆਸੀ ਪਾਰਟੀ ਨਿੱਠ ਕੇ ਨਹੀਂ ਗਈ ਜਿੱਦਾਂ ਜਾਣਾ ਚਾਹੀਦਾ ਸੀ, ਹੁਣ ਲੇਟ ਜਾ ਰਹੇ ਆ। ਮੁੱਦਾ ਜਦੋਂ ਚੱਲ ਗਿਆ, ਤੁਹਾਨੂੰ ਤੁਹਾਡੀ ਪਾਰਟੀ ਦੇ ਲੀਡਰ ਦਾ ਫੋਨ ਆਉਂਦਾ, ਅਟੈਂਡ ਕਰੋ, ਸ਼੍ਰੀਮਾਨ ਜੀ ਕਹਿ ਕੇ ਗੱਲ ਕਰੋ, ਤੇ ਉਹ ਕਹਿਣਾ ਜੀ ਰੈਲੀ 'ਚ ਆਇਓ, ਮੀਟਿੰਗ ਕਰਨੀ ਹੈ, ਬੱਸ ਭੇਜਾਂਗੇ, ਰੋਡ ਸ਼ੋਅ ਤੇ ਜਾਣਾ ਹੈ, ਝੰਡੀਆਂ ਲਾ ਦਿਓ। ਤੁਸੀਂ ਉਹਨਾਂ ਨੂੰ ਇੱਕੋ ਹੀ ਕਹੋ ਜੀ ਕਿੰਨੀ ਨੂੰ ਆ, ਪਰਸੋਂ ਨੂੰ, ਠੀਕ ਹੈ ਜੀ ਆਵਾਂਗੇ, ਪਰ ਐਂ ਕਰੋ ਕੱਲ ਲੀਡਰ ਸਾਹਿਬ ਸਾਡੇ ਕਹੇ ਤੇ ਇੱਕ ਵਾਰੀ ਨਰਮੇ ਵਾਲੇ ਕਿਸੇ ਪਿੰਡ ਚਲੀਏ, ਉੱਥੇ ਜਾ ਕੇ ਜਿੰਨੇ ਕੁ ਪੈਸੇ ਤੁਸੀਂ ਇਲੈਕਸ਼ਨ ਤੇ ਲਾਉਣੇ ਆ ਥੋੜੇ ਬਹੁਤ ਉੱਥੇ ਦੇ ਕੇ ਆਈਏ। ਜੇ ਤਾਂ ਉਹ ਤੁਹਾਡੀ ਗੱਲ ਮੰਨ ਲੈਂਦੇ, ਕਿਉਂਕਿ ਤੁਹਾਡੀ ਭੂਆ ਦਾ ਪਿੰਡ ਵੀ ਹੋ ਸਕਦਾ ਨਰਮੇ ਵਾਲੀ ਲਪੇਟ 'ਚ, ਤੁਹਾਡੀ ਮਾਸੀ ਦਾ ਪਿੰਡ ਵੀ ਹੋ ਸਕਦਾ, ਤੁਹਾਡੇ ਚਾਚੇ ਤਾਏ ਦੀ ਜ਼ਮੀਨ ਉੱਥੇ ਹੋ ਸਕਦੀ ਹੈ, ਤੁਹਾਡਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਕਲਾਸ ਫੈਲੋ ਕੋ ਉੱਥੇ ਹੋ ਸਕਦਾ। ਇਸ ਕਰਕੇ ਜਿਹੜੇ ਸਾਡੇ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਬਲਾਕ ਦੇ ਲੀਡਰ, ਜ਼ਿਲ੍ਹੇ ਦੇ ਲੀਡਰ ਨੇ, ਤੁਸੀਂ ਹੁਕਮਾਂ ਤੇ ਫੁੱਲ ਚਾੜਦੇ ਹੋ ਨਾ। ਆਹ ਪੰਜਾਬ ਦੀ ਤਰਾਸਦੀ ਹੈ ਨਾ, ਸਾਰੀਆਂ ਪਾਰਟੀਆਂ ਕਹਿੰਦੀਆਂ ਕਿਸਾਨਾਂ ਦੇ ਹੱਕ 'ਚ ਖੜੇ, ਹੱਕ 'ਚ ਖੜੇ, ਸਾਨੂੰ ਸਟੇਜਾਂ ਤੇ ਨਹੀਂ ਜਾਣ ਦਿੰਦੇ। ਨਰਮੇ ਦੇ ਖੇਤ 'ਚ ਜਾਣ ਨੂੰ ਨਹੀਂ ਰੋਕਦਾ, ਉੱਥੇ ਜਾਓ ਤੇ ਐਤਕੀ ਨਾਲੇ ਪਤਾ ਲੱਗ ਜੂ ਕਿ ਲੀਡਰ ਤੁਹਾਡੇ ਨਾਲ ਕਿੰਨਾ ਕੁ ਤੁਰਦੇ ਆ। ਸਾਨੂੰ ਮਾਣ ਬੜਾ ਹੈ ਜਿਹੜੇ ਪਿੰਡਾਂ ਦੇ ਵਿੱਚ ਨੇ, ਜਿਨ੍ਹਾਂ ਨੇ ਕੱਲ ਨੂੰ ਲੋਕਾਂ ਕੋਲ ਜਾ ਕੇ ਵੋਟਾਂ ਮੰਗਣੀਆਂ, ਮੰਗਣ ਦੀ ਲੋੜ ਨਹੀਂ, ਲੋਕ ਕਤਾਰ ਬਣ ਕੇ ਤੁਹਾਡੇ ਘਰਾਂ ਮੂਹਰੇ ਖੜੇ ਹੋਣਗੇ, ਜੀ ਦੱਸੋ ਵੋਟ ਕਿੱਥੇ ਪਾਉਣੀ ਹੈ। ਦੇਖੋ ਗੱਲ ਇਹ ਆ WhatsApp, ਇਹ ਆਈਡੀਆ ਤੁਹਾਡਾ ਬਹੁਤ ਵਧੀਆ, ਪਰ ਜਿਹੜੇ ਵੀ ਤੁਸੀਂ ABC ਪ੍ਰਧਾਨਾਂ ਦੀ ਗੱਲ ਕੀਤੀ ਉਹਦੇ ਚੋਂ 10% ਹੀ ਹੁੰਦੇ ਜਿਨ੍ਹਾਂ ਦੇ ਪੱਲੇ ਕੁਝ ਹੁੰਦਾ। ਬਹੁਤੇ ਦੇ ਵਿਚਾਰੇ ਮੇਰੇ ਗਏ ਹੁੰਦੇ ਆ, ਉਹਨਾਂ ਦਾ ਕੰਮ ਹੁੰਦਾ ਵੀ ਯਾਰ ਅੱਛਾ ਹੁਣ ਉਧਰੋਂ ਕਹਿ ਦਿੱਤਾ, ਇਹ 10 ਬੰਦੇ ਵੀ ਇਕੱਠੇ ਕਰਨੇ ਪੈਣੇ ਆ, ਫਿਰ ਕਿਸੇ ਨੂੰ ਕੋਈ ਮਿੱਠਾ ਠੰਡਾ ਵੀ ਖਵਾਉਣਾ ਪਿਆਉਣਾ ਪੈਣਾ, ਫਿਰ ਗੱਡੀ ਵੀ ਆਪਣੀ ਭੰਨਣੀ ਪੈਣੀ ਆ, ਫਿਰ ਇੱਧਰ ਉੱਧਰ ਬਗਾਰ ਤੇ ਵੀ ਜਾਣਾ ਪੈਣਾ। ਸ਼ਾਮ ਨੂੰ ਜਦੋਂ ਨਿਸਲ ਜਾਓਗੇ ਘਰੇ ਵੜਨਾ, ਉਦੋਂ ਫਿਰ ਘਰ ਵਾਲੀ ਨੇ ਅੱਖਾਂ ਕੱਢਣੀਆਂ, ਹਾਂ ਗੰਢੇ ਆਖਿਆ ਸੀ, ਉਹ ਅੱਛਾ ਮੈਂ ਭੁੱਲ ਗਿਆ, ਚਾਹ ਪੱਤੀ ਮੁੱਕੀ, ਉਹ ਅੱਛਾ ਤੂੰ ਮੁੰਡੇ ਕੋ ਮੰਗਾ ਲੈਣੀ, ਆਹੋ ਫਿਰ ਠੀਕ ਆ, ਮੱਝ ਡਿੰਗੀ ਜਾਂਦੀ ਇਹਨੂੰ ਗਿਆ, ਤੁਹਾਡੇ ਹੱਥ ਤੇ ਪਈ, ਤੁਸੀਂ ਸਵੇਰੇ ਚੋ ਕੇ ਨਹੀਂ ਗਏ, ਉਹ ਅੱਛਾ ਮੈਨੂੰ ਚੇਤਾ ਭੁੱਲ ਗਿਆ। ਕਈ ਵਾਰੀ ਪਤਾ ਕਹਿੰਦੇ ਹੁੰਦੀ ਆ, ਉਧਰੋਂ ਉਹ ਰੋਟੀਆਂ ਪਕਾਉਂਦੀ ਹੁੰਦੀ, ਉਹ ਕਹਿੰਦਾ ਹੁੰਦਾ ਉਧਰੋਂ ਕੀ ਕਰਦੀਆਂ, ਤੈਨੂੰ ਹੀ ਫੂਕਦੀ। ਆਪਾਂ ਇਹ ਨਹੀਂ ਕਹਿੰਦੇ ਸਾਰੇ, ਬਹੁਤੇ ਵਿਚਾਰੇ ਜਿਹੜੇ ਹੁਣ ਜਿਹੜਾ ਜਿਹਦੀ ਅੱਗੇ ਨਹੀਂ ਵਿਚਾਰੀ ਦਾ ਆ ਹਾਲ ਆ, ਤੁਸੀਂ ਉਹਨੂੰ ਉਹ ਕਹੋ ਵੀ ਹਾਂ ਵੀ ਭਾਈ ਸਾਹਿਬ ਤੂੰ ਹੁਣ ਮੋਢੇ ਤੇ ਸਾਫਾ ਰੱਖ ਕੇ ਤੂੰ ਨਰਮੇ ਵਾਲੇ ਖੇਤ 'ਚ ਜਾ ਵੜ, ਉਹ ਜੇ ਕਿਤੇ ਉੱਧਰ ਗਿਆ ਤੇ ਉੱਧਰ ਹੈ ਨਾ ਵੀ ਹਾਂ ਕਿੱਧਰੋਂ ਆਇਆ, ਮੈਂ ਨਾ ਉਹ ਗੁਲਾਬੀ ਸੁੰਡੀ ਵੇਖਣਾ, ਇਧਰ ਆ ਤੈਨੂੰ ਮੈਂ ਗੁਲਾਬੀ ਕਰਦਾ। ਇਦਾਂ ਵੀ ਹੋ ਸਕਦਾ ਕਿ ਉਧਰੋਂ ਹੁਣ ਮੀਂਹ ਮੂੰਹ ਪੈਂਦਾ, ਬਾਲਣ ਸਲਾਬਿਆ ਹੋਵੇ, ਅੱਗ ਬਲਦੀ ਨਾ ਹੋਵੇ, ਤਾਂ ਨਿੱਕਾ ਨਿਆਣਾ ਕੋਈ ਕੁੜੀ ਧੀ ਜਿਹੜੀ ਉੱਥੇ ਘੁੰਮਦੀ ਹੋਵੇ, ਝਾੜੂ ਫੇਰਦੀ ਹੋਵੇ, ਆ ਪੁੱਤ ਧੀ ਇੱਥੋਂ ਫੜਾ ਮਰ ਜਾ, ਕੋਈ ਕਾਗਜ਼ ਜਿੱਥੇ ਅੱਗ ਨਹੀਂ ਬਲਦੀ, ਆ ਬੇਬੇ ਲੱਭਦਾ ਨਹੀਂ ਕੋਈ, ਆ ਇਹਦੇ ਪੋਟਰ ਲਿਆ ਜਰਾ ਇੱਧਰ, ਆ ਲਿਆ ਇੱਧਰ ਪੋਟਰ ਫੂਕੀਏ ਇਹਨੂੰ ਯਾਰ। ਉਹ ਅੰਦਰ ਜਿਹੜਾ ਉਹ ਪਲੰਦਾ ਬੰਨ ਕੇ ਰੱਖਿਆ ਨਾ, ਐ ਹੱਥ ਜੋੜ ਕੇ ਫੋਟੋਆਂ ਲਵਾਈਆਂ, 2 ਲਿਆ ਫੋਟੋਆਂ ਕੱਢ ਕੇ ਅੱਗ ਲਾਈਏ। ਅੱਛਾ ਇਹ ਬਹੁਤੇ ਘਰਾਂ ਦੀ ਕਹਾਣੀ ਹੈਗੀ ਹੈ। ਦੇਖੋ ਕਾਰਨ ਹੈ, ਆਪਾਂ ਇਹ ਨਹੀਂ ਕਹਿੰਦੇ ਵੀ ਉਹ ਵਿਚਾਰੇ ਗਲਤ ਨੇ, ਹਰੇਕ ਨੂੰ ਚਸਕਾ ਹੁੰਦਾ ਵੀ ਯਾਰ ਮੈਂ ਵੀ ਕੋਈ ਸਿਆਸਤ ਜਾਵਾਂ, ਮੈਨੂੰ ਕੋਈ 4 ਸਰੀਰ ਜਾਣਨ, ਅੱਜ ਮੈਂ ਆਹ ਬਣੂੰਗਾ, ਫਿਰ ਮੈਂ ਆਹ ਬਣੂੰਗਾ, ਫਿਰ ਆਹ ਬਣੂੰਗਾ ਜੀ। ਉਹ ਵਿਚਾਰੇ ਖਾਹਿਸ਼ਾਂ ਰਹਿ ਜਾਂਦੀਆਂ। ਦੇਖੋ ਇਸ ਵਕਤ ਰਾਜਨੀਤੀ ਤੇ ਕਲੀਅਰ ਕੱਟ ਇਹ ਹੋ ਗਈ ਵੀ ਭਾਈ ਸਾਹਿਬ ਉੱਪਰ ਪਰਿਵਾਰ, ਫਿਰ ਉਹ ਥੱਲੇ ਵਾਲੇ ਪਰਿਵਾਰ, ਫਿਰ ਰਿਸ਼ਤੇਦਾਰੀ ਪਰਿਵਾਰ, ਫਿਰ ਉਹਨਾਂ ਦੀ ਰਿਸ਼ਤੇਦਾਰੀ ਵਾਲੀ ਪਰਿਵਾਰ, ਫਿਰ ਜਮਾਂ ਹੀ ਕੋਈ ਥੱਲੇ ਜੇ ਰਿਹਾ ਖਿਆ ਜਾ ਹੋਵੇ ਤੇ ਫਿਰ ਕਹਿੰਦੇ 10 ਵਾਲੀ ਕਾਪੀ ਤੇ ਇਹਦਾ ਵੀ ਨਾਂ ਲੈ ਦਿਓ, ਕਹਿੰਦੇ ਕੀ ਲਿਖੇ ਤੇਰੇ ਨਾਂ ਨਾਲ, ਯਾਰ ਕੋਈ ਪ੍ਰਧਾਨ ਤੇ ਬਣਾ ਲੈ, ਤੈਨੂੰ ਸੀਨੀਅਰ ਮੀਤ ਪ੍ਰਧਾਨ ਲਿਖ ਦਿੰਦੇ ਆ, ਕਾਹਦਾ ਇਹ ਨਹੀਂ ਪਤਾ, ਤੂੰ ਹੈਗਾ ਬਸ। ਉਹ ਜੇ ਹੁਣ ਵਿਚਾਰੇ ਕਰਨ ਕੀ ਦੱਸੋ। ਪਰ ਕੁੱਲ ਮਿਲਾ ਕੇ ਜਿੱਧਰ ਨੂੰ ਇਹ ਕੰਮ ਤੁਰ ਪਿਆ ਨਾ ਇਸ ਵਕਤ, ਮੇਰੇ ਖਿਆਲ ਨਾਲ ਜਿੰਨੀ ਸਿਆਸਤ ਦੀ ਤਮੰਨਾ, ਇੱਛਾ ਆਪਣੇ ਪੰਜਾਬੀਆਂ ਨੂੰ ਹੈ, ਸ਼ਾਇਦ ਇਹੀ ਇੱਕ ਕਾਰਨ ਆ ਵੀ ਜਿਹਦਾ ਕਰਕੇ ਆਪਾਂ ਪੰਜਾਬ ਦੇ ਮਸਲੇ ਇੰਨੇ ਉਲਝਾ ਲਏ ਆ ਵੀ ਹੁਣ ਜਦੋਂ ਵੀ ਕੋਈ ਰਾਹ ਲੱਭਦਾ ਜਾਂ ਕੋਈ ਗੱਲ ਚੱਲਦੀ ਆ ਉਹਦੇ 'ਚ ਹੋਰ ਆਣ ਕਈ ਕੁਛ ਫਸਦਾ ਜੀ। ਨਹੀਂ ਇਹ ਬਹੁਤ ਜ਼ਰੂਰੀ ਹੈ। ਸੰਧਾਲੀਆ ਸਾਹਿਬ ਸੱਚੀ ਉਲਝਾਲਾ ਹੈ। ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਾਣਾ ਨਰਮਾ ਪੱਟੀ 'ਚ, ਮਾਨਸਾ ਬਠਿੰਡਾ, ਸਿਮਰਜੀਤ ਸਿੰਘ ਬੈਂਸ ਜਾਏ, ਆਮ ਆਦਮੀ ਪਾਰਟੀ ਵਾਲੇ ਘੁੰਮਦੇ ਆ, ਕਾਂਗਰਸ ਪਾਰਟੀ ਦੀ ਸਰਕਾਰ ਹੈ, ਉਹ ਕਹਿੰਦੇ ਜੀ ਅਸੀਂ ਦੇਖਦੇ ਹਾਂ ਕਿੰਨਾ ਨੁਕਸਾਨ ਹੋਇਆ, ਪੈਸੇ ਦੇਵਾਂਗੇ, ਠੀਕ ਹੈ, ਸਾਰੇ ਹੁਣ ਸ਼ੁਰੂ ਹੋ ਗਏ। ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਕਿ ਲਾਮਬੰਦੀ ਇਸ ਗੱਲ ਤੇ ਨਹੀਂ ਕਰਦੇ ਕਿ ਨਰਮਾ ਖਰਾਬ ਕਿਉਂ ਹੋਇਆ, ਗੁਲਾਬੀ ਸੁੰਡੀ ਕਿਉਂ ਪੈ ਗਈ, ਉਹ ਕੀ ਬੀਜ ਦੇ ਵਿੱਚ ਕਮੀ ਸੀ ਜਾਂ ਸਪਰੇਅ 'ਚ ਕੋਈ ਕਮੀ ਸੀ, ਕਿ ਜਿਹੜੀ ਕਮੀ ਸੀ ਉਹਨੂੰ ਚੱਕ ਕੇ ਅੰਦਰ ਦਈਏ, ਦੁਬਾਰਾ ਕਦੇ ਨਰਮਾ ਖਰਾਬ ਨਾ ਹੋਵੇ ਨਾ। ਪੈਸੇ ਦੇ ਦਿਓ ਜੀ, ਪੈਸੇ ਦਵਾ ਦਿਓ ਜੀ,
ਕਿਉਂਕਿ ਪਿਛਲੀ ਵਾਰ ਜੇ 2015-16 ਤੋਂ ਬਾਅਦ ਅੱਜ ਤੱਕ ਚੰਗੇ ਤਰੀਕੇ ਇਨਸਪੈਕਸ਼ਨ ਜਾਂਚ ਇਨਕੁਆਇਰੀ ਕਰਕੇ ਮੜ ਜਾ ਕਿਸੇ ਨਾ ਕਿਸੇ ਦੇ ਕੰਨ ਤੱਤੇ ਕੀਤੇ ਹੁੰਦੇ, ਮੁੜ ਕੇ ਕਦੇ ਇਦਾਂ ਨਾ ਹੁੰਦੀ। ਪਰ ਅੱਜ ਉਹੀ ਸਮਾਂ ਕਿਉਂ ਦੇਖਣਾ ਪਿਆ? ਤਾਂ ਮੰਨ ਲਓ 24-25 ਫਿਰ ਦੇਖਣਾ, ਯਾਨੀ ਜੜ ਨਹੀਂ ਫੜਨੀ, ਪੇਨ ਕਿਲਰ ਦੇਈ ਜਾਣੇ, ਆਪਰੇਟ ਨਹੀਂ ਕਰਨਾ। ਮੈਂ ਤਾਂ ਸਾਰੇ ਲੀਡਰਾਂ ਨੂੰ ਤੁਹਾਡੇ ਵੱਲੋਂ ਬੇਨਤੀ ਕਰਦਾ ਭਾਈ ਇਹ ਕਿ ਭਾਈ ਇਹਦੀ ਜੜ ਫੜ ਲਓ। ਪੈਸੇ ਤਾਂ ਉਹਨਾਂ ਨੂੰ ਚਾਹੀਦੇ ਹੀ ਚਾਹੀਦੇ ਨੇ, ਜੜ ਫੜ ਲਓ। ਇੱਕ ਬੀਬੀ ਦੇ ਨਾਲ ਆਪਣੇ ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਤੀਨਿਧ ਨੇ ਗੱਲ ਕੀਤੀ ਸੀ, ਉਹ ਕਹਿੰਦੇ ਜੀ ਸਾਨੂੰ ਹੋਰ ਕੋਈ ਨਹੀਂ ਚਾਹੀਦਾ, ਅਸੀਂ ਲੀਡਰਾਂ ਨੂੰ ਬੇਨਤੀ ਕਰਦੇ ਹਾਂ ਜਾਂ ਰੱਸਾ ਦਿਓ ਜਾਂ ਸਰਫਾਸ ਦਿਓ। ਹਾਲਾਂਕਿ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਸੀ, ਇਸ ਗੱਲ ਤੇ ਬਿਲਕੁਲ ਹੱਕ ਚ ਨਹੀਂ ਕਿ ਭਾਈ ਨਿਰਾਸ਼ ਹੋ ਜਾਈਏ, ਪਰ ਫਿਰ ਕਹਿੰਦੇ ਆ ਅੱਜ ਚਲੋ, ਅੱਜ ਲੋਕਾਂ ਨੂੰ ਲੋੜ ਹੈ ਤੁਹਾਡੀ, ਨਹੀਂ ਤਾਂ ਫਿਰ ਉਹਨਾਂ ਕੋਲ ਕਾਲੀਆਂ ਝੰਡੀਆਂ ਹੁੰਦੀਆਂ, ਫਿਰ ਤੁਸੀਂ ਗੁੱਸਾ ਕਰਦੇ ਹੋ। ਨਹੀਂ ਫੇ ਪੂਰਾ ਗੁੱਸਾ ਹੁੰਦਾ ਵੀ ਚੇਤਾ ਹੀ ਉਦੋਂ ਆਉਂਦਾ ਵੀ ਯਾਰ ਇਹ ਕੌਣ ਨੇ ਬੰਦੇ, ਇਹ ਉਹੀ ਬੰਦੇ ਨੇ ਜਿਹੜੇ ਵਿਚਾਰੇ ਮਹੀਨਾ ਡੇਢ ਮਹੀਨਾ ਪਹਿਲਾਂ ਰੋਂਦੇ ਰਹਿੰਦੇ, ਡਿੰਗਦੇ ਰਹਿੰਦੇ, ਤੇ ਫਿਰ ਜਾ ਕੇ ਜਦੋਂ ਅਗਲਾ ਸੜਕ ਤੇ ਆਣ ਕੇ ਮਿਲਣ ਲੱਗ ਪੈਂਦਾ ਵੀ ਹਾਂਜੀ ਦੱਸੋ ਮਹਾਰਾਜ ਸਾਡਾ ਪਤਾ ਲੈ ਲਓ, ਇਹ ਕਿਹੜੇ ਬੰਦੇ ਆ ਗਏ ਯਾਰ, ਇਹ ਕੌਣ ਨੇ, ਥੋੜਾ ਦੂਰ ਰੱਖੋ ਇਹਨਾਂ ਨੂੰ। ਚਲੋ ਇਹਦੇ ਚ ਆਪਾਂ ਇੱਕ ਚੀਜ਼ ਹੋਰ ਕਲੀਅਰ ਕਰੀਏ। ਮੇਰੇ ਖਿਆਲ ਜਿਹੜੀ ਅਮਨ ਅਰੋੜਾ ਹੋਰਾਂ ਨੇ ਡਿਮਾਂਡ ਰੱਖੀ ਆ, ਮੇਰਾ ਖਿਆਲ ਜੀ ਉਹ ਵੀ ਚੱਲ ਪਈ, ਤੇ ਹੋ ਸਕਦਾ ਪੰਜਾਬ ਦੇ ਵਿੱਚ ਜਿੱਦਾਂ ਪਹਿਲਾਂ ਲਾਲ ਬੱਤੀ ਵਾਲਾ ਕਲਚਰ ਖਤਮ ਹੋਇਆ, ਹੁਣ ਸ਼ਾਇਦ ਬਹੁਤ ਹੀ ਗਨਮੈਨ ਵਾਲਾ ਕਲਚਰ ਵੀ ਖਤਮ ਹੋ ਜੇ। ਕਿਉਂਕਿ ਜਿੱਦਣ ਉਹ ਚੰਨੀ ਸਾਹਿਬ ਉਦੋਂ ਬਿਆਨ ਦੇ ਆਏ ਵੀ ਯਾਰ ਆਹ ਕਿਹੜਾ ਕੰਮਾਂ ਚੋਂ ਕੰਮ ਹੋਇਆ ਵੀ 1000 ਬੰਦਾ ਮੇਰੀ ਸਿਕਿਉਰਿਟੀ ਤੇ 200 ਤੁਸੀਂ ਗੱਡੀ ਲਾਈ ਹੈ, ਕਹਿੰਦੇ ਇਹ ਤੇ ਉਹਨਾਂ ਨੂੰ ਲੋੜ ਹੈ ਜਿਨ੍ਹਾਂ ਦੇ ਮਗਰ ਕੋਈ ਨਹੀਂ ਤੁਰਦਾ, ਤੇ ਉਹ ਆਪਣੇ ਗਨਮੈਨਾਂ ਦੀ ਮਤਲਬ ਲਈ ਫਿਰਦੇ ਫੌਜ, ਮੈਨੂੰ ਲੋੜ ਨਹੀਂ। ਹੁਣ ਉਦੋਂ ਬਾਅਦ ਅਮਨ ਅਰੋੜਾ ਸਾਹਿਬ ਨੇ ਡਿਮਾਂਡ ਕੀਤੀ, ਉਹ ਕਹਿੰਦੇ ਮਹਾਰਾਜ ਇਕੱਲੇ ਮੁੱਖ ਮੰਤਰੀ ਦੀ ਕਿਉਂ, ਚੈੱਕ ਤੇ ਕਰਾਓ ਇੱਕ ਉੱਪਰੋਂ ਲੈ ਕੇ ਥੱਲੇ ਤੱਕ ਜਿੰਨੇ ਜਿੰਨੇ ਬੰਦਿਆਂ ਕੋਲੇ ਤੁਸੀਂ ਸੁਰੱਖਿਆ ਲਈ ਹੈ, ਇੱਕ ਪੁਲਿਸ ਮਹਿਕਮੇ ਦੀ ਕਹਿੰਦੇ ਲਿਸਟ ਕੱਢ ਲਓ ਵੀ ਕਿੰਨੇ ਮੁਲਾਜ਼ਮ ਹੈ ਟੋਟਲ, ਤੇ ਥਾਣਿਆਂ 'ਚ ਕਿੰਨੇ ਤੁਹਾਨੂੰ ਆਪੇ ਪਤਾ ਲੱਗ ਜੂ। ਉਹ ਜਿਹੜੇ ਬੰਦੇ ਨੇ ਵਧੋ ਵਧੀ ਹੁੰਦਾ ਵੀ ਜਦ ਤੱਕ 10 ਕੁ ਬੰਦੇ ਨਾਲ ਨਾ ਹੁਣ ਪਤਾ ਨਹੀਂ ਲੱਗਦਾ ਵੀ ਮੈਂ VIP ਹਾਂ, ਉਹਨਾਂ ਨੂੰ ਲੋੜ ਵੀ ਹੈਗੀ ਪਹਿਲਾਂ ਪਤਾ ਤੇ ਕਰਾ ਲਓ ਮਹਾਰਾਜ, ਉਹ ਜਾਣੇ ਲੋਕਾਂ ਦੀ ਕੋਈ ਭਲਾ ਹੋ ਜਾਊਗਾ ਜੇ 4 ਸਰੀਰ ਉੱਥੇ ਹੋਣਗੇ ਥਾਣਿਆਂ 'ਚ। ਨਹੀਂ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, 3-4 ਚੀਜ਼ਾਂ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਕੀਤੀਆਂ ਚੰਗੀਆਂ। ਅਮਨ ਅਰੋੜਾ ਸਾਹਿਬ ਨੇ ਲਿਆਂਦਾ ਮੁੱਦਾ ਵਧੀਆ, ਚੰਨੀ ਸਾਹਿਬ ਨੇ ਸਿਕਿਉਰਿਟੀ ਘਟਾਈ ਉਦੋਂ ਵੀ ਵਧੀਆ। ਇੱਕ ਪ੍ਰਾਈਵੇਟ ਮੈਂਬਰ ਵਿਧਾਨ ਸਭਾ ਦਾ ਸੈਸ਼ਨ ਆਉਣਾ ਨਾ, ਦਿਲੀ ਇੱਛਾ ਸਾਡੀ ਕਿ ਕੁਝ ਨਾ ਕੁਝ MLA ਇਦਾਂ ਦੇ ਬਿੱਲ ਲਿਆਉਣ, ਚਾਹੇ ਸਰਕਾਰ ਲਿਆਉਣ ਦਵੇ ਨਾ ਦਵੇ, ਪਾਰਟੀ ਮੰਨੇ ਨਾ ਮੰਨੇ, ਪ੍ਰਾਈਵੇਟ ਮੈਂਬਰ ਬਿੱਲ ਲਿਆਓ। ਪਿਛਲੇ ਸਮੇਂ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਆਇਆ ਸੀ ਕਿ ਭਾਈ ਖੇਤ ਦੇ ਵਿੱਚ ਜਿੱਥੇ ਮੋਟਰ ਆ ਉੱਥੇ 20-25 ਦਰਖਤ ਜ਼ਰੂਰ ਹੋਣ। ਕਿਸੇ ਨੇ ਮੰਨਿਆ ਨਹੀਂ ਮੰਨਿਆ ਵੱਖਰੀ ਗੱਲ ਹੈ। ਐਤਕੀ ਪ੍ਰਾਈਵੇਟ ਮੈਂਬਰ ਬਿੱਲ ਇੱਕ ਲਿਆਓ ਕਿ ਭਾਈ ਪੈਨਸ਼ਨ ਇੱਕ ਹੀ ਚਾਹੀਦੀ ਹੈ MLA ਨੂੰ, ਕਿ ਅਸੀਂ ਪੰਜਾਬ ਦੇ ਵਿੱਚ ਇਦਾਂ ਹੀ ਕਰਨੀ ਹੈ, ਦੇਖਦੇ ਆ ਕਿੰਨੇ ਕੁ ਨਾਲ ਤੁਰਦੇ ਆ। ਐਤਕੀ ਇੱਕ ਬਿੱਲ ਲੈ ਕੇ ਆਓ ਕਿ ਭਾਈ ਸਿਕਿਉਰਿਟੀ ਥੋੜੀ ਚਾਹੀਦੀ ਹੈ, ਬੰਦੇ 4 ਮਿਲਣੇ ਆ, ਜੇ 40 ਲਾਉਣੇ ਆ ਤਾਂ 36 ਦਾ ਖਰਚਾ ਤੁਸੀਂ ਦਿਓ। ਪੰਜਾਬ ਦੇ ਲੋਕ ਕਹਿੰਦੇ ਨੇ ਸਾਡੇ ਕੋਲੇ ਥਾਣਿਆਂ 'ਚ ਨਫਰੀ ਥੋੜੀ ਹੈ, ਮੈਨ ਪਾਵਰ ਥੋੜੀ ਹੈ, ਉਹ ਬੰਦੇ ਉੱਥੇ ਜਾਣ। ਮੈਂ ਕਹਿੰਦਾ ਕਿ ਐਤਕੀ ਕੋਈ ਬੰਦਾ ਲਿਆਵੇ ਪ੍ਰਾਈਵੇਟ ਮੈਂਬਰ ਬਿੱਲ MLA, ਜਿਹਦੇ ਉੱਤੇ ਦੇਖਦੇ ਆ ਫਿਰ ਕਿਹੜੀ ਪਾਰਟੀ ਸਹਿਮਤ ਹੁੰਦੀ ਹੈ ਕਿਹੜੀ ਸਹਿਮਤ, ਤੇ ਉਹ ਬਿੱਲ ਕੀ ਹੋਵੇ ਕਿ ਭਾਈ ਕਾਰ ਇੱਕੋ ਹੀ ਚਾਹੀਦੀ ਹੈ, ਜੇ ਅਸੀਂ 25 ਲਿਆਉਣੀ ਆ ਤਾਂ ਤੇਲ ਅਸੀਂ ਆਪ ਪਵਾਵਾਂਗੇ, ਅਸੀਂ ਉਹਦੇ ਡਰਾਈਵਰ ਦਾ ਖਰਚਾ ਆਪ ਦੇਵਾਂਗੇ। ਇੱਕ ਹੋਰ ਲਿਆਓ ਪ੍ਰਾਈਵੇਟ ਮੈਂਬਰ ਬਿੱਲ, ਉਹ ਇਹ ਕਿ ਭਾਈ ਜਿੰਨੇ ਲੀਡਰ ਨੇ ਸਾਡੇ ਮਾਣਮੱਤੇ MLA, ਉਹ ਆਪਣੀ ਖੇਤੀਬਾੜੀ ਵਾਲੀਆਂ ਮੋਟਰਾਂ ਦਾ ਬਿੱਲ ਆਪ ਦੇਣਗੇ, ਅਸੀਂ ਸਹਿਮਤੀ ਦਿੰਦੇ। ਉੱਥੇ ਮਤਾ ਪਾਸ ਕਰਦੇ ਤਨਖਾਹ ਵਧਾਉਣ ਦਾ ਕਰਦੇ ਹੁੰਦੇ ਆ, ਉਹ ਕਹਿਣ ਜੇ ਅਸੀਂ ਸਰਕਾਰੀ ਘਰਾਂ ਦਾ ਬਿਜਲੀ ਦਾ ਬਿੱਲ ਵੀ ਆਪ ਦੇਣਾ, ਲੋਕਾਂ ਨੂੰ ਮੁਫਤ ਤਾਂ ਮਿਲਣੀ ਹੈ ਨਾ, ਜੇ ਤੁਸੀਂ ਪੈਸੇ ਦਿਓਗੇ ਖਜ਼ਾਨੇ 'ਚ 4 ਜਾਣਗੇ, ਫਿਰ ਉਹਦੇ ਵਿੱਚੋਂ ਪਾਵਰਕਾਮ ਨੂੰ ਪੈਸੇ ਜਾਣਗੇ, ਪਾਵਰਕਾਮ ਤੋਂ ਭਾਵੇਂ ਸਾਰੇ ਪਿੰਡ ਨੂੰ ਮੁਫਤ ਦਵਾ ਲਓ। ਜੇ ਤਾਂ ਇਦਾਂ ਦਾ ਕੁਛ ਨਾ ਕੁਛ ਹੋ ਜਾਏ ਚੰਗੀ ਗੱਲ। ਅਸੀਂ ਕਹਿੰਦੇ ਚੰਨੀ ਸਾਹਿਬ ਨੇ ਵਧੀਆ ਕੀਤਾ, ਅਰੋੜਾ ਸਾਹਿਬ ਨੇ ਵਧੀਆ ਕੀਤਾ, ਅਕਾਲੀ ਦਲ ਦੇ ਜੇ ਕੁਝ ਬੰਦੇ ਇਦਾਂ ਦੇ ਬਿੱਲ ਲੈ ਕੇ ਅਸੀਂ ਸਵਾਗਤ ਕਰਾਂਗੇ, ਪਰ ਹੋਵੇ ਐਤਕੀ ਸੁੱਕਾ ਨਾ ਜਾਵੇ ਵਿਧਾਨ ਸਭਾ ਦਾ ਸੈਸ਼ਨ। ਇਹ ਦੇਖੋ ਗੱਲ ਇਹ ਹੈ WhatsApp, ਆਹ ਤੁਹਾਡੀ ਪ੍ਰੋਬਲਮ ਹੈਗੀ ਇੱਕ ਬੰਦਾ ਮੈਂ ਮਸਾਂ ਪਚਕਾਰ ਕੇ ਲਿਆਣ ਕੇ, ਜਿੱਦਾਂ ਉਹ ਹੈ ਤੇ ਮੱਝ ਚੋਣ ਵਾਲਾ ਕੰਮ ਇਹ ਮਾਰਮ ਖੰਡੀ ਮੱਝ ਹੈ, ਕਹਿੰਦਾ ਦੇਣਾ ਦੇਣੇ ਮੈਂ 1.5 ਕਿਲੋ ਦੁੱਧ ਆ, ਪਰ ਚਲ ਕੋਈ ਗੱਲ ਨਹੀਂ ਡੋਕੇ ਚੋ ਲੈਨੇ ਆ। ਤੁਸੀਂ ਪਹਿਲਾਂ ਆਖਿਆ ਨਾ ਨਾ ਇਦਾਂ ਕਿਦਾਂ, ਮੱਝ ਜੋ ਚਾਹੀਦੀ ਜਿਹੜੀ 10 ਕਿਲੋ ਦੁੱਧ ਦੇਵੇ, ਐ ਖੜ ਕੇ ਦੇਵੇ, ਜੂੜ ਆਪਾਂ ਨੂੰ ਪਾਉਣਾ ਨਾ ਪਵੇ, ਹਰਾ ਮੈਂ ਨਹੀਂ ਪਾਉਣਾ, ਧੁੱਪੇ ਛਾਵੇਂ ਮੈਂ ਨਹੀਂ ਕਰਨੀ, ਨਵਾਉਣੀ ਮੈਂ ਨਹੀਂ, ਇਦਾਂ ਥੋੜਾ। ਹੁਣ ਜਿੰਨੀਆਂ ਗੱਲਾਂ ਤੁਸੀਂ ਕਹਿਤੀਆਂ, ਉਦੋਂ ਬਾਅਦ ਜਿੰਨੇ ਕਿਸੇ ਨੇ ਪ੍ਰਾਈਵੇਟ ਬਿੱਲ ਦੀ ਇੱਧਰ ਉਧਰ 10 ਧੁੱਖ ਵੀ ਸੁਣ ਲਈ ਨਾ, 10 ਬੰਦੇ ਨੇ ਉਹਦੇ ਘਰ ਜਾ ਪੈਣਾ, ਤੂੰ ਵੀਰ ਸਿਆਣਾ ਬਣ, ਸਿਆਣਾ ਟਿਕਟ ਲੈਣੀ ਹੈ, ਉਹਨੇ ਤੇ ਗੱਲ ਕਰਕੇ ਗਾਂ ਜਾਣਾ, ਤੂੰ ਕਿਹੜੇ ਚੱਕਰ 'ਚ ਹੈ ਨਾ। ਹੋਰ ਕੋਈ ਜਾਵੇ ਨਾ ਜਾਵੇ, ਘਰੋਂ ਹੀ ਹੋ ਜਾਣੀ ਹੁੰਦੀ ਗੱਲ। ਵੇਖਿਓ ਆ ਜਿਹੜੇ ਟੈਲੀਵਿਜ਼ਨ ਤੇ ਆਂਦੇ ਇਹੋ ਜੀ ਗੱਲ ਤੁਸੀਂ ਨਾ ਕਰ ਦਿਓ ਕਿਤੇ, ਆਹੋ ਹੋ ਜਾਣੇ ਉਹ ਆਹੋ ਕਰ ਲਓ, ਵਿਆਹ ਕਰਦਾ ਹੁਣ ਨਿਆਣੇ ਨੂੰ ਸਮਝਾਓ ਮਾੜੇ ਇਦਾਂ ਨਾ ਬੋਲਿਆ, ਉਹ ਨਹੀਂ ਨਾਲ ਤਾਂ ਸਿਆਣਾ ਬੈਣਾ ਬੈਠਾ, ਉਹਨੂੰ ਕਹੋ। ਨਹੀਂ ਮੈਂ ਤਦੇ ਗੱਲ ਕੀਤੀ, ਮੈਂ ਵੀ ਇਦਾਂ ਨਾ ਕਰਿਆ ਕਰੋ। ਹੁਣ ਥੋੜਾ ਥੋੜਾ ਕਰਕੇ ਚਲੋ ਗੱਲ ਹੋਈ, ਤੁਸੀਂ ਜਿਹੜਾ ਸਾਰਾ ਕੁਝ ਛਡਾਈ ਜਾਂਦੇ ਲੈਣਾ ਵੀ ਠੀਕ ਆ ਚੱਕੋ ਯਾਰ, ਮੈਂ ਸਿਆਸਤ ਨਹੀਂ ਕਰਦਾ, ਮੈਂ ਕੀ ਲੈਣਾ, ਮੈਂ ਨੰਗ ਹੋਣਾ ਅਗਲੇ ਨੇ ਕਹਿਣਾ ਜੇ ਸਾਰਾ ਕੋਈ ਪੱਲਿਓਂ ਦੇਣਾ। ਸੰਧਾਲੀ ਸਾਹਿਬ ਇੱਕ ਅਦਾਲਤ ਦੇ ਫੈਸਲੇ ਤੇ ਜਾਣਾ ਹੈ। ਕਈ ਵਾਰੀ ਕੁਝ ਚੀਜ਼ਾਂ ਜਿਹੜੀਆਂ ਬੜੀਆਂ ਦਿਲਚਸਪ ਹੁੰਦੀਆਂ, ਬੜੀਆਂ ਹਾਂ ਪੱਖੀ ਹੁੰਦੀਆਂ ਤੇ ਬੜੀਆਂ ਵੱਖਰੀਆਂ ਹੁੰਦੀਆਂ। ਵੈਸੇ ਤਾਂ ਆਪਾਂ ਹਮੇਸ਼ਾ ਜਦੋਂ ਅਦਾਲਤਾਂ ਦੀ ਗੱਲ ਕਰਦੇ ਹਾਂ ਉਹ ਇਦਾਂ ਦੀ ਹੁੰਦੀ ਆ ਕਿ ਭਾਈ ਲੰਮੇ ਕੇਸ ਲਟਕਦੇ ਆ, ਉੱਥੇ ਆ ਹੋ ਗਿਆ, ਤਰੀਕ ਪੈ ਗਿਆ। ਨਾਲੰਦਾ ਭਾਰਤ ਦਾ ਇੱਕ ਇਲਾਕਾ ਜਿਹੜਾ ਕਿ ਸਿੱਖਿਆ ਦੇ ਪੱਖੋਂ ਬਹੁਤ ਇੰਪੋਰਟੈਂਟ ਹੈ, ਬਹੁਤ ਪੁਰਾਣੇ ਸਮੇਂ ਤੋਂ, ਸਦੀਆਂ ਪਹਿਲਾਂ ਤੋਂ।
ਹੁਣ ਉੱਥੇ ਇੱਕ ਅਦਾਲਤ ਦੇ ਵਿੱਚ ਇੱਕ ਕੇਸ ਗਿਆ ਸੀ, ਕਿਉਂਕਿ ਇੱਕ ਪਰਚਾ ਹੋ ਗਿਆ ਇੱਕ ਬੱਚੇ ਤੇ, ਉਹਦੇ ਪਿੰਡ ਦੇ ਗੁਆਂਢੀਆਂ ਨੇ, ਘਰਾਂ ਦੇ ਵਿੱਚੋਂ ਲੱਗਦੇ ਸੀ ਰਿਸ਼ਤੇਦਾਰ ਵੀ, ਉਹ ਬੀਬੀ ਨੇ ਪਰਚਾ ਕਰਾਇਆ ਕਿ ਇਸ ਮੁੰਡੇ ਨੇ, ਮੁੰਡਾ ਬਾਲਗ ਨਹੀਂ ਹੈ, ਛੋਟੀ ਉਮਰ ਦਾ ਹੈ, ਇੱਕ ਤਾਂ ਸਾਡੀ ਫ੍ਰਿਜ ਦੇ ਵਿੱਚੋਂ ਮਠਿਆਈ ਚੱਕ ਕੇ ਖਾ ਲਈ ਸਾਰੀ, ਦੂਸਰਾ ਫ੍ਰਿਜ ਦੇ ਉੱਤੇ ਮੋਬਾਈਲ ਪਿਆ ਸੀ, ਮੋਬਾਈਲ ਲੈ ਗਿਆ। ਪਰਚਾ ਹੋ ਗਿਆ, ਅਦਾਲਤ 'ਚ ਕੇਸ ਚਲਾ ਗਿਆ। ਤੇ ਕੇਸ ਚਲਾ ਗਿਆ ਕਿਉਂਕਿ ਬੱਚਾ ਹੈ, ਬਹੁਤਾ ਵੀ ਨਹੀਂ ਬੱਚਾ, ਪਰ ਬੱਚਾ ਹੈ। ਤੇ ਜਦੋਂ ਕੇਸ ਗਿਆ ਤੇ ਬੱਚੇ ਨੂੰ ਪੁੱਛਿਆ, ਉਹ ਕਹਿੰਦਾ ਜੀ ਮੈਂ ਚੱਕਿਆ ਮੋਬਾਈਲ। ਤੇ ਕੀ ਕਰਦਾ ਸੀ? ਕਹਿੰਦਾ ਜੀ ਗੇਮ ਖੇਡਦਾ ਸੀ, ਉੱਥੇ ਲਾਗੇ ਬੈਠਾ ਤੇ ਗੇਮ ਖੇਡਦਾ ਸੀ, ਇਹਨਾਂ ਨੇ ਉਹੀ ਫੜਿਆ, ਮੈਂ ਕਿਹੜਾ ਲੈ ਕੇ ਭੱਜਿਆ। ਯਾਨੀ ਬੱਚੇ ਦੀ ਮਾਸੂਮੀਅਤ ਸੀ ਥੋੜੀ ਜਿਹੀ। ਤੇ ਕਹਿੰਦਾ ਜੀ ਮਠਿਆਈ ਖਾਧੀ, ਕਹਿੰਦਾ ਜੀ ਭੁੱਖ ਲੱਗੀ ਸੀ ਖਾਧੀ, ਮੁੱਕਰਿਆ ਨਹੀਂ। ਬਾਅਦ ਵਿੱਚ ਚਲੋ ਉਹਨਾਂ ਦੀ ਗੱਲ ਤਾਂ ਸੀ, ਉਹਨਾਂ ਦਾ ਮੋਬਾਈਲ ਵੀ ਚੱਕਿਆ ਤੇ ਮਠਿਆਈ ਵੀ ਖਾਧੀ, ਅਗਲਾ ਕਸੂਰਵਾਰ ਥੋੜੀ ਆ ਪਰਿਵਾਰ ਵਾਲਾ। ਹੁਣ ਜੱਜ ਸਾਹਿਬ ਨੇ ਪੁੱਛਿਆ, ਪੁੱਤ ਗੱਲ ਕੀ ਆ, ਗੱਲ ਤਾਂ ਮਾੜੀ ਜੀ ਦੱਸ ਨਾ। ਉਹ ਕਹਿੰਦਾ ਜੀ ਬਾਪੂ ਚਲਾਉਂਦਾ ਸੀ ਛੋਟਾ ਟੈਂਪੂ, ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ, ਮੰਜੇ ਤੇ ਪਿਆ, ਮਾਂ ਮਾਨਸਿਕ ਤੌਰ ਤੇ ਬਿਮਾਰ ਆ, ਨਾਨਾ ਮਰ ਗਿਆ, ਮਾਮਾ ਵੀ ਮਰ ਗਿਆ, ਮਾਮੀ ਹੈ ਨਹੀਂ, ਨਾਨੀ ਬਹੁਤ ਬਜ਼ੁਰਗ ਆ, ਘਰ ਦਾ ਗੁਜ਼ਾਰਾ ਔਖਾ ਚੱਲਦਾ, ਭੁੱਖ ਬਹੁਤ ਲੱਗੀ ਸੀ, ਭੁੱਖ ਲੱਗੀ, ਮੈਂ ਫ੍ਰਿਜ ਖੋਲੀ, ਮਠਿਆਈ ਪੀ, ਮੈਂ ਸਾਰੀ ਖਾ ਗਿਆ। ਨਿਆਣਾ ਆ, ਗੇਮ ਖੇਡਣ ਨੂੰ ਕਿਹਦਾ ਨਹੀਂ ਜੀ ਕਰਦਾ, ਬੱਚਾ ਗਰੀਬ ਦੇ ਘਰ ਆ ਜਾਂ ਬੱਚਾ ਅਮੀਰ ਦੇ ਘਰ ਆ, ਉੱਪਰ ਮੋਬਾਈਲ ਪਾਇਆ, ਕਹਿੰਦਾ ਮੈਂ ਕਿਹੜਾ, ਮੈਂ ਚੱਕ ਕੇ ਉਹਨੂੰ ਪੁੱਛਿਆ ਵੇਚਣਾ ਹੀ ਭਜਣਾ, ਕਹਿੰਦਾ ਨਹੀਂ ਗੇਮ ਖੇਡਣ ਨੂੰ ਜੀ ਕਰਦਾ, ਮੈਂ ਖੇਡਣ ਲੱਗ ਪਿਆ, ਲਾ ਕੇ ਬਹਿ ਗਿਆ ਕਿਤੇ। ਉਹ ਬੰਦੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਬਿਲਕੁਲ ਠੀਕ ਨੇ, ਪਰ ਕਈ ਵਾਰੀ ਜੱਜ ਸਾਹਿਬ ਦੇਖਦੇ ਆ ਨਾ ਵਿਸ਼ਾਲ ਦਾਇਰੇ ਦੇ ਨਾਲ, ਉਹ ਜੱਜ ਸਾਹਿਬ ਕਹਿੰਦੇ ਜੀ ਦੇਖੋ ਗੱਲ ਉਹਨਾਂ ਨੇ ਬੜੀ ਦੂਰ ਤੋਂ ਲਿਆ ਕੇ ਕੀਤੀ। ਉਹ ਕਹਿੰਦੇ ਜੀ ਬੱਚਾ, ਉਹਦੀਆਂ ਮਜਬੂਰੀਆਂ ਦੇਖੋ ਕੀ ਆ, ਤੁਸੀਂ ਸ਼ਿਕਾਇਤ ਤਾਂ ਕਰਤੀ, ਤੁਸੀਂ ਗਲਤ ਨਹੀਂ ਹੋ। ਉਹਨਾਂ ਨੇ ਕਿਹਾ ਸਾਡੇ ਤਾਂ ਭਗਵਾਨ ਕ੍ਰਿਸ਼ਨ ਦੇ ਨਾਲ ਉਹਨਾਂ ਨੇ ਜੋੜਿਆ, ਉਹ ਵੀ ਮੱਖਣ ਚੋਰੀ ਕਰਕੇ ਖਾਂਦੇ ਹੁੰਦੇ ਸੀ। ਤੇ ਜੇ ਕਹਿੰਦੇ ਉਦੋਂ ਗੁਆਂਢੀ ਸ਼ਿਕਾਇਤ ਕਰਦੇ ਤਾਂ ਅੱਜ ਉਹ ਸਾਡੇ ਦੇ ਕੋਲੇ ਉਹਨਾਂ ਦੀ ਲੀਲਾ ਦਾ ਵਰਣਨ ਥੋੜੀ ਹੋਣਾ ਸੀ। ਅੱਜ ਅਸੀਂ ਸਾਰੇ ਪੜ੍ਹਦੇ ਹਾਂ, ਉਹਨਾਂ ਦਾ ਗੁਣਗਾਨ ਕਰਦੇ ਹਾਂ। ਕਹਿੰਦੇ ਬੱਚਾ, ਬੱਚੇ ਦੀ ਮਜਬੂਰੀ ਦੇਖੋ, ਬੱਚੇ ਨੂੰ ਸੁਧਾਰੋ। ਆਪਾਂ ਇਦਾਂ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ, ਪਤਾ ਨਹੀਂ ਕੀ ਦੇ ਕੀ ਬਣਨਗੇ। ਉਸ ਵੇਲੇ ਹੋ ਸਕਦਾ ਸੀ ਕਿ ਬੱਚਾ ਜਦ ਆਪ ਹੀ ਮੰਨ ਗਿਆ, ਉਹਨੂੰ ਕਿਸੇ ਉਹ ਜਿਹੜਾ ਹੋਮ ਜਿਹਾ ਹੁੰਦਾ ਜਿੱਥੇ ਨਾਬਾਲਗ ਬੱਚਿਆਂ ਨੂੰ ਰੱਖਿਆ ਜਾਂਦਾ, ਉੱਥੇ ਭੇਜ ਦਿੰਦੇ। ਪਰ ਜੱਜ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਉਹਨੂੰ ਜੋੜ ਕੇ ਕਿਹਾ ਕਿ ਇਹਦੀ ਮਜਬੂਰੀ ਸਮਝੋ। ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਨੇ, ਅਸੀਂ ਕਈ ਵਾਰੀ ਕਹਿ ਦਿੰਦੇ ਆ, ਓਏ ਯਾਰ ਇਹ ਨਿਆਣਾ ਹੱਥੜਾ, ਇਹਨੂੰ ਬੋਲਣਾ ਨਹੀਂ ਆਉਂਦਾ, ਜੀ ਕਰਕੇ ਨਹੀਂ ਬੋਲਦਾ, ਪਤਾ ਨਹੀਂ ਉਹਦਾ ਘਰ ਕਿੱਦਾਂ ਹੁੰਦਾ, ਇਹ ਜੀ ਇਹਦਾ ਅਬੈੜਾ ਸੁਭਾਅ ਆ, ਉਹਦਾ ਘਰ ਦੇਖੀਏ, ਇਹਨੇ ਜੀ ਕੋਈ ਚੀਜ਼ ਚੋਰੀ ਕੀਤੀ, ਡਾਂਗਾ ਮਾਰ-ਮਾਰ ਕੁੱਟਣ ਲੱਗ ਪਏ ਨੇ, ਅਸੀਂ ਕਈ ਵਾਰੀ ਖੰਭੇ ਨਾਲ ਬੰਨ ਦਿੰਦੇ, ਮੂੰਹ ਕਾਲੇ ਕਰ ਦਿੰਦੇ ਆ। ਕਸੂਰਵਾਰਾ ਠੋਕ ਕੇ ਕਰੋ, ਪਰ ਕਾਨੂੰਨ ਦੇ ਮੁਤਾਬਕ ਕਰੋ। ਪਰ ਪਹਿਲਾਂ ਜੇ ਕੋਈ ਬੱਚਾ, ਉਹਦੀ ਮਜਬੂਰੀ ਕੀ ਹੈ, ਕਿਹੜੇ ਘਰੋਂ ਆਇਆ, ਉਹਦਾ ਪਾਲਣ ਪੋਸ਼ਣ ਕਿੱਦਾਂ ਹੋਇਆ, ਦੇਖਣਾ ਬਹੁਤ ਜ਼ਰੂਰੀ ਹੈ। ਨਹੀਂ ਦੇਖੋ, ਮੈਂ ਤਾਂ ਉਹ ਬੀਬੀ ਬਾਰੇ ਵੀ ਸੋਚਦਾ ਸੀ ਵੀ ਹੁਣ ਨੇ ਜੇ ਮੰਨ ਲਓ ਪਰਚਾ ਕਰਾਇਆ, ਥਾਣੇ ਗਈ, ਇਹ ਤੇ ਨਹੀਂ ਵੀ ਥਾਣੇ ਵਾਲੇ ਭੂਆ ਦੇ ਪੁੱਤ ਭਰਾ ਲੱਗਦੇ ਵੀ ਉਹਨਾਂ ਵੈਸੇ ਹੀ ਕਰ ਲਿਆ ਪਰਚਾ, ਲੈ ਭੈਣ ਜੀ ਵੀ ਨਹੀਂ ਆਏ, ਅੱਛਾ ਲੈ ਰਸਗੁੱਲਿਆਂ ਦਾ ਪਰਚਾ ਕਿਉਂ ਨਹੀਂ, ਆਪਾਂ ਜ਼ਰੂਰ ਕਰਾਂਗੇ, ਏਡਾ ਵੱਡਾ ਕਤਲ ਦਾ ਕੇਸ ਤੇ ਹੋ ਗਿਆ ਜੀ। ਹੁਣ ਜਿੰਨੇ ਕੁ ਉੱਥੇ ਲਾਏ ਹੋਣਗੇ ਜਾਂ ਉਸ ਤੋਂ ਬਾਅਦ ਜਿਹੜੇ ਵਕੀਲ ਨੂੰ ਦਿੱਤੇ ਹੋਣਗੇ, ਜਿੰਨਾ ਵੀ ਇਹ ਕੰਮ ਕੀਤਾ, ਮੇਰੇ ਖਿਆਲ ਨਾਲ ਹੋਰ ਕੁਝ ਹੋਵੇ ਨਾ ਹੋਵੇ, ਇਹਨੇ ਨਾਲ 2-3 ਮਹੀਨਿਆਂ ਦਾ ਰਾਸ਼ਨ ਆ ਜਾਣਾ ਉਹ ਜਵਾਕ ਦਾ। ਬਿਲਕੁਲ ਆ ਜਾਣਾ ਸੀ, ਹੈ ਨਾ, ਲੀੜੇ ਵੀ ਆਏ ਨੇ, ਚਵਲਾਂ ਵੀ ਆਏ ਨੇ। ਗੱਲ ਤੇ ਸੋਚ ਦਾ ਫਰਕ ਹੈ ਨਾ ਮੇਰੇ ਖਿਆਲ ਨਾਲ। ਜੇ ਆਪਾਂ ਸੋਚ ਥੋੜੀ ਜਿਹੀ ਬਦਲ ਲਈਏ ਤੇ ਇਹੋ ਜਿਹੇ ਸਿਆਪੇ ਪੈਣ ਹੀ ਨਾ। ਬਿਲਕੁਲ ਸੰਧਾਲੀਆ ਸਾਹਿਬ, ਜ਼ਰੂਰੀ ਹੈ ਕਿ ਸੋਚ ਥੋੜੀ ਜਿਹੀ ਤਬਦੀਲ ਕਰਨੀ ਪਊ, ਅਗਲੇ ਦੀ ਮਜਬੂਰੀ ਸਮਝੀ, ਆਪਣਾ ਨੁਕਸਾਨ ਤਾਂ ਹੈਗਾ ਹੀ ਹੈਗਾ। ਬਿਲਕੁਲ ਸਹੀ। ਚਲਿਏ ਹੁਣ ਫਿਰ ਆਪਾਂ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੇ ਹੁਣ ਮੇਰਾ ਖਿਆਲ ਜਦੋਂ ਕੱਲ੍ਹ ਨੂੰ ਅਸੀਂ ਦੁਬਾਰਾ ਆਪ ਜੀ ਨੂੰ ਮਿਲਣਾ, ਉਦੋਂ ਤੱਕ 3 ਮੰਤਰੀਆਂ ਤੋਂ ਇਲਾਵਾ, ਯਾਨੀ ਕਿ 2 ਮੁੱਖ ਮੰਤਰੀ ਤੇ 1 ਮੁੱਖ ਮੰਤਰੀ ਸਾਹਿਬ ਤੋਂ ਇਲਾਵਾ ਹੋਰ ਬੰਦੇ ਵੀ ਹੋਣਗੇ, ਫਿਰ ਆਪਾਂ ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।